ਲੋਕੀ ਕਹਿੰਦੇ ਕਿ ਕ੍ਰੈਡਿਟ ਕਾਰਡ ਸਭ ਤੋਂ ਖਤਰਨਾਕ ਚੀਜ਼ ਆ। ਮੈਂ ਨਾ 2 ਕਰੋੜ ਦਾ ਬਿਜ਼ਨਸ ਖੜਾ ਕਰ ਲਿਆ ਜਸਟ ਫਰਮ ਕ੍ਰੈਡਿਟ ਕਾਰਡਸ। ਤੁਸੀਂ ਦੇਖੋ ਕਿ ਕਈ ਵਾਰੀ ਨਾ ਲੋਕੀ ਗੱਡੀ ਲੈਣ ਜਾਂਦੇ ਉਹਨਾਂ ਨੂੰ ਇੱਕ ਗੱਡੀ ਵੀ ਨਹੀਂ ਮਿਲਦੀ, ਪਰ ਮੈਂ ਇੱਕ ਟਾਈਮ ਤੇ 2 ਗੱਡੀਆਂ ਵੀ ਲਈਆਂ ਨੇ। ਮਤਲਬ ਮੈਂ ਇੰਨੀ ਤਕੜੇ ਲੈਵਲ ਤੇ ਬਜਟਿੰਗ ਆਪਣੀ ਕੀਤੀ ਹੋਈ ਹੈ ਕਿ ਕਿੰਨਾ ਪੈਸਾ ਮੇਰਾ ਕਿਹੜੇ ਐਕਸਪੈਂਸ 'ਚ ਜਾਂਦਾ, ਕਿੰਨੀ ਮੇਰੀ ਇਨਕਮ ਹੈ, ਕਿੰਨਾ ਮੇਰਾ ਰੈਵਨਿਊ ਹੈ, ਕਿੰਨਾ ਮੇਰਾ ਨੈਟ ਪ੍ਰੋਫਿਟ ਹੈ, ਐਵਰੀਥਿੰਗ। ਮੇਰੇ ਟੋਟਲ 25 ਲੋਨਸ ਨੇ, ਤਾਂ ਹੀ ਮੈਂ ਸਾਲ ਤੋਂ ਕੋਈ ਗੱਡੀ ਨਹੀਂ ਲਈ। ਸੋ ਮੈਂ 20 ਲੱਖ ਰੁਪਏ ਦਾ ਮੇਰਾ ਪੋਰਟਫੋਲੀਓ ਵੀ ਬਣ ਗਿਆ ਐਂਡ ਮੇਰੇ ਈਵਨ ਤੁਸੀਂ ਕ੍ਰੈਡਿਟ ਕਾਰਡ ਤੇ 15-16 ਲੱਖ ਰੁਪਇਆ ਸੀਗਾ, ਉਹ ਵੀ ਮੈਂ ਖਤਮ ਕਰਤੇ। ਕਾਰਡਸ ਕੱਟ ਵੀ ਦਿੱਤੇ। 15-16 ਲੱਖ ਰੁਪਇਆ ਕ੍ਰੈਡਿਟ ਕਾਰਡਸ ਦਾ ਵੀ ਖਤਮ ਕਰਤਾ ਔਰ ਪਲੱਸ ਪਿਛਲੇ ਸਾਲ 'ਚ 20 ਲੱਖ ਰੁਪਏ ਦਾ ਪੋਰਟਫੋਲੀਓ ਬਣਾ ਲਿਆ। ਕਿ ਆਪਣਾ ਪੈਸਾ ਕਮਾਇਆ ਹੋਇਆ ਹਾਰਡ ਅਰਨਡ ਮਨੀ ਲੋਕਾਂ ਨੂੰ ਦੇ ਦਿੰਦੇ ਆ ਔਰ ਦੇ ਲੂਜ਼ ਦੇ ਮਨੀ। ਠੀਕ ਹੈ, ਬਸ ਪੈਸਾ ਡਬਲ ਕਰ। ਹੁਣ ਮੈਂ ਤਾਂ ਤੁਹਾਨੂੰ ਤਰੀਕਾ ਦੱਸਤਾ ਕਿ ਤੁਸੀਂ ਕਿੱਦਾਂ ਕਰਨਾ, ਬਟ ਉਹ ਕੀ ਕਰਨਗੇ ਐਕਸਟ੍ਰੀਮ ਲੈਵਲ ਦੇ ਵਿੱਚ ਕਰਨਗੇ। ਮੈਂ ਗੱਡੀ ਵੀ ਚਲਾਉਂਦਾ ਸੀਗਾ, ਮੈਂ 3 ਸਾਲ ਗੱਡੀ ਚਲਾਈ ਹੈ, ਹੁਣ ਜਾ ਕੇ ਸੈਲ ਆਊਟ ਕੀਤੀ ਹੈ। ਬੈਂਕਾਂ ਦੇ ਵਿੱਚ ਅਨਕਲੇਮਡ ਪੈਸਾ ਪਿਆ ਕਰੋੜਾਂ ਰੁਪਇਆ। ਮਤਲਬ ਇੰਨਾ ਹੈ, ਅਗਰ ਤੁਸੀਂ ਸਰਚ ਵੀ ਕਰੋਗੇ ਨਾ, ਮਤਲਬ 10 ਲੱਖ ਕਰੋੜ ਸਮਥਿੰਗ ਇੱਦਾਂ ਕਰਕੇ। ਤੁਹਾਨੂੰ ਕਿਤੇ ਪਤਾ ਲੱਗਿਆ ਮੇਰੀ 100 ਕਰੋੜ ਦੀ ਜਰਨੀ ਹੈ। Budgeting, saving, then comes the tool where to invest, whether it's silver, gold, land, or share market. Let's learn how to create wealth from who is creating wealth, and welcome Mr. Harsimranpreet Singh and have the conversation. ਹਰਸਿਮਰਪ੍ਰੀਤ ਸਿੰਘ, ਵੈਲਕਮ ਟੂ ਦਾ ਸ਼ੋ। ਵੀਰ ਜੀ ਕੀ ਹਾਲ ਨੇ? ਬਹੁਤ ਵਧੀਆ ਸਰ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬਲੌਗਰ ਲਾਈਕ ਯੂ ਹੈ ਨਾ, ਕੰਟੈਂਟ ਕ੍ਰੀਏਟਰ ਹੁੰਦੇ ਆ, ਉਹਨਾਂ ਨਾਲ ਗੱਲਬਾਤ ਕਰਨੀ, ਕਨਵਰਸੇਸ਼ਨ ਬਹੁਤ ਈਜ਼ੀ ਹੋ ਜਾਂਦੀ ਹੈ। ਉਹਨਾਂ ਨੂੰ ਖੋਲ੍ਹਣ ਦੀ ਲੋੜ ਨਹੀਂ ਪੈਂਦੀ, ਵਾਰਮ ਅਪ ਕਰਨ ਦੀ ਲੋੜ ਨਹੀਂ ਪੈਂਦੀ, ਉਹ ਆਲਰੇਡੀ ਔਨ ਦਾ ਬੂਮ ਹੁੰਦੇ ਆ। ਸੋ ਬਟ ਮੈਂ ਇਹ ਕਨਵਰਸੇਸ਼ਨ ਨੂੰ ਸਟਾਰਟ ਕਰੂੰਗਾ ਬਿਕਾਜ਼ ਮੇਰਾ ਪਰਪਸ ਇਸ ਕਨਵਰਸੇਸ਼ਨ ਦਾ ਨਾ ਬਿਜ਼ਨਸ ਫੋਕਸਡ ਆਪਾਂ ਰੱਖੀਏ ਇਹਨੂੰ। ਸੋ ਅਫਕੋਰਸ ਰॉ ਓਪਨ ਐਂਡ ਸਾਡੀ ਕਨਵਰਸੇਸ਼ਨ ਵੀ ਨਾ ਥੋੜ੍ਹੀ ਜਿਹੀ ਲੋਕਲ ਟਰਾਈ ਕਰਦੇ ਹਾਂ, ਬਟ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਜਿਹੜੀਆਂ ਉਸੇ ਲੈਂਗੁਏਜ 'ਚ ਹੀ ਕਹੀਆਂ ਜਾ ਸਕਦੀਆਂ ਹੈ ਨਾ। ਹਰਸਿਮਰਪ੍ਰੀਤ ਜੀ, ਹਾਊ ਯੂ ਸਟਾਰਟਡ? ਤੁਹਾਡੀ ਇਹ ਬਿਜ਼ਨਸ ਜਰਨੀ ਕਿਸ ਤਰ੍ਹਾਂ ਸਟਾਰਟ ਹੋਈ ਫਰੋਮ ਦਾ ਬਿਗਨਿੰਗ? ਤੁਹਾਡੀ ਸਟਰਗਲ, ਤੁਹਾਡੇ ਅਪਸ ਐਂਡ ਡਾਊਨ। ਇਨ ਸ਼ਾਰਟ ਸਰ ਇੱਦਾਂ ਹੈ, ਵੈਸੇ ਤਾਂ ਦੇਖੋ ਮੇਰੇ 6 ਸਾਲ ਦਾ ਜੋਬ ਦਾ ਐਕਸਪੀਰੀਅੰਸ ਹੈ ਐਂਡ ਜੋਬ ਦੇ ਵਿੱਚ ਮੇਰਾ ਹੋਮ ਲੋਨ ਡਿਪਾਰਟਮੈਂਟ ਰਿਹਾ, ਕਾਫੀ ਲੋਕਾਂ ਨੂੰ ਘਰ ਦਿਵਾਏ ਅਸੀਂ। ਸੋ ਕਿਤੇ ਨਾ ਕਿਤੇ ਉਹ ਐਕਸਪੀਰੀਅੰਸ ਹੋ ਗਿਆ ਸੀਗਾ ਇੱਕ ਬੈਂਕਿੰਗ ਦਾ, ਕਿ ਕਿਸ ਤਰੀਕੇ ਨਾਲ ਆਪਣਾ ਬੈਂਕਿੰਗ ਸਿਸਟਮ ਕੰਮ ਕਰਦਾ ਹੈ, ਅਸੀਂ ਲੋਨਸ ਕਿੱਦਾਂ ਲੈ ਸਕਦੇ ਹਾਂ, ਵਾਟ ਇਜ਼ ਐਲੀਜੀਬਿਲਿਟੀ ਕ੍ਰਾਈਟੇਰੀਆ। ਉਹ ਕਿਤੇ ਨਾ ਕਿਤੇ ਬੈਕ ਐਂਡ 'ਤੇ ਮੈਨੂੰ ਚੰਗੀ ਤਰ੍ਹਾਂ ਅੰਡਰਸਟੈਂਡਿੰਗ ਸੀ, ਸਿਬਲ ਕਿੱਦਾਂ ਹੁੰਦਾ ਹੈ ਨਾ। 2021 ਦੇ ਵਿੱਚ ਅਨਫੋਰਚੂਨੇਟਲੀ ਮੇਰਾ ਐਕਸੀਡੈਂਟ ਹੋਇਆ ਸੀਗਾ ਐਂਡ ਉਸ ਤੋਂ ਬਾਅਦ ਮੇਰੀ ਬੇਟੀ ਵੀ ਹੋਈ। ਔਰ ਕਹਿੰਦੇ ਕਿ ਬੇਟੀਆਂ ਮਤਲਬ ਇੱਕ ਜ਼ਿੰਮੇਵਾਰੀ, ਹਾਂ ਮਤਲਬ ਜ਼ਿੰਮੇਵਾਰੀ ਵੀ ਪਲੱਸ ਬਲੈਸਿੰਗਸ ਹੁੰਦੀਆਂ ਨੇ। ਐਂਡ ਉਹ ਬਲੈਸਿੰਗ ਇੰਨੀ ਜ਼ਿਆਦਾ ਲੈ ਕੇ ਆਈ ਕਿ ਕਿਸ ਤਰੀਕੇ ਨਾਲ ਮੈਂ ਬਿਜ਼ਨਸ 'ਚ ਆਇਆ ਮੈਨੂੰ ਆਪ ਨਹੀਂ ਪਤਾ, ਕਿ ਜੋਬ ਕਰਦੇ ਸੀਗੇ। ਔਰ ਤੁਸੀਂ ਇਹ ਦੇਖੋ, ਲੋਕੀ ਕਹਿੰਦੇ ਕਿ ਕ੍ਰੈਡਿਟ ਕਾਰਡ ਸਭ ਤੋਂ ਖਤਰਨਾਕ ਚੀਜ਼ ਆ। ਮੈਂ ਨਾ 2 ਕਰੋੜ ਦਾ ਬਿਜ਼ਨਸ ਖੜਾ ਕਰ ਲਿਆ ਜਸਟ ਫਰਮ ਕ੍ਰੈਡਿਟ ਕਾਰਡਸ। ਲੋਕੀ ਹੈਰਾਨ ਹੁੰਦੇ ਆ ਕਿ ਇਹ ਕਿੱਦਾਂ। ਸੋ ਉਹ ਵੀ ਮੈਂ ਤੁਹਾਨੂੰ ਬਹੁਤ ਵਧੀਆ ਜਰਨੀ ਹੈ ਕਿ ਤੁਸੀਂ ਦੇਖੋਗੇ ਜਦ ਮੈਂ ਜੋਬ ਕਰਦਾ ਸੀਗਾ ਹੈ ਨਾ, ਹੁਣ ਮੈਨੂੰ ਬੈਂਕਿੰਗ ਸਿਸਟਮ ਸਮਝ ਆ ਗਿਆ ਸੀ, ਲੋਨਸ ਕਿੱਦਾਂ ਲੈਂਦੇ ਆ, ਐਲੀਜੀਬਿਲਿਟੀ ਕਿੱਦਾਂ ਲੈਂਦੇ ਆ। ਸੋ ਤੁਸੀਂ ਦੇਖੋ ਕਿ ਮੇਰੇ ਕੋਲ ਪੈਸੇ ਨਹੀਂ ਸੀ, ਆਈ ਵਾਜ਼ ਜ਼ੀਰੋ। ਠੀਕ ਹੈ, ਮੇਰੇ ਕੋਲ ਸਿਰਫ ਕ੍ਰੈਡਿਟ ਕਾਰਡ ਸੀਗੇ, 4 ਕ੍ਰੈਡਿਟ ਕਾਰਡ ਸੀਗੇ। ਐਂਡ ਵਾਟ ਆਈ ਡਿਡ ਇਜ਼ ਕਿ ਮੇਰੇ ਕੋਲ ਜੇ 2.5 ਲੱਖ ਰੁਪਏ ਦਾ ਮੈਂ ਬਾਈਕ ਲੈਣਾ ਹੈ ਨਾ, ਅਤੇ ਉਹ ਮੈਂ 50,000 ਰੁਪਏ ਸਵਾਈਪ ਕਰਕੇ ਡਾਊਨ ਪੇਮੈਂਟ ਦੇ ਕੇ 2 ਲੱਖ ਰੁਪਏ ਦਾ ਲੋਨ ਲੈ ਲੈਣਾ ਫਰੋਮ ਦ ਬੈਂਕ। ਸੋ ਮੇਰੇ ਬਾਈਕਸ ਆ ਗਏ। ਤਾਂ ਇਸ ਤਰੀਕੇ ਨਾਲ ਆਪਾਂ ਮਲਟੀਪਲ ਬਾਈਕਸ ਖਰੀਦੇ ਫॉर द ਬਿਜ਼ਨਸ, ਕਿ ਰੈਂਟਲਸ ਦਾ ਕੰਮ ਹੈ ਸਾਡਾ। ਅਤੇ ਉਹ ਫਿਰ ਮੈਂ ਅਰਾਊਂਡ 4-5 ਬਾਈਕਸ ਲਏ ਅਤੇ ਉਸ ਤੋਂ ਬਾਅਦ ਫਿਰ ਇਹ ਜਰਨੀ ਸ਼ੁਰੂ ਹੁੰਦੀ ਗਈ। ਫਿਰ ਉਸ ਤੋਂ ਬਾਅਦ ਗੱਡੀਆਂ 'ਤੇ ਆਏ, ਫਿਰ 13-14 ਗੱਡੀਆਂ ਲਈਆਂ। ਸੋ ਕਾਫੀ ਵੱਡਾ ਕਾਫਲਾ ਹੈ ਇਸ ਟਾਈਮ ਸਾਡੇ ਕੋਲ। ਮੇਰੀ ਖੁਦ ਦੀਆਂ ਜਿਹੜੀਆਂ ਹੈਗੀਆਂ ਨੇ 15 ਗੱਡੀਆਂ ਨੇ, ਪਲੱਸ ਸਾਡੀਆਂ ਅਰਾਊਂਡ 40 ਕਾਰਸ ਹੋਸਟਿਡ ਕਾਰਸ ਨੇ, ਅਟੈਚ ਕਾਰਸ ਨੇ, ਜਿਹੜੇ ਲੋਕਾਂ ਨੇ ਸਾਡੇ ਨਾਲ ਅਟੈਚ ਕੀਤੀਆਂ ਹੋਈਆਂ। ਅਤੇ ਉਹ ਅਸੀਂ ਹੋਸਟਿੰਗ ਇੱਕ ਪਲੈਟਫਾਰਮ 'ਤੇ ਉਹਨੂੰ ਬਿਜ਼ਨਸ ਨੂੰ ਚਲਾਉਂਦੇ ਹਾਂ। ਕਿ ਰੈਵਨਿਊ ਸਿਸਟਮ ਰਹਿੰਦਾ ਹੈ ਕਿ 70% ਓਨਰ ਦਾ ਹੁੰਦਾ, 30% ਸਾਡਾ ਰਹਿੰਦਾ। ਉਹ ਇਸ ਤਰੀਕੇ ਨਾਲ ਸਾਰਾ ਬਿਜ਼ਨਸ ਰਨ ਕਰੀਦਾ। ਓਕੇ, ਮਤਲਬ ਉਹ ਇਨਵੈਸਟਰ ਹੀ ਨੇ ਜਿਹੜੀਆਂ ਕਾਜ਼ ਤੁਹਾਡੇ ਨਾਲ ਟਾਈ ਅਪ ਨੇ? ਹਾਂ, ਉਹ ਸਰ ਇੱਕ ਟਾਈਪ ਦੇ ਇਨਵੈਸਟਰ ਹੀ ਹੈ ਕਹਿ ਲਓ। ਹੁਣ ਕਹਿ ਲਓ ਕਾਫੀ ਲੋਕਾਂ ਕੋਲ ਘਰੇ ਗੱਡੀਆਂ ਖੜੀਆਂ ਹੁੰਦੀਆਂ, ਉਹ ਯੂਜ਼ ਨਹੀਂ ਆਉਂਦੀਆਂ ਹੈਗੀਆਂ। ਉਹ ਕੀ ਕਰਦੇ ਕਿ ਸਾਡੇ ਕੋਲ ਛੱਡ ਦਿੰਦੇ ਨੇ
ਜਾਂ ਸਾਨੂੰ ਫੋਟੋਜ਼ ਵਗੈਰਾ ਭੇਜ ਦਿੰਦੇ ਆ, ਫਿਰ ਅਸੀਂ ਬੁਕਿੰਗਸ ਅੱਗੇ ਚੱਕਦੇ ਰਹਿੰਦੇ ਹਾਂ। ਤੁਹਾਡਾ ਜਿਹੜਾ ਸ਼ੋਫਰ, ਤੁਹਾਡੀ ਡਰਾਈਵਰ ਤੁਹਾਡਾ ਆ? ਹਾਂ, ਸ਼ੋਫਰ ਸਾਡਾ ਹੈ, ਡਰਾਈਵਰ ਸਾਡਾ ਹੈ, ਈਵਨ ਸੈਲਫ ਡਰਾਈਵ ਵੀ ਅਗਰ ਚਾਹੀਦੀ ਉਹ ਵੀ ਅਸੀਂ ਦੇ ਦਿੰਦੇ ਹਾਂ। ਓਕੇ, ਯੈਸ। ਅਤੇ ਉਹ ਟਰਾਈ ਸਿਟੀ 'ਚ ਪੂਰਾ ਅਸੀਂ ਕਰਦੇ ਹਾਂ। ਮੈਂ ਬ੍ਰੇਕ ਡਾਊਨ ਕਰਦੇ ਹਾਂ ਆਪਾਂ ਥੋੜ੍ਹਾ ਜਿਹਾ, ਫਿਰ ਆਪਾਂ ਬਹੁਤ ਡੀਪ ਡਾਊਨ ਜਾਵਾਂਗੇ। ਤੁਸੀਂ, ਤੁਹਾਡਾ ਐਕਸੀਡੈਂਟ ਹੋਇਆ, ਯੈਸ, ਯੂ ਵਰ ਜੋਬਲੈਸ। ਅਤੇ ਕਾਮਨ ਮੈਨ ਦੇ ਕੁਐਸਚਨ ਆਏਗਾ ਕਿ ਹਾਊ ਇਟਸ ਪੋਸੀਬਲ ਕਿ ਤੁਹਾਡਾ ਜਿਹੜਾ ਤੁਸੀਂ ਜੋਬਲੈਸ ਹੋ, ਤੁਸੀਂ ਲੋਨ ਲੈ ਰਹੇ ਹੋ, ਬੈਂਕ ਉਸ ਕੰਡੀਸ਼ਨ ਤੁਹਾਡੀ ਜੋਬ, ਤੁਹਾਡੇ ਜਿਹੜੇ ਸੈਲਰੀ ਸਲਿੱਪ ਜਾਂ ਕੁਛ ਇੱਦਾਂ ਦਾ ਪ੍ਰੂਫ ਨਹੀਂ ਦੇਖਦੀ ਹੈਗੀ, ਉਹ ਕਿਸ ਤਰ੍ਹਾਂ ਤੁਸੀਂ ਇਹ ਚੀਜ਼ਾਂ ਸੌਰਟ ਕੀਤੀਆਂ? ਬਿਕੋਜ਼ ਇਟਸ ਸੈਲਫ ਅ ਟ੍ਰਿਕ। ਸਰ ਇਸ 'ਚ ਦੇਖੋ, ਮੈਂ ਸਭ ਤੋਂ ਪਹਿਲਾਂ ਐਲੀਜੀਬਿਲਿਟੀ ਕ੍ਰਾਈਟੀਰੀਆ ਨੂੰ ਸਮਝਦਾ ਸੀਗਾ ਕਿ ਬੈਂਕ ਕਿੰਨਾ ਸੋਚਦਾ ਹੈ, ਔਰ ਸਿਬਲ ਦੇ ਲੂਪ ਹੋਲਸ ਨੂੰ ਸਮਝਦਾ ਸੀਗਾ। ਤੁਸੀਂ ਦੇਖੋ ਕਿ ਕਈ ਵਾਰੀ ਨਾ ਲੋਕੀ ਗੱਡੀ ਲੈਣ ਜਾਂਦੇ ਆ, ਉਹਨਾਂ ਨੂੰ ਇੱਕ ਗੱਡੀ ਵੀ ਨਹੀਂ ਮਿਲਦੀ, ਪਰ ਮੈਂ ਇੱਕ ਟਾਈਮ ਤੇ ਦੋ ਗੱਡੀਆਂ ਵੀ ਲਈਆਂ ਨੇ। ਉਹ ਜਸਟ ਬਿਕੋਜ਼ ਆਫ ਕਿ ਸਿਬਲ 'ਚ ਰਿਫਲੈਕਟ ਕਰਨ ਨੂੰ ਟਾਈਮ ਲੱਗਦਾ, ਐਂਡ ਆਪਾਂ ਇੱਕ ਟਾਈਮ ਤੇ ਦੋ ਗੱਡੀਆਂ ਵੀ ਲੈ ਸਕਦੇ ਹਾਂ ਜਾਂ ਦੋ ਚੀਜ਼ਾਂ ਵੀ ਲੈ ਸਕਦੇ ਹਾਂ, ਬਟ ਦੈਟ ਇਜ਼ ਅ ਸੈਕੰਡਰੀ ਥਿੰਗ। ਆਪਾਂ ਸ਼ੁਰੂ ਕਰਦੇ ਹਾਂ ਕਿ ਜਦ ਮੇਰੇ ਕੋਲ ਕਹਿ ਲਓ ਮੇਰਾ ਐਕਸੀਡੈਂਟ ਹੋਇਆ ਹੈ ਨਾ, ਐਂਡ ਐਕਸੀਡੈਂਟ ਤੋਂ ਬਾਅਦ ਆਈ ਵਾਜ਼ ਮਤਲਬ 5-6 ਮਹੀਨੇ ਬਿਲਕੁਲ ਸੈਲਰੀ ਨਹੀਂ ਆਈ, ਸੋ ਜ਼ੀਰੋ ਕੈਸ਼ ਸੀਗਾ, ਬਹੁਤ ਮੁਸ਼ਕਿਲ ਨਾਲ ਕਹਿ ਲਓ ਗੁਜ਼ਾਰੇ ਚੱਲ ਰਹੇ ਸੀਗੇ। ਸੋ ਮੇਰੇ ਕੋਲ 1-2 ਵਹੀਕਲ ਸੀਗੇ ਜਿੱਥੋਂ ਮੈਂ ਸ਼ੁਰੂ ਕੀਤਾ। ਐਡ ਐਕਟਿਵਾ, ਇੱਕ ਮੇਰੇ ਕੋਲ ਗੱਡੀ ਸੀਗੀ, ਉੱਥੋਂ ਮੈਂ ਸਟਾਰਟ ਕੀਤਾ। ਫਿਰ ਨਾਲ ਆਪਣੀ ਥੋੜ੍ਹਾ ਸਕਿੱਲਸ 'ਤੇ ਕੰਮ ਕੀਤਾ, ਦੁਬਾਰਾ ਜੋਬ ਲੱਗਿਆ ਆਫਟਰ 6 ਮੰਥਸ, ਜਦ ਮੈਂ ਬਿਲਕੁਲ ਠੀਕ ਹੋ ਗਿਆ ਹੈ ਨਾ। ਸੋ ਮੇਰੇ ਇੱਥੇ ਲੈਗ ਐਕਸੀਡੈਂਟ ਹੋਇਆ ਸੀਗਾ, ਸੋ ਉਹ ਰਿਕਵਰ ਕਰਨ ਤੋਂ ਬਾਅਦ ਫਿਰ ਮੈਂ ਜੋਬ ਲੱਭੀ। ਸੋ ਅਰਾਊਂਡ 18,000 ਮੇਰੀ ਸੈਲਰੀ ਸੀਗੀ। ਸੋ 18,000 ਦੀ ਸੈਲਰੀ ਦੇ ਬੇਸਿਸ 'ਤੇ ਮੈਨੂੰ ਅਪਰੋਕਸੀਮੇਟਲੀ 7-8 ਹਜ਼ਾਰ ਰੁਪਏ ਦੀ EMI ਦੇ ਲੋਨਸ ਮਿਲ ਸਕਦੇ ਸੀਗੇ। ਸੋ ਵਾਟ ਆਈ ਡਿਡ ਇਜ਼ ਕਿ ਮੈਂ ਗਿਆ, ਕਿਉਂਕਿ ਮੈਂ ਰੈਂਟਲਸ ਦਾ ਕੰਮ ਸ਼ੁਰੂ ਕਰਨਾ ਸੀ, ਕੁਛ ਐਡੀਸ਼ਨਲ ਬੇਸਿਕਲੀ ਸੋਰਸ ਦੇਖ ਰਿਹਾ ਸੀਗਾ ਕਿ ਮੈਂ ਘੱਟੋ ਘੱਟ ਆਪਣੀ ਸੈਲਰੀ ਨੂੰ ਅਲੱਗ ਤੋਂ ਕੁਛ ਸੋਰਸ ਸ਼ੁਰੂ ਕਰ ਸਕਾਂ, ਹੈ ਨਾ। ਸੋ ਹਾਂ, ਕਰ ਸਕਾਂ, ਪਰ ਉਹ ਮੈਂ ਆਲਰੇਡੀ ਮੈਂ ਕਰ ਰਿਹਾ ਸੀਗਾ, ਕਿਉਂਕਿ ਮੈਂ ਜਦ ਮੇਰਾ ਐਕਸੀਡੈਂਟ ਹੋਇਆ ਉਸ ਤੋਂ ਪਹਿਲਾਂ ਥੋੜ੍ਹਾ ਸ਼ੁਰੂ ਕਰਤਾ ਸੀਗਾ। ਅਤੇ ਮੈਨੂੰ ਬਾਈਕਸ ਦਾ ਕਾਫੀ ਅੱਛਾ ਕੰਮ ਲੱਗਿਆ, ਐਂਡ ਮੇਰਾ ਬਜਟ ਦੇ ਵਿੱਚ ਵੀ ਸੀਗਾ। ਸੋ ਮੈਂ ਉੱਥੋਂ ਇੱਕ ਰਿਸਕ ਲਿਆ, ਔਰ ਪੈਸੇ ਨਹੀਂ ਸੀਗੇ। ਸੋ ਆਈ ਵਾਜ਼ ਲਾਈਕ ਯਾਰ ਹੁਣ ਕਿੱਦਾਂ ਕਰੀਏ, ਹੈ ਨਾ। ਹੁਣ ਬਾਈਕ ਲੈਣਾ 1-2.5 ਲੱਖ ਰੁਪਏ ਦਾ ਬਾਈਕ ਹੈ। ਸੋ ਆਈ ਯੂਜ਼ਡ ਅ ਕ੍ਰੈਡਿਟ ਕਾਰਡ ਕਿ ਹਾਂ ਵੀ ਚਲੋ ਸਵਾਈਪ ਕਰੋ, ਐਂਡ ਉਹ ਕੈਸ਼ ਫਲੋ ਜਦ ਜਨਰੇਟ ਹੋਏਗਾ ਤਾਂ ਉਹ ਤੋਂ ਆਪਾਂ ਕਾਰਡ ਦੇ ਉਹ ਵੀ ਕਰਾਂਗੇ, ਪਲੱਸ EMI ਵੀ ਜਾਏਗੀ। ਸੋ ਇਸੇ ਤਰੀਕੇ ਨਾਲ ਫਿਰ ਹੌਲੀ ਐਸੈਟਸ ਵਧਾਉਂਦੇ ਗਏ। ਉਹ ਇੱਕ ਜੋਬ ਤੋਂ ਕਹਿ ਲਓ ਮੈਂ 6 ਬਾਈਕਸ ਲੈ ਲਏ ਸੀਗੇ। ਤੋ ਮਤਲਬ ਪਹਿਲਾਂ 2 ਬਾਈਕਸ ਕਢਵਾਏ, ਫਿਰ ਉਸ ਤੋਂ ਬਾਅਦ ਨੈਕਸਟ ਮਤਲਬ ਉਹਦੀ ਜਾਣੀ ਸੀਗੀ EMI ਫਸਟ EMI ਤੋਂ ਪਹਿਲਾਂ ਹੀ 2 ਬਾਈਕਸ ਹੋਰ ਕਢਵਾ ਲਏ। ਸੋ ਇੰਨਾ ਜ਼ਿਆਦਾ ਰਿਸਕ ਲਿਆ, 4 ਬਾਈਕਸ ਇਕੱਠੇ ਕਢਵਾ ਲਏ। ਤਾਂ ਫਿਰ ਹੌਲੀ ਉਹ ਕੰਮ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ 5-6 ਮਹੀਨੇ ਥੋੜ੍ਹਾ ਗੈਪ ਆਇਆ। ਫਿਰ ਉਸ ਤੋਂ ਬਾਅਦ ਜਦ ਥੋੜ੍ਹਾ ਜਿਹਾ ਫਾਈਨੈਂਸ਼ੀਅਲ ਸੈੱਟ ਹੋ ਗਏ, ਫਿਰ ਉਸ ਤੋਂ ਬਾਅਦ ਬੈਂਕ ਨੂੰ ਦਿਖਾਇਆ ਕਿ ਮੇਰੇ ਕੋਲ ਆਲਰੇਡੀ 4 ਬਾਈਕਸ ਨੇ, ਤੁਸੀਂ ਮੈਨੂੰ ਹੋਰ ਪੈਸਾ ਦਿਓ। ਸੋ ਬੈਂਕ ਕੀ ਕਰਦਾ ਹੈ ਕਿ ਤੁਹਾਡੀ ਫਲੀਟ ਦੇਖਦਾ ਹੈ, ਅੱਛਾ ਯਾਰ ਹੀ ਇਜ਼ ਡੂਇੰਗ ਬਿਜ਼ਨਸ, ਸੋ ਮਤਲਬ ਇਹਨੂੰ ਐਕਸਪੀਰੀਅੰਸ ਹੈ, 4 ਬਾਈਕਸ ਨੇ ਜਾਂ 4 ਗੱਡੀਆਂ ਨੇ, ਅਤੇ ਉਹ ਫਿਰ ਉਹਦੇ ਬੇਸਿਸ 'ਤੇ ਤੁਹਾਨੂੰ ਹੋਰ ਲੈਂਡ ਕਰ ਦਿੰਦੇ ਆ। ਸੋ ਉਹਦੇ ਬੇਸਿਸ 'ਤੇ ਮੈਂ 2 ਬਾਈਕਸ ਹੋਰ ਕਢਵਾਏ। ਫਿਰ ਉਸ ਤੋਂ ਬਾਅਦ ਇੱਦਾਂ ਕਰਕੇ ਫਿਰ ਹੌਲੀ ਕੰਪਨੀ ਰਜਿਸਟਰ ਕੀਤੀ ਪ੍ਰੋਪਰਾਈਟਰਸ਼ਿਪ ਦੇ ਵਿੱਚ, ਐਂਡ ਉਹ ਫਿਰ ਫਲੀਟ ਬੇਸਿਸ 'ਤੇ ਮੇਰਾ ਹੌਲੀ ਬਹੁਤ ਵੱਧਦਾ ਗਿਆ। ਅਤੇ ਬਟ ਇਹ ਹੈ ਕਿ ਇਸ 'ਚ ਵੀ ਬਹੁਤ ਚੱਕਰ ਪਏ। ਇਟ ਵਾਜ਼ ਵੈਰੀ ਡਿਫੀਕਲਟ। ਮੈਂ ਤੁਹਾਨੂੰ ਦੱਸਦਾ, ਇੱਕ ਵਾਰੀ ਸਿਚੁਏਸ਼ਨ ਇੱਦਾਂ ਆਈ ਕਿ ਸਿਚੁਏਸ਼ਨ ਵਾਜ਼ ਦੈਟ ਕਿ ਮੈਂ ਜੂਨ ਦੀ ਗੱਲ ਹੈ, ਜੂਨ ਦੇ ਵਿੱਚ 2021 'ਚ ਜਦ ਮੈਂ ਜੋਬ ਕਰ ਰਿਹਾ ਸੀਗਾ, ਉਸ ਟਾਈਮ ਮੈਂ ਸਾਰੇ ਬਾਈਕਸ ਕਢਵਾਏ ਮਈ ਐਂਡ ਜੂਨ ਦੇ ਵਿੱਚ। ਅਤੇ ਆਫਟਰ ਨਵੰਬਰ ਦਸੰਬਰ ਤੁਹਾਨੂੰ ਪਤਾ ਹੋਏਗਾ ਕਿ ਬਾਈਕਸ ਦਾ ਕੰਮ ਸੀਜ਼ਨਲ ਹੁੰਦਾ ਹੈ, ਕਾਫੀ ਕੰਮ ਸੀਜ਼ਨਲ ਹੁੰਦੇ ਤੁਹਾਨੂੰ, ਹੈ ਨਾ। ਸੋ ਬਾਈਕਸ ਦਾ ਕਹਿ ਲਓ ਮਨਾਲੀ ਲੇਹ ਜਦ ਲੋਕੀ ਜਾਂਦੇ ਨੇ, ਉਹ ਗਰਮੀਆਂ 'ਚ ਜਾਂਦੇ ਆ, ਬਟ ਸਰਦੀਆਂ 'ਚ ਜਾਂਦੇ ਹੀ ਨਹੀਂ। ਔਰ ਆਈ ਵਾਜ਼ ਨਾਟ ਅਵੇਅਰ ਕਿ ਬਾਈ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਹਿੰਦਾ ਸੀਜ਼ਨਲ ਕੰਮ ਹੈ, ਪੰਗਾ ਲੈ ਲਿਆ। ਔਰ ਕਿਸ਼ਤਾਂ ਹੋ ਗਈਆਂ 45,000 ਰੁਪੀਜ਼। ਹੁਣ ਕਹਿ ਲਓ ਹਰੇਕ ਬਾਈਕ ਦੀ 6-6 ਹਜ਼ਾਰ ਕਿਸ਼ਤ ਸੀਗੀ, ਉਹ ਕਰਦੇ ਕਰਾਉਂਦੇ 40-45 ਹਜ਼ਾਰ ਰੁਪਏ ਦੀ ਕਿਸ਼ਤਾਂ ਬਣ ਗਈਆਂ, ਹੈ ਨਾ। ਥੋੜ੍ਹੇ ਬਹੁਤ ਹੋਰ ਲਾਇਬਿਲਿਟੀਜ਼ ਸੀਗੀਆਂ, ਲੱਖ ਰੁਪਏ ਦੀ ਕਿਸ਼ਤਾਂ ਬਣ ਗਈਆਂ। ਸੋ ਹੁਣ ਲੱਖ ਰੁਪਏ ਦਾ ਘਰ ਦਾ ਖਰਚਾ ਕੱਢ ਰਿਹਾ। ਦਸੰਬਰ 'ਚ ਜਾ ਕੇ ਕੰਮ ਰੁਕ ਗਿਆ, ਹੁਣ ਸਮਝ ਨਹੀਂ ਆ ਰਿਹਾ ਕਰਨਾ ਕੀ ਹੈ। ਸੋ ਆਈ ਹੈਡ ਕਿ ਨਹੀਂ ਯਾਰ, ਇਹਨੂੰ ਜਾਂ ਤਾਂ ਰਿਸਕ ਵੱਡਾ ਲੈਣਾ ਪਏਗਾ ਜਾਂ ਫਿਰ ਪਿੱਛੇ ਜਾਣਾ ਪਏਗਾ। ਹੁਣ ਪਿੱਛੇ ਜਾ ਨਹੀਂ ਸਕਦੇ ਸੀਗੇ, ਮਤਲਬ ਇਟ ਇਜ਼ ਲਾਈਕ ਡੂ ਔਰ ਡਾਈ ਸਿਚੁਏਸ਼ਨ। ਸੋ ਆਈ ਵਾਜ਼ ਲਾਈਕ ਠੀਕ ਹੈ ਯਾਰ, ਆਪਾਂ ਗੱਡੀਆਂ ਲਵਾਂਗੇ, ਆਪਾਂ ਹੁਣ ਵੱਡਾ ਰਿਸਕ ਲੈਂਦੇ ਹਾਂ। ਬਾਈਕਸ ਸੀਗੇ, ਆਪਾਂ ਹੁਣ ਗੱਡੀਆਂ ਦਾ ਕੰਮ ਕਰਦੇ ਹਾਂ, ਬਿਕਾਜ਼ ਗੱਡੀਆਂ ਦਾ ਨਾ ਕਿਤੇ ਆਲਰਾਊਂਡਰ ਰਹਿੰਦਾ ਹੈ ਕਿ ਸਰਦੀਆਂ 'ਚ ਵੀ ਲੋਕਾਂ ਨੂੰ ਗੱਡੀਆਂ ਚਾਹੀਦੀਆਂ, ਗਰਮੀਆਂ 'ਚ ਵੀ ਚਾਹੀਦੀਆਂ, ਤਾਂ ਕਿਤੇ ਨਾ ਕਿਤੇ ਕੰਮ ਚੱਲਦਾ ਰਹਿੰਦਾ। ਸੋ ਡਿਮਾਂਡ ਵੀ ਉਸ ਹਿਸਾਬ ਨਾਲ ਉਸ ਟਾਈਮ ਸੀਗੀ। ਸੋ ਮੈਂ ਹੌਲੀ ਪਹਿਲਾਂ ਇੱਕ ਗੱਡੀ ਪਾਈ, ਸਵਿਫਟ ਲਈ, ਫਿਰ ਦੂਜੀ ਗੱਡੀ ਲਈ, ਉਹ ਵੀ ਕ੍ਰੈਡਿਟ ਕਾਰਡਸ ਤੋਂ। ਮੇਰੇ ਕੋਲ ਆਈ ਡਿਡਨਟ ਹੈਡ ਅ ਮਨੀ,
ਸੋ ਹੁਣ ਗੱਡੀ ਲੈਣੀ ਹੈ, ਸਵਿਫਟ ਲੈਣੀ ਹੈ, ਲੱਖ ਰੁਪਇਆ ਸਵਾਈਪ ਕੀਤਾ, 6 ਲੱਖ ਰੁਪਇਆ ਬੈਂਕ ਨੇ ਲੋਨ ਦਿੱਤਾ, 7 ਲੱਖ ਦੀ ਗੱਡੀ ਆ ਗਈ। ਫਿਰ ਉਸ ਤੋਂ ਕੈਸ਼ ਫਲੋ ਜਨਰੇਟ ਹੋ ਰਿਹਾ ਹੈ, ਫਿਰ ਉਹ ਪੈਸੇ ਤੋਂ ਲੱਖ 2 ਲੱਖ ਫਿਰ ਇਕੱਠਾ ਹੋਇਆ, 1-2 ਲੱਖ ਸਵਾਈਪ ਕੀਤਾ, ਫਿਰ ਦੂਜੀ ਗੱਡੀ ਆਈ। ਸੋ ਇੱਦਾਂ ਕਰਦੇ ਕਰਦੇ ਫਰੋਮ ਲਾਸਟ ਮਤਲਬ 2024 ਤੱਕ ਮੇਰੇ ਕੋਲ 15 ਗੱਡੀਆਂ ਹੋ ਗਈਆਂ ਸੀ ਕਾਰਸ, ਠੀਕ ਹੈ। ਮਤਲਬ ਮੇਰੇ ਕੋਲ ਥਾਰ ਵੀ ਹੈ, ਮੇਰੇ ਕੋਲ ਫੋਰਚੂਨਰ ਹੈ, ਇਨੋਵਾ ਹਾਈ ਕ੍ਰੋਸ ਹੈ, ਇੱਦਾਂ ਦੀ ਗੱਡੀਆਂ ਮੈਂ ਲੈ ਲਈਆਂ ਸੀਗੀਆਂ। ਔਰ ਮੈਨੂੰ ਲੂਪਹੋਲਸ ਪਤਾ ਸੀਗੇ ਕਿ ਮੈਂ ਇੱਕ ਟਾਈਮ 'ਤੇ 2-2 ਗੱਡੀਆਂ ਵੀ ਕਢਵਾਈਆਂ ਨੇ। ਅਤੇ ਬੈਂਕ ਕਹਿੰਦਾ ਸੀ ਨਹੀਂ ਤੁਹਾਨੂੰ ਨਹੀਂ ਦੇ ਸਕਦੇ। ਮੈਂ ਕਿਹਾ ਮੈਨੂੰ ਪਤਾ ਮੈਂ ਕਿੱਦਾਂ ਲੈ ਸਕਦਾ। ਸੋ ਆਪਾਂ ਲਈਆਂ। ਸੋ ਉਹ ਕਾਫੀ ਇੰਟਰਸਟਿੰਗ ਜਰਨੀ ਰਹੀ ਹੈ। ਬਟ ਇੱਕ ਟਾਈਮ 'ਤੇ ਆ ਕੇ ਲਾਇਬਿਲਿਟੀਜ਼ ਇੰਨੀ ਜ਼ਿਆਦਾ ਹੋ ਗਈਆਂ ਸੀਗੀਆਂ, ਰਿਸਕ ਐਪੇਟਾਈਟ ਇੰਨਾ ਜ਼ਿਆਦਾ ਹੋ ਗਿਆ ਸੀਗਾ ਕਿ ਪਿਛਲੇ ਸਾਲ ਮਤਲਬ ਮਾਰਚ ਤੱਕ ਮੇਰੇ ਕੋਲ 2 ਕਰੋੜ ਰੁਪਏ ਦੇ ਲੋਨ ਹੋ ਗਏ ਸੀਗੇ। ਐਂਡ ਆਈ ਵਾਜ਼ ਲਾਈਕ ਯਾਰ ਹੁਣ 4 ਲੱਖ ਰੁਪਏ ਦੀ ਕਿਸ਼ਤਾਂ ਉਤਾਰਨਾ ਪਰ ਮੰਥ, ਕਿੱਥੋਂ ਮੈਂ 1 ਲੱਖ ਰੁਪਏ ਤੋਂ ਸ਼ੁਰੂ ਕੀਤਾ, ਰਾਈਟ। ਔਰ 1 ਲੱਖ ਰੁਪਏ ਦੀ ਕਿਸ਼ਤ ਜਿਹੜੀ ਇੰਨੀ ਔਖੀ ਹੋ ਗਈ ਸੀ, ਔਰ ਇੱਥੇ 4 ਲੱਖ ਰੁਪਏ ਦੀ ਕਿਸ਼ਤਾਂ, ਉਹ ਵੀ ਪਰ ਮੰਥ। ਆਈ ਵਾਜ਼ ਲਾਈਕ ਮੈਂ ਕਿਹਾ ਯਾਰ ਬਰੋ ਇਹ ਪੰਗਾ ਹੈ, ਠੀਕ ਹੈ। ਸੋ ਪੰਗਾ ਵੱਡਾ ਲੈ ਲਿਆ ਸੀਗਾ। ਐਂਡ ਬਜਟਿੰਗ, ਫਾਈਨੈਂਸ, ਇਹ ਕੋਈ ਚੀਜ਼ ਨਹੀਂ ਆਉਂਦੀ ਸੀ ਮੈਨੂੰ, ਠੀਕ ਹੈ। ਔਰ ਪਰ ਮੇਰਾ ਇੰਟਰਸਟ ਸੀਗਾ ਕਿਤੇ ਨਾ ਕਿਤੇ। ਮੈਂ ਕਿਹਾ ਸਟਾਕ ਮਾਰਕੀਟ ਸਿੱਖੀਏ, ਕੁਛ ਨਾ ਕੁਛ ਨਾ, ਲੋਕੀ ਕਾਫੀ ਸਟਾਕ ਮਾਰਕੀਟ ਕਰਦੇ ਆ। ਸੋ ਮੇਰਾ ਬਹੁਤ ਇੰਟਰਸਟ ਸੀਗਾ ਉਸ ਚੀਜ਼ ਬਚਪਨ ਤੋਂ ਸੀ, ਬਟ ਗਾਈਡੈਂਸ ਨਹੀਂ ਸੀ ਕਿਉਂਕਿ ਘਰੇ ਆਪਾਂ ਨੂੰ ਪਤਾ ਕਿ ਗੱਲਬਾਤ ਨਹੀਂ ਹੁੰਦੀ ਹੈ ਨਾ, ਫਰੈਂਡ ਸਰਕਲ ਉੱਦਾਂ ਦਾ ਨਹੀਂ ਹੈ, ਚੀਜ਼ਾਂ ਉੱਦਾਂ ਦਾ ਨਹੀਂ ਹੈ। ਸੋ ਮੈਂ ਪਿਛਲੇ ਮਾਰਚ ਦੇ ਵਿੱਚ 2024 ਦੀ ਗੱਲ ਹੈ, ਮਾਰਚ 'ਚ ਮੈਂ ਕੀਤਾ ਸਟਾਕ ਮਾਰਕੀਟ ਦਾ ਕੋਰਸ। ਅਤੇ ਜਦ ਮੈਂ ਸਟਾਕ ਮਾਰਕੀਟ ਕੋਰਸ ਕੀਤਾ, ਉੱਥੇ ਜਿਹੜੇ ਬੱਚੇ ਬੈਠੇ ਸੀ ਹਰੇਕ ਬੱਚਾ ਟ੍ਰੇਡਿੰਗ ਕਰ ਰਿਹਾ ਹੈ। ਕਿਸੇ ਕੋਲ 1 ਲੱਖ ਰੁਪਏ ਦਾ ਕੈਪੀਟਲ ਹੈ, ਕਿਸੇ ਕੋਲ 2 ਲੱਖ ਰੁਪਏ ਦਾ ਕੈਪੀਟਲ ਹੈ, ਇਨਵੈਸਟਿੰਗ ਕਰ ਰਹੇ ਹੈ, ਕਿਸੇ ਕੋਲ 5 ਲੱਖ ਦਾ ਪੋਰਟਫੋਲੀਓ ਹੈ। ਮੈਂ ਕਿਹਾ ਆਪਣੇ ਕੋਲ ਤਾਂ ਪੈਸਾ ਹੀ ਨਹੀਂ ਹੈ। 2 ਕਰੋੜ ਰੁਪਏ ਆਲਰੇਡੀ ਲਾਇਬਿਲਿਟੀ, ਹਾਂ ਮਤਲਬ 2 ਕਰੋੜ ਰੁਪਏ ਦੀ ਲਾਇਬਿਲਿਟੀਜ਼ ਨੇ, ਬਟ ਅਕਾਊਂਟ 'ਚ 2 ਲੱਖ ਰੁਪਏ ਵੀ ਨਹੀਂ ਹੈ। ਸੋ ਆਈ ਵਾਜ਼ ਲਾਈਕ ਮੈਂ ਕਿਹਾ ਯਾਰ ਕੁਛ ਕਰਨਾ ਪਊਗਾ। ਔਰ ਜਦ ਮੈਂ ਬਜਟਿੰਗ ਕੀਤੀ ਉਸ ਤੋਂ ਬਾਅਦ ਸਟਾਰਟ ਕੀਤੀ, ਹੁਣ ਮੇਰੇ ਕੋਲ ਕਹਿ ਲਓ ਪਿਛਲੇ 1.5 ਸਾਲ ਦਾ ਕੱਲਾ ਡਾਟਾ ਹੈਗਾ। ਮਤਲਬ ਮੈਂ ਇੰਨੀ ਤਕੜੇ ਲੈਵਲ 'ਤੇ ਬਜਟਿੰਗ ਆਪਣੀ ਕੀਤੀ ਹੋਈ ਹੈ ਕਿ ਕਿੰਨਾ ਪੈਸਾ ਮੇਰਾ ਕਿਹੜੇ ਐਕਸਪੈਂਸ 'ਚ ਜਾਂਦਾ, ਕਿੰਨੀ ਮੇਰੀ ਇਨਕਮ ਹੈ, ਕਿੰਨਾ ਮੇਰਾ ਰੈਵਨਿਊ ਹੈ, ਕਿੰਨਾ ਮੇਰਾ ਨੈਟ ਪ੍ਰੋਫਿਟ ਹੈ, ਐਵਰੀਥਿੰਗ ਉਹ ਮੇਰੇ ਕੋਲ ਪੂਰਾ ਰਿਕਾਰਡ, ਹਾਂ ਔਨ ਪੇਪਰ। ਮੈਂ ਐਕਸਲ ਬਣਾਈ ਹੋਈ ਹੈ, ਮੇਰੇ ਕੋਲ ਪ੍ਰੋਪਰ ਰਿਕਾਰਡ ਹੈ। ਉਹ ਜਦੋਂ ਸਾਰੀ ਚੀਜ਼ਾਂ ਰਿਕਾਰਡ ਕੀਤੀਆਂ ਪਿਛਲੇ 1 ਸਾਲ ਦਾ ਡਾਟਾ, ਫਿਰ ਪਤਾ ਲੱਗਿਆ ਕਿ ਮੇਰੇ EMIs ਪਲੱਸ ਰਿਪੇਅਰ ਐਕਸਪੈਂਸਿਸ 80-90% ਤੱਕ ਸੀਗੇ। ਪੈਸਾ ਬਚੇ ਕਿੱਥੋਂ? ਜੇ ਮੈਂ 6 ਲੱਖ ਰੁਪਏ ਮਹੀਨੇ ਦਾ ਕਮਾ, ਪਹਿਲਾਂ ਕੰਸੀਡਰ ਨਹੀਂ ਕੀਤੀਆਂ। ਹਾਂਜੀ। ਐਂਡ ਇਸ ਤਰੀਕੇ ਨਾਲ ਮਤਲਬ ਬਜਟਿੰਗ ਸਿੱਖੀ ਹੈ ਨਾ। ਐਂਡ ਬਜਟਿੰਗ ਕੀਤਾ, ਪਤਾ ਲੱਗਿਆ ਯਾਰ 80-90% ਦਾ ਖਰਚੇ ਪਹੁੰਚ ਗਏ, ਔਰ ਬਾਕੀ ਘਰ ਦੇ ਖਰਚੇ ਵੀ ਚਲਾਣੇ, ਬਚਦਾ ਕੁਛ ਨਹੀਂ ਸੀਗਾ। ਸੋ ਮੈਂ ਕਿਹਾ ਕੁਛ ਕਰਨਾ ਪਏਗਾ। ਸੋ ਤੁਸੀਂ ਦੇਖੋ, ਤੁਸੀਂ ਸਰਪ੍ਰਾਈਜ਼ ਹੋਵੋਗੇ, ਪਿਛਲੇ ਮਾਰਚ ਤੋਂ ਲੈ ਕੇ ਅੱਜ ਤੁਸੀਂ ਦੇਖ ਲਓ 1.5 ਸਾਲ ਹੋ ਗਿਆ ਹੈ ਨਾ। ਮੈਂ ਸਿਰਫ ਆਪਣਾ 10% ਆਪਣੀ ਇਨਕਮ ਦਾ ਕੱਢਣਾ ਸਟਾਰਟ ਕੀਤਾ। ਆਪਣੀ ਇਨਕਮ ਦਾ 10% ਬਹੁਤ ਮੁਸ਼ਕਿਲ ਨਾਲ, ਮਤਲਬ ਬਚਦਾ ਨਹੀਂ ਸੀ। ਇਟ ਵਾਜ਼ ਵੈਰੀ ਟਫ, ਪਰ ਮੈਂ ਹੱਥ ਕੁੱਟ ਕੇ ਕਰਕੇ। ਸੋ ਆਈ ਵਾਜ਼ ਲਾਈਕ ਮੈਂ ਕਿਹਾ ਨਹੀਂ ਯਾਰ ਕਰਨਾ ਹੀ ਕਰਨਾ। ਸੋ ਜਿੱਦਾਂ ਹੀ ਪੈਸਾ ਆਉਂਦਾ ਸੀ, ਕਹਿ ਲਓ 10,000 ਆਇਆ, ਉਹ ਤੋਂ 10% 1000 ਰੁਪੀਜ਼ ਅਲੱਗ। ਪਹਿਲਾਂ ਨਾ ETF ਇਨਵੈਸਟਿੰਗ ਕਰਦਾ ਸੀ। ਸਟਾਕ ਮਾਰਕੀਟ 'ਚ ਜਿਹੜੇ ਇਨਵੈਸਟ ਕਰਦੇ ਉਹਨਾਂ ਨੂੰ ਪਤਾ ਹੈ ਕਿ ETF ਕੀ ਹੁੰਦਾ, ਅਤੇ ਉਹ ਆਪਾਂ ਵੀ ਡਿਟੇਲ 'ਚ ਇਸ ਦੇ ਬਾਰੇ ਗੱਲ ਕਰਾਂਗੇ। ਅਤੇ ਉਹ ਫਿਰ ਮੈਂ ਹੌਲੀ ਨਾ ਮਤਲਬ ਕੀ ਹੈ ਕਿ ਸਟਾਕਸ ਲੈਣੇ ਸ਼ੁਰੂ ਕਰਤੇ। 1000 ਰੁਪਏ ਆਇਆ, 1000 ਰੁਪਏ ਪੋਰਟਫੋਲੀਓ 'ਚ ਪਾਇਆ, ਚਲੋ ਉਹ ਹੋ ਗਿਆ, 2000 ਹੋ ਗਿਆ, 5000 ਹੋ ਗਿਆ। ਇੱਦਾਂ ਕਰਦੇ ਮੇਰੇ ਕੋਲ ਜੂਨ ਜੁਲਾਈ ਤੱਕ ਤੁਸੀਂ ਲਗਾਓਗੇ ਨਹੀਂ ਹਿਸਾਬ, ਮੇਰੇ ਕੋਲ 5 ਲੱਖ ਇਕੱਠਾ ਹੋ ਗਿਆ। ਮੈਂ ਅੱਜ ਤੱਕ 10 ਸਾਲਾਂ ਤੋਂ ਮੈਂ ਕੰਮ ਕਰ ਰਿਹਾ। 5 ਲੱਖ ਤਾਂ ਤੁਸੀਂ ਇਨਵੈਸਟ ਕਰਤਾ, ਇਕੱਠਾ ਹੋ ਗਿਆ ਛੋਟੀ ਆਦਤ ਤੋਂ। ਉਹਦੀ ਵਰਥ ਹੋ ਗਈ। ਹਾਂ ਮਤਲਬ ਜੋੜ ਕੇ, ਹਾਂ 1000 ਰੁਪਏ ਜੋੜ ਲਿਆ, 10,000 20,000 ਜੋੜ ਲਿਆ, ਜਿੰਨੇ ਪੈਸੇ ਆਏ ਉਹ ਜੋੜੀ ਗਏ 10% ਕਰਕੇ ਉਹ ਮੇਰੇ ਕੋਲ 4-5 ਲੱਖ ਰੁਪਏ ਇਕੱਠਾ ਹੋ ਗਿਆ। ਆਈ ਵਾਜ਼ ਲਾਈਕ ਮੈਂ ਕਮਾਲ ਹੈ ਯਾਰ, ਅੱਜ ਤੱਕ ਕਦੇ ਪੈਸਾ ਨਹੀਂ ਜੋੜਿਆ ਸੀਗਾ। ਸੋ ਬਟ ਉਹ ਗੱਡੀਆਂ ਲੈਣ ਦਾ ਕਿਤੇ ਨਾ ਕਿਤੇ ਸ਼ੌਂਕ ਸੀਗਾ। ਸੋ ਮੈਂ ਨਾ ਲਾਅ ਆਫ ਅਟਰੈਕਸ਼ਨ ਬਾਰੇ ਵੀ ਸੁਣਿਆ ਸੀਗਾ, ਆਪਾਂ ਸੁਣਦੇ ਹਾਂ ਕਾਫੀ ਜਗ੍ਹਾ 'ਤੇ। ਅਤੇ ਇਹ ਬੜਾ ਮਤਲਬ ਮੇਰੇ ਵਾਸਤੇ ਇੱਕ ਬੜਾ ਐਕਸਾਈਟਿੰਗ ਜਿਹਾ ਐਕਸਪੀਰੀਅੰਸ ਸੀਗਾ। ਮੈਂ ਨਾ ਇੱਕ ਵੀਡੀਓ ਦੇਖ ਰਿਹਾ ਸੀਗਾ, ਐਂਡ ਵੀਡੀਓ 'ਚ ਬੰਦਾ ਕਹਿੰਦਾ ਕਿ ਮੈਂ ਨਾ ਆਪਣੇ WhatsApp ਗਰੁੱਪ ਦੇ ਉੱਤੇ ਜਿੰਨੇ ਮੇਰੇ ਗੋਲ ਸੀਗੇ, ਮੈਂ ਸਾਰੇ ਗੋਲਸ ਆਪਣੇ WhatsApp ਗਰੁੱਪ 'ਤੇ ਪਾਤੇ। ਐਂਡ ਉਹ ਮੇਰੇ ਹਰੇਕ ਸਕਸੈਸਫੁਲ ਹੋ ਗਏ। ਮਤਲਬ ਮੈਂ ਗੱਡੀ ਵੀ ਲੈ ਲਈ, ਘਰ ਵੀ ਲੈ ਲਿਆ, ਇੰਟਰਨੈਸ਼ਨਲ ਟੂਰਸ ਵੀ ਲਗਾ ਲਏ। ਆਈ ਵਾਜ਼ ਲਾਈਕ ਮੇਰੇ ਇੱਦਾਂ ਕਿੱਦਾਂ ਹੁੰਦਾ ਹੈ ਨਾ। ਮਤਲਬ ਮੈਨੂੰ ਵਿਜ਼ਨ ਬੋਰਡ ਬਾਰੇ ਨਹੀਂ ਪਤਾ ਸੀਗਾ ਕਿ ਵਿਜ਼ਨ ਬੋਰਡ ਕੀ ਹੁੰਦਾ ਹੈ, ਜਾਂ ਬਾਕੀ ਚੀਜ਼ਾਂ ਕਿੱਦਾਂ ਹੁੰਦੀਆਂ ਹੈ, ਕਿੱਦਾਂ ਆਪਾਂ ਕਿਸੇ ਚੀਜ਼ ਨੂੰ ਮੈਨੀਫੈਸਟ ਵੀ ਕਰ ਸਕਦੇ ਹਾਂ। ਸੋ ਉਹ ਬੜੀ ਮੈਂ ਕਿਹਾ ਚੱਲ ਟਰਾਈ ਕਰਕੇ ਦੇਖਦੇ ਹਾਂ। ਸੋ ਆਪਣਾ ਨਾ ਗਰੁੱਪ ਬਣਿਆ ਹੋਇਆ, ਹੋਮ ਗਰੁੱਪ ਹੈ ਮੇਰਾ, ਘਰ ਦੇ ਖਰਚਿਆਂ ਵਾਲਾ, ਜਿਹਦਾ ਨਾਮ ਹੈ ਹੋਮ ਐਕਸਪੈਂਸਿਸ। ਅਤੇ ਉਹ ਮੇਰੇ ਅਤੇ ਮੇਰੇ ਵਾਈਫ ਦਾ ਹੈ। ਸੋ ਮੈਂ ਕੀ ਕੀਤਾ, ਉਸ 'ਚ ਨਾ ਫੋਰਚੂਨਰ ਅਤੇ ਇਨੋਵਾ ਦੀ ਫੋਟੋ ਪਾਤੀ। ਮੇਰੇ ਕੋਲ ਕੋਈ ਬਜਟ ਨਹੀਂ, ਕੋਈ ਕੁਛ ਨਹੀਂ, ਬਸ ਆਪਾਂ ਫੋਟੋ ਪਾਤੀ ਕਿ ਕੋਈ ਨਹੀਂ, ਜਦ ਮਿਲਣੀ ਹੋਏਗੀ ਮਿਲ ਜਾਏਗੀ, ਬਸ ਆਪਾਂ ਫੋਟੋ ਪਾ ਕੇ ਛੱਡਤੀ, ਹੁਣ ਦੇਖਾਂਗੇ ਕਦ ਮਿਲਦੀ ਹੈ।
ਤੁਹਾਨੂੰ ਸਰਪ੍ਰਾਈਜ਼ ਹੋ ਜਾਓਗੇ, ਮੈਂ 2 ਅਪ੍ਰੈਲ ਨੂੰ ਪਾਈ ਸੀਗੀ ਪਿਛਲੇ ਸਾਲ ਫੋਟੋ, ਠੀਕ ਹੈ 24 ਦੇ ਵਿੱਚ, ਐਂਡ ਮੈਂ ਗਰੁੱਪ 'ਚ ਫੋਟੋ ਪਾਈ ਐਂਡ 6 ਜੂਨ ਨੂੰ ਮੇਰੇ ਕੋਲ ਫੋਰਚੂਨਰ ਅਤੇ ਇਨੋਵਾ ਦੋਨੋਂ ਸੀਗੀਆਂ 2 ਮਹੀਨੇ ਬਾਅਦ। ਆਈ ਵਾਜ਼ ਸਰਪ੍ਰਾਈਜ਼ਡ। ਔਰ ਉਹ ਬਣੀ ਕਿੱਦਾਂ ਵਿਦ, ਮਤਲਬ ਕੀ ਹੁੰਦਾ ਹੈ ਕਿ ਇੱਕ ਨਾ ਗੁਰਬਾਣੀ ਵੀ ਆਪਾਂ ਨੂੰ ਲੈਸਨ ਦਿੰਦੀ ਹੈ। ਆਪਾਂ ਇਤਿਹਾਸ ਸੁਣਦੇ ਹਾਂ ਕਿ ਹਾਂ ਵੀ ਗੁਰੂ ਸਾਹਿਬ ਕੋਲ ਜਦ ਸੰਗਤ ਆਈ ਸੀ, ਕਹਿੰਦੇ ਸੀਗੇ ਕਿ ਗੁਰੂ ਸਾਹਿਬ ਜੀ ਮੀਂਹ ਕਦ ਵਰਸੂਗਾ, ਅਤੇ ਗੁਰੂ ਸਾਹਿਬ ਕਹਿੰਦੇ ਕਿ ਤੁਸੀਂ ਛਾਤਾਂ ਲੈ ਕੇ ਨਹੀਂ ਆਏ, ਅਤੇ ਕਿੱਦਾਂ ਉਹ ਭਾਵਨਾ ਦੀ ਗੱਲ ਆ। ਸੋ ਜਿਹੜਾ ਬਿਲੀਵ ਸਿਸਟਮ ਹੁੰਦਾ ਨਾ, ਉਹ ਤੁਹਾਡਾ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ ਕਿ ਬਾਈ ਜਿਹੜੀ ਚੀਜ਼ ਤੁਸੀਂ ਸੋਚ ਲਈ ਹੈ ਉਹ ਹੋਣੀ ਹੀ ਹੋਣੀ ਹੈ। ਅਗਰ 1% ਵੀ ਡਾਊਟ ਆ ਗਿਆ ਨਾ, ਉਹ ਫਿਰ ਪ੍ਰੋਬਲਮ ਹੋ ਜਾਏਗੀ। ਸੋ ਵੀ ਮੈਂ ਤੁਹਾਨੂੰ ਫੋਰਚੂਨਰ ਵਾਲਾ ਸ਼ੇਅਰ ਕਰੂੰਗਾ ਐਕਸਪੀਰੀਅੰਸ ਕਿੱਦਾਂ ਸੀਗਾ। ਉਸ ਤੋਂ ਪਹਿਲਾਂ ਆਪਾਂ ਇਹਦੇ 'ਤੇ ਫੋਕਸ ਕਰਦੇ ਹਾਂ। ਜਿਹੜਾ ਤੁਸੀਂ ਆਪਣੀ ਲਾਇਬਿਲਿਟੀ, ਜਿਹਨੂੰ ਤੁਸੀਂ ਕਹਿ ਰਹੇ ਹੋ ਵੀ ਮੈਂ 1 ਲੱਖ ਤੋਂ 2 ਲੱਖ EMI 'ਤੇ ਆ ਗਿਆ, ਹੁਣ ਮੈਂ ਜਿਹੜਾ ਕਾਮਨ ਮੈਨ ਦੇ ਕੁਐਸਚਨ ਹੁੰਦੇ ਨਾ, ਮੇਰੇ ਕਾਮਨ ਮੈਨ ਦੇ ਕੁਐਸਚਨ ਇਹ ਵੈਦਰ ਮੈਨੂੰ ਜਿਹੜੀ ਬੈਂਕਸ ਮੈਨੂੰ ਲੋਨ ਕਰਨਗੀਆਂ ਉਹ ਬੇਸਡ ਔਨ ਮਾਈ ITR ਇਨਕਮ ਟੈਕਸ ਰਿਟਰਨ, ਜਾਂ ਮੇਰੀ ਮਤਲਬ ਕੋਈ ਮੈਂ ਉਹਦੇ ਅਗੇਂਸਟ ਕੁਛ ਗਰੰਟੀ ਕੋਲੈਟਰਲ ਬੋਲਦੇ ਹਾਂ, ਕੋਲੈਟਰਲ ਅਗਰ ਕੁਛ ਕਰਨਾ, ਕੋਈ ਪ੍ਰਾਪਰਟੀ ਹੈਗੀ ਹੈ ਜਾਂ ਕੁਛ ਵੀ ਉਹਦੇ ਲਈ ਕਰਨਾ ਪਏਗਾ, ਹੈ ਨਾ। ਉਹ ਚੀਜ਼ਾਂ ਤੁਸੀਂ ਮਤਲਬ ਐਜ਼ ਅ ਬੈਂਕਰ, ਬਿਕੋਜ਼ ਯੂ ਆਰ ਇਨਸਾਈਡ ਦੇਅਰ, ਹੈ ਨਾ, ਅਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਸਮਝਿਆ? ਮਤਲਬ ਇਹ ਜਿਹੜੇ ਭੁਲੇਖੇ ਨੇ ਕਿ ਮੈਂ ਵੀ ਅਗਰ ਮੈਂ ਕਾਰ ਅੱਜ ਲੈਣੀ ਹੈ, ਮੈਂ ਸੋਚੂੰਗਾ ਵੀ ਮੈਂ ਪਹਿਲਾਂ ITR ਵੱਡੀ ਕਰਾਂ, ਵੀ 8-10 ਲੱਖ ਦੀ ਰਿਟਰਨ ਫਾਈਲ ਕਰਾਂ ਮੈਂ, ਜਾਂ ਮੇਰੇ ਕੋਲ ਮਤਲਬ ਕੁਛ ਹੋਰ, ਮੇਰੇ ਕੋਲ ਡਾਊਨ ਪੇਮੈਂਟ ਇੰਨੀ ਮਿਨੀਮਮ ਹੋਵੇ, ਠੀਕ ਹੈ। ਅਤੇ ਤੁਸੀਂ ਹੋਰ ਕੀ ਕੀਤਾ? ਮਤਲਬ ਤੁਸੀਂ ਆਪਣੇ 2-3 ਟ੍ਰਿਕ ਦੱਸੇ ਨੇ, ਉਹਦੇ ਨਾਲ ਕੁਛ ਹੋਰ ਕੀਤਾ ਵੀ ਆਪਣੀ ITR ਐਕਸਪੈਂਡ ਕੀਤੀ, ਜਾਂ ਉਹਦੇ ਨਾਲ ਕੁਛ ਹੋਰ ਇਨਪੁਟ ਸੀਗੇ? ਬਿਲਕੁਲ। ਇਹਦੇ ਵਿੱਚ ਲੋਨਸ ਲੈਣ ਦੇ ਨਾ ਦੇਖੋ ਅਲੱਗ-ਅਲੱਗ ਤਰੀਕੇ ਹੁੰਦੇ ਆ। ਸਭ ਤੋਂ ਪਹਿਲਾਂ ਤੁਹਾਨੂੰ ਫਾਈਨੈਂਸ਼ੀਅਲਸ 'ਤੇ ਕੰਮ ਕਰਨਾ ਪੈਂਦਾ, ਕਿਉਂਕਿ ਫਾਈਨੈਂਸ਼ੀਅਲਸ ਇੱਦਾਂ ਦੀ ਚੀਜ਼ ਹੈ ਕਿ ਤੁਹਾਨੂੰ ਬੈਂਕ ਕਾਗਜ਼ਾਂ ਦੇ ਬੇਸਿਸ 'ਤੇ ਕਰੋੜਾਂ ਦਾ ਲੋਨ ਦੇ ਸਕਦਾ, ਠੀਕ ਹੈ। ਇੰਨੇ ਵੱਡੇ ਵੱਡੇ ਨੇ, ਕਰੋੜਾਂ ਦੇ, ਹਜ਼ਾਰ ਕਰੋੜ ਦੇ ਲੋਨ ਹੈਗੇ ਆ। ਉਹ ਕਿੱਦਾਂ ਮਿਲੇ? ਉਹ ਜਸਟ ਬਿਕੋਜ਼ ਆਫ ਪੇਪਰ। ਉਹਨਾਂ ਦੇ ਰੈਵਨਿਊ ਇੱਦਾਂ ਦਿਖਾਉਂਦੇ ਨੇ, ਪ੍ਰੋਫਿਟਸ ਇੱਦਾਂ ਦਿਖਾਉਂਦੇ ਨੇ, ITR ਇਸ ਤਰੀਕੇ ਨਾਲ ਭਰੀ ਜਾਂਦੀ ਹੈ ਕਿ ਬੈਂਕ ਤਿਆਰ ਹੈਗੇ ਬਾਈ ਤੁਸੀਂ ਲੋਨ ਲੈ ਲਓ, ਹੈ ਨਾ। ਬਾਕੀ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਯੂਜ਼ ਕਿੱਦਾਂ ਕਰਨਾ। ਅਗਰ ਤੁਹਾਡੀ ਇੰਟੈਂਸ਼ਨ ਸਹੀ ਹੈ, ਪ੍ਰੋਬਲਮ ਇਜ਼ ਦਿਸ, ਦੇਖੋ 2 ਟਾਈਪ ਦੇ ਲੋਨ ਹੁੰਦੇ ਆ, ਗੁੱਡ ਡੈਟ ਐਂਡ ਬੈਡ ਡੈਟ। ਅਗਰ ਤੁਹਾਨੂੰ ਪਤਾ ਹੈ ਕਿ ਤੁਸੀਂ ਡੈਟ ਲੈ ਕੇ ਉਸ 'ਚੋਂ ਕੈਸ਼ ਫਲੋ ਜਨਰੇਟ ਕਰ ਰਹੇ ਹੋ ਜਾਂ ਕੋਈ ਐਸੈਟ ਖਰੀਦ ਰਹੇ ਹੋ, ਉਹ ਅੱਛੀ ਚੀਜ਼ ਹੈ। ਬਟ ਅਗਰ ਤੁਸੀਂ ਲਾਈਫ ਸਟਾਈਲ ਵਾਸਤੇ ਲੈ ਰਹੇ ਹੋ ਨਾ, ਉਹ ਫਿਰ ਤੁਹਾਨੂੰ ਖਤਮ ਕਰ ਦੇਗੀ। ਸੋ ਡੈਫੀਨੇਟਲੀ ਉਹ ਲੋਨ ਮਹਿੰਗੇ ਹੋਣਗੇ ਕੰਪੈਰੇਟਿਵ ਟੂ ਜਿਹੜੇ ਵਰਥ ਕ੍ਰੀਏਟਿੰਗ ਡੈਟਸ। ਸੋ ਬੈਂਕਸ ਨੇ ਵੀ ਕਿਤੇ ਨਾ ਕਿਤੇ ਸਮਝਿਆ। ਦੇਖੋ ਮੈਂ ਫਾਈਨੈਂਸ਼ੀਅਲਸ 'ਤੇ ਕੰਮ ਕੀਤਾ ਸਭ ਤੋਂ ਪਹਿਲਾਂ, ਆਪਣੀ ITR 'ਤੇ। ਉਸ ਤੋਂ ਬਾਅਦ ਮੈਂ ਹੌਲੀ ਬੈਂਕਸ ਨੂੰ ਦਿਖਾਉਣਾ ਸ਼ੁਰੂ ਕੀਤਾ ਕਿ ਦੇਖੋ ਮੇਰੇ ਕੋਲ ਆਲਰੇਡੀ ਫਲੀਟ ਹੈਗੀ ਹੈ, ਮੈਂ ਬਿਜ਼ਨਸ ਕਰ ਰਿਹਾ, ਮੈਨੂੰ ਹੋਰ ਐਕਸਪੈਂਡ ਕਰਨ ਵਾਸਤੇ ਪੈਸਾ ਚਾਹੀਦਾ, ਸੋ ਕਰੋ। ਔਰ ਉਹਨਾਂ ਨੇ ਕੌਨਫੀਡੈਂਟਲੀ ਦਿੱਤਾ ਵੀ ਕਿ ਹਾਂ ਵੀ ਤੁਸੀਂ ਕਰੋ, ਵੀ ਆਰ ਵਿਦ ਯੂ। ਸੋ ਉਸ ਤਰੀਕੇ ਨਾਲ ਇੱਕ ਜਰਨੀ ਚੱਲਦੀ ਰਹੀ। ਪਹਿਲਾਂ ਮੈਨੂੰ ਵੀ ਬੜਾ ਡਾਊਟ ਹੁੰਦਾ ਸੀ, ਮੈਂ ਕਿਹਾ ਯਾਰ ਗੱਡੀ ਮੈਂ ਕਿੱਦਾਂ ਲਵਾਂਗਾ, ਮੇਰੀ ਤਾਂ ਐਲੀਜੀਬਿਲਟੀ ਨਹੀਂ ਬਣਦੀ, ਹੈ ਨਾ। ਬਟ ਕਿਤੇ ਨਾ ਕਿਤੇ ਬੈਂਕਸ ਵੀ ਟਰਸਟ ਕਰਦੇ ਆ ਜਦ ਤੁਸੀਂ ਉਹਨਾਂ ਨੂੰ ਪ੍ਰੋਪਰ ਦਿਖਾਉਂਦੇ ਹੋ ਕਿ ਵੀ ਆਰ ਆਲਰੇਡੀ ਇਨ ਦ ਬਿਜ਼ਨਸ। ਸੋ ਇਹ ਚੀਜ਼ ਹੁੰਦੀ ਹੈ। ਐਂਡ ਉਸ ਤੋਂ ਬਾਅਦ ਕੋਲੈਟਰਲ ਦੀ ਜਦ ਆਪਾਂ ਗੱਲ ਕਰਦੇ ਹਾਂ, ਉਹ ਬੇਸਿਕਲੀ ਕੀ ਹੈ, ਜਿੱਦਾਂ ਲੋਨ ਅਗੇਂਸ ਆਪਣਾ ਪ੍ਰੋਪਰਟੀ ਹੋ ਗਿਆ ਜਾਂ ਉਹ ਚੀਜ਼ਾਂ, ਤਾਂ ਵੀ ਬੈਂਕ ਤੁਹਾਡੀ ਐਲੀਜੀਬਿਲਟੀ ਦੇਖੇਗਾ, ਠੀਕ ਹੈ। ਲੋਨ ਲੈਣ ਦੇ ਨਾ ਬੇਸਿਕਲੀ ਕ੍ਰਾਈਟੀਰੀਆਜ਼ ਹੁੰਦੇ ਆ। ਸਭ ਤੋਂ ਪਹਿਲਾਂ ਐਲੀਜੀਬਿਲਟੀ, ਠੀਕ ਹੈ। ਉਸ ਤੋਂ ਬਾਅਦ ਬੈਂਕ ਦੇਖਦਾ ਕਿ ਹਾਂ ਵੀ ਪ੍ਰੋਪਰਟੀ ਦੀ ਕਿੰਨੀ ਵੈਲਿਊ ਹੈ, ਇਹ ਸਾਰੀ ਚੀਜ਼ਾਂ, ਲੀਗਲ, ਟੈਕਨੀਕਲ, ਕਾਫੀ ਐਸਪੈਕਟ ਹੁੰਦੇ ਨੇ ਜਿਹੜੇ ਬੈਂਕ ਦੇਖਦਾ। ਸੋ ਇਸੇ ਤਰੀਕੇ ਨਾਲ ਸਾਰਾ ਕਾਊਂਟ ਹੁੰਦਾ ਸਿਸਟਮ। ਬਹੁਤ ਡਿਟੇਲ 'ਚ ਮੈਂ ਟਰਾਈ ਕੀਤਾ ਹੈ ਇਹਨਾਂ ਚੀਜ਼ਾਂ ਨੂੰ ਕਵਰ ਕਰਨ, ਬਿਕੋਜ਼ ਇਹ ਚੀਜ਼ਾਂ ਬਹੁਤ ਸਾਰੇ, ਮੈਂ ਥੋੜ੍ਹਾ ਮਾਰਕੀਟ 'ਚ ਘੁੰਮਦਾ ਹਾਂ, ਜਿਸ ਤਰ੍ਹਾਂ ਦਾ ਮੈਨੂੰ ਫੀਡਬੈਕ ਮਿਲਦਾ ਆ ਲੋਕਾਂ ਨੇ ਨਾ, ਜਿਹੜੇ ਤੁਸੀਂ ਤਾਂ ਯੰਗ ਹੋ, ਜਿਹੜੇ 40s 'ਚ ਨੇ ਨਾ ਅੱਜ ਕੱਲ੍ਹ, ਉਹ ਸਾਰਿਆਂ ਨੂੰ ਬਿਗਨਿੰਗ 'ਚ ਨਾ, ਮੈਂ ਉਹ 2000 ਜਿਹੜਾ ਫਸਟ ਡੈਕੇਡ ਸੀਗਾ, ਹੈ ਨਾ, 2000 ਤੋਂ 2010 ਵਿੱਚ ਬੈਂਕਾਂ ਨੇ, ਜਿਹਨੂੰ ਪੰਜਾਬੀ 'ਚ ਕਹਿੰਦੇ ਅੰਨ੍ਹੇਵਾਹ ਲੋਨ ਵੰਡੇ ਨੇ। ਸਭ ਤੋਂ ਪਹਿਲਾਂ ਸੀ ਸਿਟੀ ਬੈਂਕ, ਠੀਕ ਹੈ, ਅਤੇ ਉਸ ਤੋਂ ਬਾਅਦ ਤਾਂ ਫਿਰ ਬੈਂਕਾਂ ਦਾ ਵੀ ਮੀਂਹ ਆਇਆ, ਅਤੇ ਅੱਜ ਇੰਡੀਆ 'ਚ ਆਲਮੋਸਟ 200 ਬੈਂਕ ਨੇ ਜਿਹੜੀਆਂ ਲੋਨ ਕਰ ਸਕਦੀਆਂ ਨੇ, ਠੀਕ ਹੈ। ਅਤੇ ਉਸ ਸੈਗਮੈਂਟ 'ਚ ਨਾ ਜਿਨ੍ਹਾਂ ਲੋਕਾਂ ਨੇ ਲੋਨ ਲਏ, ਕਿਉਂਕਿ ਉਦੋਂ ਕ੍ਰੈਡਿਟ ਸਕੋਰ ਨਹੀਂ ਸੀਗਾ, ਅਤੇ ਬੈਂਕਾਂ ਨੇ ਲੋਨ ਵੰਡੇ। ਉਸ ਤੋਂ ਬਾਅਦ ਜਿਨ੍ਹਾਂ ਨੇ ਵੀ ਐਨੀ ਹਾਓ ਜੋ ਵੀ ਸਿਚੁਏਸ਼ਨ ਸੀਗੀ, ਕੁਛ ਨੇ ਆਪਣਾ ਕ੍ਰੈਡਿਟ ਸਕੋਰ, ਸਿਚੁਏਸ਼ਨਾਂ ਸੀਗੀਆਂ ਨਹੀਂ ਪੇ ਕਰ ਪਾਏ, ਹੈ ਨਾ, ਰੀਪੇ ਨਹੀਂ ਹੋਈਆਂ, ਕ੍ਰੈਡਿਟ ਸਕੋਰ ਡਾਊਨ ਹੋ ਗਿਆ। ਉਹ ਸੈਗਮੈਂਟ ਨਾ ਬਹੁਤ ਵੱਡਾ ਆ। ਬਿਲਕੁਲ, ਆਈ ਫੀਲ ਤੁਸੀਂ ਬੈਂਕਿੰਗ 'ਚ ਰਹੇ ਹੋ, ਤੁਹਾਨੂੰ ਵੀ ਪਤਾ ਹੀ ਆ, ਹੈ ਨਾ। ਅਤੇ ਉਹ ਲੋਕ
ਮੈਂ ਦੇਖਦਾ ਇੱਦਾਂ ਦੀਆਂ ਸਰਚ ਟਰਮ ਮੇਰਾ ਥੋੜ੍ਹਾ ਜਿਹਾ ਇੰਟਰਸਟ ਜ਼ਿਆਦਾ ਰਹਿੰਦਾ ਹੈ ਬਿਕੋਜ਼ ਮੇਰੀ IT ਨਾਲ ਥੋੜ੍ਹਾ ਜਿਹਾ ਕਨੈਕਸ਼ਨ ਹੈ ਨਾ, ਅਤੇ ਇੱਦਾਂ ਦੀ ਸਰਚ ਟਰਮ ਬਹੁਤ ਜ਼ਿਆਦਾ ਹੁੰਦੀਆਂ ਨੇ ਕਿ ਲੋ ਕ੍ਰੈਡਿਟ ਸਕੋਰ 'ਤੇ ਕਿਸ ਤਰ੍ਹਾਂ ਲੋਨ ਲਿਆ ਜਾਵੇ। ਸਰ ਦੇਖੋ, ਸਭ ਤੋਂ ਪਹਿਲਾਂ ਨਾ ਤੁਹਾਨੂੰ ਆਪਣੇ ਸਿਬਲ ਨੂੰ ਸਮਝਣਾ ਪਏਗਾ। ਹਾਂਜੀ, ਕਿਉਂਕਿ ਪ੍ਰੋਬਲਮ ਕੀ ਹੈ, ਲੋਕੀ ਨਾ ਸਿਬਲ ਨੂੰ ਨਹੀਂ ਸਮਝਦੇ। ਔਰ ਸਿਬਲ ਇੱਕ ਇੱਦਾਂ ਦੀ ਚੀਜ਼ ਹੈ, ਕ੍ਰੈਡਿਟ ਸਕੋਰ ਇੱਦਾਂ ਦੀ ਚੀਜ਼ ਹੈ, ਤੁਸੀਂ ਜਿੰਨੇ ਮਰਜ਼ੀ ਵੱਡੇ ਲੋਨਸ ਲੈ ਲਓ, ਔਰ ਬੇਸਿਕਲੀ ਇੱਕ ਇਟ ਇਜ਼ ਅ ਸਿਸਟਮ ਜਿੱਥੇ ਬੈਂਕ ਤੁਹਾਨੂੰ ਟਰਸਟ ਕਰਦਾ ਹੈ ਨਾ, ਉਸੇ ਦੇਖਦਾ ਹੈ ਵਾਟ ਇਜ਼ ਯਰ ਸਕੋਰ, ਪਹਿਲਾਂ ਤੁਸੀਂ ਕਿੱਥੋਂ ਲੋਨ ਲਿਆ ਸੀਗਾ, ਟਾਈਮ 'ਤੇ ਪੇ ਕੀਤਾ ਸੀ ਨਹੀਂ ਕੀਤਾ ਸੀ, ਜਾਂ ਕਿੰਨੇ ਡਿਲੇਜ਼ ਹੈ। ਲੋਕੀ ਕੀ ਕਰਦੇ ਆ, ਸੈਟਲਮੈਂਟਸ ਕਰ ਲੈਂਦੇ ਆ, ਉਹ ਸੈਟਲਮੈਂਟ ਨਾ ਪੂਰੀ ਲਾਈਫ ਦਿਖਦੀ ਹੈ। ਔਰ ਲੋਕੀ ਕਹਿੰਦੇ ਨੇ ਨਹੀਂ ਅਸੀਂ ਤਾਂ ਸੈਟਲਮੈਂਟ ਕਰ ਲਈ ਫਿਰ ਵੀ ਸਾਨੂੰ ਲੋਨ ਮਿਲਦਾ ਹੈ। ਪਰ ਤੁਸੀਂ ਦੇਖੋ ਲੋਨ ਕਿਹੜਾ ਮਿਲਦਾ ਹੈ, ਸਿਰਫ ਕੰਜ਼ਿਊਮਰ ਲੋਨ, ਮੋਬਾਈਲ ਦਾ ਮਿਲ ਜਾਏਗਾ, ਕੋਈ TV ਦਾ ਮਿਲ ਜਾਏਗਾ, ਪਰ ਉਸ ਤੋਂ ਵੱਡਾ ਤਾਂ ਨਹੀਂ ਲੈ ਸਕਦੇ ਨਾ। ਜਦ ਤੁਸੀਂ ਪ੍ਰੋਪਰਟੀ ਲੈਣੀ ਹੈ, ਤੁਸੀਂ ਅਗਰ ਕੋਈ ਸੈਟਲਮੈਂਟ ਕੀਤੀ ਹੈ ਜਾਂ ਰਿਟਰਨ ਆਫ ਕੀਤਾ ਹੋਇਆ ਪਿਛਲੇ ਲੋਨਸ ਨੂੰ, ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਬੈਂਕ ਤੁਹਾਨੂੰ ਲੋਨ ਦੇਗਾ। ਸੋ ਸਭ ਤੋਂ ਪਹਿਲਾਂ ਸਿਬਲ ਸਕੋਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਬਿਕੋਜ਼ ਜਿੰਨਾ ਜ਼ਿਆਦਾ ਅਸੀਂ ਯੰਗ ਆ ਨਾ, ਸਾਡੇ ਕੋਲ ਟਾਈਮ ਪੀਰੀਅਡ ਹੈ। ਅੱਜ ਮੈਂ 30 ਸਾਲ ਦਾ ਹਾਂ, ਮੈਂ 30 ਸਾਲ ਦਾ ਹੋਮ ਲੋਨ ਵੀ ਲੈ ਸਕਦਾ 30 years, ਔਰ ਮੇਰੀ ਐਲੀਜੀਬਿਲਿਟੀ ਬਹੁਤ ਜ਼ਿਆਦਾ ਵੱਧ ਜਾਏਗੀ। ਬਿਲਕੁਲ, ਤੁਹਾਡੀ EMI ਘੱਟ ਬਣੇਗੀ, ਟੈਨਿਓਰ ਵੱਡਾ ਹੋ ਗਿਆ, ਮੈਂ ਜਿੰਨੀ ਮਰਜ਼ੀ ਪ੍ਰਾਪਰਟੀ ਲੈ ਸਕਦਾ, ਕਰੋੜ ਦੀ ਵੀ ਲੈ ਸਕਦਾ, 2 ਕਰੋੜ ਦੀ ਵੀ ਲੈ ਸਕਦਾ, ਅਕੋਰਡਿੰਗ ਟੂ ਮਾਈ ਐਲੀਜੀਬਿਲਿਟੀ, ਹੈ ਨਾ। ਸੋ ਇਹ ਚੀਜ਼ ਆ, ਲੋਕੀ ਇਸ ਚੀਜ਼ ਨੂੰ ਸਮਝਦੇ ਨਹੀਂ, ਪਰ ਇਹ ਬਹੁਤ ਵਧੀਆ ਚੀਜ਼ ਆ। ਔਰ ਕੀ ਹੈ ਕਿ ਇੱਕ ਨਾ ਮੈਂ ਰੀਸੈਂਟਲੀ ਵੀਡੀਓ ਵੀ ਪਾਈ ਸੀਗੀ ਰਿਡਿਊਸਿੰਗ ਤੇ ਕੰਪਾਊਂਡਿੰਗ ਤੇ। ਜਿਹੜੇ ਲੋਨ ਹੁੰਦੇ ਨੇ ਨਾ, ਉਹ ਰਿਡਿਊਸਿੰਗ ਫਾਰਮ 'ਚ ਹੁੰਦੇ ਨੇ, ਲੋਕੀ ਇਸ ਚੀਜ਼ ਨੂੰ ਸਮਝਦੇ ਨਹੀਂ। ਰਿਡਿਊਸਿੰਗ ਕਿੱਦਾਂ, ਕਹਿ ਲਓ ਆਪਾਂ ਤੁਸੀਂ ₹1,00,000 ਦਾ ਲੋਨ ਲਿਆ, ਜਿੱਦਾਂ ਤੁਹਾਡਾ ਲੋਨ ਅਮਾਊਂਟ ਘਟਦਾ ਰਹੇਗਾ ਉਹਦੇ ਉੱਪਰ ਹੀ ਵਿਆਜ ਲੱਗੇਗਾ ਜੀ। ਹੁਣ ਤੁਸੀਂ ਗੋਲਡ ਲੋਨ ਲੈ ਲਓ, ਗੋਲਡ ਲੋਨ ਕਹਿ ਲਓ, ਤੁਸੀਂ ₹1,00,000 ਦਾ ਗੋਲਡ ਲੋਨ ਲਿਆ, ਤੁਸੀਂ 10,000 ਪੇ ਕਰਤਾ, ਹੁਣ ਤੁਹਾਨੂੰ ਇੰਟਰਸਟ 90,000 ਦਾ ਪਏਗਾ, ਤੁਹਾਨੂੰ 1,00,000 ਤੇ ਇੰਟਰਸਟ ਨਹੀਂ ਪਏਗਾ। ਲੋਕੀ ਇਸ ਚੀਜ਼ ਨੂੰ ਸਮਝਦੇ ਨਹੀਂ। ਸਿਬਲ ਸਕੋਰ ਤੇ ਦੇਖੋ ਲੋਕਾਂ ਨੂੰ ਸਮਝਣਾ ਪਏਗਾ, ਅਦਰਵਾਈਜ਼ ਤਾਂ ਤੁਸੀਂ ਬੈਂਕਸ ਤੋਂ ਨਹੀਂ ਆਪਣੇ ਆਪ ਨੂੰ ਗਰੋ ਨਹੀਂ ਕਰ ਸਕਦੇ। ਅਗਰ ਤੁਸੀਂ ਆਪਣੇ ਆਪ ਨੂੰ ਗਰੋ ਕਰਨਾ ਹੈ, ਲੀਵਰੇਜ ਲੈਣੀ ਪਏਗੀ, ਬਟ ਲੀਵਰੇਜ ਵੀ ਇੱਕ ਸਹੀ ਤਰੀਕੇ ਨਾਲ ਲੈਣੀ ਪਏਗੀ ਸੋ ਦੈਟ ਕਿ ਤੁਹਾਡਾ ਸਿਸਟਮ ਵੀ ਖਰਾਬ ਨਾ ਹੋਏ ਐਂਡ ਤੁਸੀਂ ਆਪਣੇ ਐਸੈਟਸ ਵੀ ਬਣਾ ਸਕੋ। ਠੀਕ ਹੈ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਅਸੀਂ ਚੰਡੀਗੜ੍ਹ ਦੇ ਵਿੱਚ 22 ਸੈਕਟਰ 'ਚ ਥੱਲੇ ਵਾਲਾ ਫਲੋਰ ਲਿਆ ਸੀਗਾ ₹17 ਲੱਖ ਦਾ 2004 ਦੇ ਵਿੱਚ। ਠੀਕ ਹੈ, ਉਹ ਸੇਮ ਪ੍ਰੋਪਰਟੀ ਐਪਰੀਸ਼ੀਏਟ ਕਰਦੀ ਰਹੀ, 40 ਦੀ ਹੋ ਗਈ, 60 ਦੀ ਹੋ ਗਈ, 80 ਦੀ ਹੋ ਗਈ। ਠੀਕ ਹੈ, ਅੱਜ ਦੀ ਡੇਟ 'ਚੋਂ ਅਰਾਊਂਡ ₹1.5 ਕਰੋੜ ਦਾ ਉਹ ਹੈ। ਹੁਣ ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ, ਆਪਾਂ ਲੋਨ ਲਿਆ ਸੀਗਾ ਸਿਰਫ ₹10 ਲੱਖ ਦਾ, ₹10 ਲੱਖ ਦੀ 10,000 ਕਿਸ਼ਤ ਬਣੀ ਸੀ, ਉਹ ਅੱਜ ਜਾ ਕੇ ਖਤਮ ਹੋਇਆ ਸਾਡਾ ਲੋਨ। ₹10,000 ਕੀ ਹੈ ਅੱਜ ਦੀ ਡੇਟ 'ਚ, ਜਾਂ 10 ਲੱਖ ਦਾ ਲੋਨ ਕੀ ਹੈ ਅੱਜ ਦੀ ਡੇਟ 'ਚ। ਬਟ ਮੈਨੂੰ ਤੁਸੀਂ ਦੇਖੋ ਕਿ ਲੀਵਰੇਜ ਲੈਣ ਦਾ ਮੌਕਾ ਮਿਲ ਗਿਆ। 17 ਲੱਖ ਦੀ ਪ੍ਰੋਪਰਟੀ ਮੈਂ ਆਪਣੇ ਵੱਲੋਂ ਸਿਰਫ ਦਿੱਤਾ ₹7 ਲੱਖ, ਰੈਸਟ ਇਜ਼ ਲੋਨ। ਔਰ ਮੈਨੂੰ ਜਿਹੜੀ ਐਪਰੀਸ਼ੀਏਸ਼ਨ ਮਿਲਣੀ ਹੈ ਪ੍ਰੋਪਰਟੀ ਦੀ, ਉਹ ਫੁੱਲ ਅਮਾਊਂਟ 'ਤੇ ਮਿਲਣੀ ਹੈ। ਲੋਕੀ ਇਸ ਚੀਜ਼ ਨੂੰ ਨਹੀਂ ਸਮਝਦੇ। ਉਸ ਪ੍ਰੋਪਰਟੀ ਦੀ ਅੱਜ ਵਰਥ, ਹਾਂ, ਉਹਦੀ ਵੈਲਿਊ ਵਧੇਗੀ। ਹੁਣ ਆਪਾਂ ਕੋਈ ਲੋਨ ਲੈਣੇ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜੇ ਤੁਸੀਂ ₹1 ਕਰੋੜ ਦਾ ਘਰ ਲੈ ਰਹੇ ਹੋ, ਤੁਸੀਂ ਆਪਣੇ ਵੱਲੋਂ ₹20 ਲੱਖ ਡਾਊਨ ਪੇਮੈਂਟ ਦਿੱਤੀ, ਪਰ ਜਿਹੜੀ ਤੁਹਾਡੀ ਪ੍ਰੋਪਰਟੀ 9-10% ਤੇ ਐਪਰੀਸ਼ੀਏਟ ਕਰੇਗੀ, ਉਹ ਪੂਰੇ 1 ਕਰੋੜ ਤੇ ਕਰੇਗੀ। ਉਹ ਇੱਦਾਂ ਨਹੀਂ ਹੋਏਗਾ ਕਿ ਹਾਂ ਵੀ ਤੁਹਾਡਾ ₹20 ਲੱਖ ਐਪਰੀਸ਼ੀਏਟ ਕਰੇਗਾ। ਦੈਟ ਇਜ਼ ਹਾਊ ਦ ਰਿਚ ਇਜ਼ ਗੈਟਿੰਗ ਰਿਚਰ। ਜਿਹੜੀ ਵੈਲਥ ਕ੍ਰੀਏਸ਼ਨ ਹੈ ਉੱਧਰ ਜਾਣ ਤੋਂ ਪਹਿਲਾਂ ਨਾ, ਬਿਕੋਜ਼ ਤੁਸੀਂ ਸਾਫ ਸੂਰਤ ਤੋਂ ਟਰਬਨ ਵੇਅਰਿੰਗ ਹੋ ਨਾ, ਅਤੇ ਗੁਰਬਾਣੀ ਵੀ ਪੜ੍ਹਦੇ ਹੋ। ਮੈਂ ਤੁਹਾਡੀ ਰੀਸੈਂਟ ਵੀਡੀਓ ਤੁਸੀਂ ਸਹਿਜ ਪਾਠ 'ਤੇ ਵੀ ਕਰਦੇ ਹੋ। ਮੈਂ ਇਸ ਲਈ ਇਹ ਗੱਲ ਛੇੜ ਰਿਹਾ ਹਾਂ, ਮੈਂ ਹੋਰ ਵੀ ਕਈ ਦੋਸਤਾਂ ਨਾਲ, ਸੂਝਵਾਨ ਜਿਹੜੇ ਗੈਸਟ ਆਉਂਦੇ ਆ ਉਹਨਾਂ ਨਾਲ ਗੱਲ ਕਰਦਾ ਹੁੰਦਾ ਕਿ ਮੈਂ ਬਹੁਤ ਡਿਟੇਲ 'ਚ ਨਹੀਂ ਜਾਊਂਗਾ, ਬਟ ਸਟਿਲ ਸਾਨੂੰ ਰਿਲੀਜੀਅਸ, ਬਿਕੋਜ਼ ਅਸੀਂ ਦਿਖਦੇ ਇੱਦਾਂ ਹਾਂ, ਹੈ ਨਾ, ਅਸੀਂ ਰਿਲੀਜੀਅਸ ਪਰਸਪੈਕਟਿਵ ਤੋਂ ਜਦੋਂ ਦਿਖਦੇ ਹਾਂ, ਉਦੋਂ ਮਨੀ, ਵੈਲਥ ਕ੍ਰੀਏਟਿੰਗ ਜਾਂ ਮਤਲਬ ਇਹ ਧਨ ਜੋੜਨਾ ਜਿਹੜਾ ਹੈਗਾ, ਹਾਂ, ਕੰਪਾਊਂਡਿੰਗ ਜਿਹਨੂੰ ਟਰਮ 'ਚ ਕਹਿੰਦੇ ਕੁਛ ਵੀ, ਉਹ ਸਾਨੂੰ ਧਰਮ ਤੋਂ ਜਾਂ ਰਿਲੀਜੀਅਸ ਪਰਸਪੈਕਟਿਵ ਤੋਂ ਕੀ ਸਮਝਾਉਂਦਾ ਆ ਧਰਮ ਸਾਡਾ। ਤੁਹਾਡਾ ਤੁਸੀਂ ਕੁਛ ਨੈਰੇਟਿਵ ਇਹਦੇ ਲਈ ਕ੍ਰੀਏਟ ਕੀਤਾ ਖੁਦ, ਬਿਕੋਜ਼ ਤੁਸੀਂ ਪਾਠ ਕਰਦੇ ਹੋ, ਮੈਂ ਇਸ ਲਈ ਪੁੱਛ ਰਿਹਾ। ਮੈਂ ਤੁਹਾਨੂੰ ਦੱਸਦਾ, ਬੇਸਿਕਲੀ ਨਾ ਗੁਰਬਾਣੀ ਸਾਨੂੰ ਕੀ ਦੱਸਦੀ ਹੈ, ਜਿੱਦਾਂ ਜੈਸੇ ਜਲ ਮੇ ਕਮਲ ਅਲੇਪ, ਹੈ ਨਾ, ਮਤਲਬ ਜਲ ਹੈ, ਚਿੱਕੜ ਹੈ, ਪਰ ਕਮਲ ਆਪਣੇ ਆਪ ਨੂੰ ਅਲੱਗ ਰੱਖਦਾ। ਬਟ ਸੇਮ ਕੰਸੈਪਟ ਆ ਕਿ ਆਪਾਂ ਮਾਇਆ 'ਚ ਰਹਿਣਾ, ਬਸ ਆਪਣੇ ਕੱਪੜੇ ਬਚਾ ਕੇ ਰੱਖਣੇ। ਸੋ ਦਿਸ ਇਜ਼ ਅ ਕੰਸੈਪਟ ਕਿ ਆਪਾਂ ਮਾਇਆ ਵੀ ਕਮਾਉਣੀ ਆ, ਆਪਾਂ ਘਰ ਗ੍ਰਸਤੀ ਵੀ ਦੇਖਣੀ ਆ, ਬਟ ਆਪਾਂ ਗੁਰੂ ਨਾਲ ਵੀ ਜੁੜੇ ਰਹਿਣਾ। ਬਟ ਉਹਦੇ ਵਿੱਚ ਜਿਹੜੀ ਸਾਡੀ ਕਮਾਈ ਹੋਣੀ ਚਾਹੀਦੀ ਆ, ਉਹ ਸੱਚੀ ਹੋਣੀ ਚਾਹੀਦੀ ਹੈ। ਇੱਦਾਂ ਨਾ ਹੋਵੇ ਕਿ ਹਾਂ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਤੁਸੀਂ ਪੈਸਾ ਕਮਾਓ, ਜਿੰਨਾ ਮਰਜ਼ੀ ਕਮਾਓ, ਬਟ ਤੁਹਾਡੇ ਮਾਈਂਡ 'ਤੇ ਨਾ ਚੜੇ। ਕਿਉਂਕਿ ਗੁਰਬਾਣੀ ਕੀ ਕਹਿੰਦੀ ਹੈ, ਅਗਰ ਤੁਸੀਂ ਕਹਿ ਲਓ
ਕਾਫੀ ਪੰਕਤੀਆਂ ਆਉਂਦੀਆਂ, ਸਰਪ ਜੋਨ ਵਲ ਵਲ ਉਤਰੇ, ਆਪਾਂ ਇਹ ਪੰਕਤੀ ਸੁਣਦੇ ਹਾਂ ਕਿ ਜੇ ਕੋਈ ਮਾਇਆ ਪਿੱਛੇ ਭੱਜਦਾ ਹੈ ਨਾ, ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ, ਸਰਪ ਜੋਨ ਵਲ ਵਲ ਉਤਰੇ। ਗੁਰਬਾਣੀ ਕਹਿੰਦੀ ਕਿ ਉਹ ਸੱਪ ਦੀ ਜੂਨ 'ਚ ਜਾਂਦਾ। ਸੋ ਇੱਦਾਂ ਦੀ ਬਹੁਤ ਐਗਜ਼ਾਮਪਲਸ ਆਉਂਦੀਆਂ ਨੇ, ਹੈ ਨਾ। ਅਤੇ ਉਹ ਇਸੇ ਕਰਕੇ ਆਉਂਦੀਆਂ ਕਿ ਗੁਰਬਾਣੀ ਸਾਨੂੰ ਸਮਝਾਉਣਾ ਚਾਹੁੰਦੀ ਹੈ ਕਿ ਆਪਣੇ ਦਿਮਾਗ 'ਤੇ ਨਾ ਚੜਾ ਲਿਓ ਉਹਦਾ ਫਤੂਰ, ਠੀਕ ਹੈ, ਤੁਸੀਂ ਕਰਨੀਆਂ ਨੇ, ਬਟ ਉਹਨੂੰ ਬੈਲੈਂਸ ਨਿਰਲੇਪ ਰਹਿ ਕੇ, ਨਿਰਲੇਪ ਰਹਿ ਕੇ ਤੁਸੀਂ ਕਿਸ ਤਰ੍ਹਾਂ ਇਹ ਸਾਰੀਆਂ ਡਿਊਟੀਆਂ ਕਰਨੀਆਂ ਨੇ। ਡਿਊਟੀਆਂ ਵੀ ਕਰਨੀਆਂ, ਬੱਚੇ ਵੀ ਪਾਲਣੇ ਆ, ਸਭ ਕੁਝ ਕਰਨਾ। ਮੈਂ ਇਸ ਲਈ ਇਹ ਛੇੜਿਆ ਸੀਗਾ ਬਿਕੋਜ਼ ਨਾ ਮੈਂ ਫੀਲ ਕਰਦਾ ਨਾਟ ਓਨਲੀ ਸਿੱਖਿਜ਼ਮ, ਸਾਡੇ ਓਵਰਆਲ ਹੀ ਇੰਡੀਆ 'ਚ ਜਾਂ ਚਾਹੇ ਹਿੰਦੂਇਜ਼ਮ 'ਚ ਵੀ ਹੈ ਨਾ। ਹਾਲਾਂਕਿ ਅਸੀਂ ਅੱਜ ਅਗਰ ਅੰਬਾਨੀਜ਼ ਨੂੰ ਦੇਖੀਏ, ਉਹ ਵੀ ਇੰਡੀਅਨ ਨੇ ਔਰ ਵਰਲਡ ਦੇ ਰਿਚੈਸਟ ਪਰਸਨ ਨੇ ਉਹ, ਹੈ ਨਾ। ਪਰ ਸਾਨੂੰ ਜਦੋਂ ਅਸੀਂ ਪੈਸੇ ਦੀ ਗੱਲ ਕਰਦੇ ਹਾਂ ਨਾ, ਉਹਨੂੰ ਸਿਨ ਨਾਲ ਜਾਂ ਉਹਦੇ ਨਾਲ ਜੋੜ ਦਿੱਤਾ ਜਾਂਦਾ ਵੀ ਇਹ ਲਾਲਚ, ਲੋਭ ਅਤੇ ਮਤਲਬ ਜਿਹਨੂੰ ਕਹਿ ਲਓ ਨਾ ਵੀ ਇਹਨੂੰ ਤਿਆਗ ਵਾਲੀ ਚੀਜ਼ ਦੱਸਿਆ ਜਾਂਦਾ ਕਿ ਪੈਸਾ ਬੁਰੀ ਚੀਜ਼ ਹੈ, 2 ਨੰਬਰ ਦੇ ਕਮਾਈ ਨਾਲ ਕਮਾਇਆ ਜਾਂਦਾ ਹੈ। ਤਾਂ ਮੈਂ ਇਹ ਕੋਸ਼ਿਸ਼ ਕਰ ਰਿਹਾ ਵੀ ਇਹ ਨੈਰੇਟਿਵ ਅਸੀਂ ਸਾਫ਼ ਕਰੀਏ। ਮੇਰਾ ਇੱਕ ਨਾ ਪੋਡਕਾਸਟਰ ਨੇ, ਸ਼ਾਇਦ ਮੈਂ ਉਹਨਾਂ ਦਾ ਨਾਮ ਬਾਅਦ ਵਿੱਚ ਦੇ ਦਾਂਗਾ, ਮੈਨੂੰ ਸਰਚ ਕਰਨਾ ਪਏ, ਮੈਂ ਉਹਨਾਂ ਦੀ ਪੋਡਕਾਸਟ ਰੈਗੂਲਰਲੀ ਸੁਣਦਾ, ਕਈ ਵਾਰ ਨਾਮ ਸਕਿਪ ਕਰ ਜਾਂਦਾ। ਉਹਨਾਂ ਨੇ ਕਿਹਾ, ਬੜੀ ਪਿਆਰੀ ਗੱਲ ਹੈ ਉਹ, ਵਰਲਡ ਦੇ ਟਾਪ ਰਿਚੈਸਟ ਜਿਹੜੇ 100 ਇੰਡੀਅਨ ਰਿਚੈਸਟ ਫਿਊਚਰਿਸਟ ਹੋਣਗੇ ਜਿਹੜੇ ਨਾ, ਉਹ ਸਿੱਖਾਂ 'ਚੋਂ ਨਿਕਲਣਗੇ। ਉਹਦੀ ਜਿਹੜੀ ਕਲੈਰੀਫਿਕੇਸ਼ਨ ਸੀ ਇਸ ਸਟੇਟਮੈਂਟ ਦੇ ਨਾਲ, ਕਿਉਂਕਿ ਕਹਿੰਦੇ ਮੈਂ ਸਿੱਖ ਕਦੇ ਭੀਖ ਮੰਗਦਾ ਨਹੀਂ ਦੇਖਿਆ। ਸਾਡੇ ਲਈ ਬਹੁਤ ਵੱਡਾ ਕੰਪਲੀਮੈਂਟ ਆ, ਆਈ ਟੇਕ ਇਟ, ਠੀਕ ਹੈ। ਔਰ ਮੈਨੂੰ ਲੱਗਦਾ ਵੀ ਬਟ ਸਾਨੂੰ ਉਹਦੇ 'ਤੇ ਖੁੱਲ੍ਹ ਕੇ ਗੱਲ ਕਰਨੀ ਪਊਗੀ। ਸਾਨੂੰ ਜਿਹੜੀ ਇਕਨੋਮਿਕਸ ਨੂੰ ਸਮਝਣਾ ਪਏਗਾ, ਆਮ ਜਨਤਾ ਨੂੰ। ਅਸੀਂ ਬਹੁਤ ਫਰਟਾਈਲ ਲੈਂਡ 'ਤੇ ਬੈਠੇ ਹਾਂ, ਬਟ ਉਹਨਾਂ ਗਰੋ ਫਾਈਨੈਂਸ਼ੀਅਲੀ ਨਹੀਂ ਕਰ ਪਾਏ। ਸਾਡੇ ਕੋਲ ਹੈਗੇ ਨੇ ਕੁਛ ਪਰਸਨੈਲਿਟੀਜ਼, ਬਟ ਫਿਰ ਵੀ ਅਸੀਂ ਜਿੰਨਾ ਗਰੋ ਕਰ ਸਕਦੇ ਸੀ ਨਾ, ਉਹਨਾਂ ਨਹੀਂ ਕਰ ਪਾਏ। ਸਭ ਤੋਂ ਸਾਡਾ ਜਿਹੜਾ ਫਰਟਾਈਲ ਲੈਂਡ ਨੇ ਬੈਨੀਫਿਟ ਲੈਣਾ ਸੀ, ਫਾਰਮਰਸ ਨੇ, ਉਹਨਾਂ ਨੂੰ ਮੇਰੀ ਹੋਰ ਵੀ ਇਕਨੋਮਿਕਸ ਨਾਲ ਗੱਲ ਹੋਈ ਹੈ। ਆਪਣੀ ਕਨਵਰਸੇਸ਼ਨ ਦੂਸਰੀ ਸਾਈਡ ਜਾ ਰਹੀ ਹੈ, ਬਟ ਮੈਂ ਕੋਸ਼ਿਸ਼ ਕਰ ਰਿਹਾ ਵੀ ਇਹ ਨੈਰੇਟਿਵ ਨੂੰ ਅਸੀਂ ਤੋੜੀਏ ਕਿ ਅਸੀਂ ਵੱਡਾ ਪੈਸਾ ਨਹੀਂ ਕਮਾਉਣਾ, ਪੈਸਾ ਕਮਾ ਕੇ ਕਰਨਾ ਕੀ ਹੈ, ਇਹ ਜ਼ਿਆਦਾ ਇੰਪੋਰਟੈਂਟ ਹੈ। ਇਸ ਲਈ ਮੈਂ ਹੁਣ ਵੈਲਥ ਕ੍ਰੀਏਸ਼ਨ 'ਤੇ ਆਪਾਂ ਕਨਵਰਸੇਸ਼ਨ ਕਰਾਂਗੇ। ਬਿਫੋਰ ਦੈਟ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀਗੇ, ਡੈਟ ਨੂੰ ਕੰਸੋਲੀਡੇਟ ਕਿੱਦਾਂ ਕਰਨਾ ਹੈ, ਉਹਦੇ 'ਤੇ ਤੁਸੀਂ ਕੀ ਸਮਝਿਆ, ਤੁਹਾਡੀ ਕੀ ਸਟੱਡੀ ਆ ਜਾਂ ਤੁਸੀਂ ਕੀ ਐਕਸਪੀਰੀਅੰਸ ਕਰ ਰਹੇ ਹੋ? ਸਰ ਕਈ ਵਾਰੀ ਕੀ ਹੁੰਦਾ, ਮੈਂ ਤੁਹਾਨੂੰ ਦੱਸਦਾ, ਲੋਕੀ ਨਾ ਅੱਜ ਕੱਲ੍ਹ ਬਹੁਤ ਕ੍ਰੈਡਿਟ ਕਾਰਡ ਦੇ ਸਿਚੁਏਸ਼ਨ 'ਚ ਫਸੇ ਹੋਏ ਆ। ਲੋਕਾਂ ਕੋਲ ਮਲਟੀਪਲ ਕ੍ਰੈਡਿਟ ਕਾਰਡਸ ਨੇ, ਉਹਨਾਂ ਨੇ ਯੂਜ਼ ਕੀਤੇ ਹੋਏ ਆ, ਪਰ ਉਹਨੂੰ ਸਮਝ ਨਹੀਂ ਆਉਂਦਾ ਕਿ ਨਿਕਲੀ ਕਿੱਦਾਂ। ਜਾਂ ਮਲਟੀਪਲ ਲੋਨਸ ਨੇ, ਮੇਰੇ ਕੋਲ ਵੀ ਮਲਟੀਪਲ ਲੋਨ ਨੇ ਮੇਰੇ। ਅਗਰ ਤੁਸੀਂ ਸੁਣੋਗੇ ਤੁਸੀਂ ਹੈਰਾਨ ਹੋ ਜਾਓਗੇ, ਮੇਰੇ ਟੋਟਲ 25 ਲੋਨਸ ਨੇ, 25 ਲੋਨ ਨੇ ਮੇਰੇ ਕੋਲ, ਠੀਕ ਹੈ, ਮਲਟੀਪਲ ਗੱਡੀਆਂ ਦੇ, ਬਾਈਕਸ ਦੇ, ਬਾਕੀ ਚੀਜ਼ਾਂ ਦੇ। ਬਟ ਉਹਨਾਂ ਨੂੰ ਮੈਂ ਆਪਣਾ ਜੋ ਸਟ੍ਰੈਟਜੀ ਯੂਜ਼ ਕਰ ਰਿਹਾ, ਮੈਂ ਤੁਹਾਨੂੰ ਆਪਣੀ ਡਿਟੇਲ 'ਚ ਦੱਸੂੰਗਾ ਕਿ ਕਿਸ ਤਰੀਕੇ ਨਾਲ ਕਰ ਸਕਦੇ। ਪਰ ਮੈਨੂੰ ਸਿਸਟਮ ਪਤਾ ਹੈ। ਜਿਹਨੂੰ ਸਿਸਟਮ ਨਹੀਂ ਪਤਾ ਨਾ, ਉਹ ਡਰਦਾ। ਜਿਹਨੂੰ ਸਿਸਟਮ ਪਤਾ ਹੈ, ਉਹਨੂੰ ਨਹੀਂ ਕੁਛ ਹੋਏਗਾ। ਹੁਣ ਸਭ ਤੋਂ ਪਹਿਲਾਂ ਨਾ ਤੁਹਾਨੂੰ ਇਹ ਸਮਝਣਾ ਪਏਗਾ ਕਿ ਅਗਰ ਤੁਸੀਂ ਕਦੇ ਵੀ ਫਸੇ ਹੋਏ ਹੋ ਇੱਦਾਂ ਦੀ ਸਿਚੁਏਸ਼ਨ 'ਚ, ਲੋਕੀ ਕੀ ਕਰਦੇ ਆ, ਹਰੇਕ ਦੀ 2-2 ਲੱਖ ਰੁਪਏ ਦੀ ਲਿਮਿਟ ਹੈਗੀ ਹੈ ਕਾਰਡ ਦੀ, ਹੈ ਨਾ। ਹੁਣ ਉਹ ਸਮਝ ਨਹੀਂ ਆ ਰਿਹਾ ਨਿਕਲੀਏ ਕਿੱਦਾਂ। ਸਭ ਤੋਂ ਪਹਿਲਾਂ ਪ੍ਰੋਸੈਸ ਹੁੰਦਾ ਲੋਨ ਕੰਸੋਲੀਡੇਸ਼ਨ। ਲੋਨ ਕੰਸੋਲੀਡੇਸ਼ਨ ਮਤਲਬ ਇਹ ਹੈ ਕਿ ਲੋਨ ਨੂੰ ਉਤਾਰਨ ਵਾਸਤੇ ਦੂਜਾ ਲੋਨ ਲੈਣਾ ਪੈਂਦਾ, ਠੀਕ ਹੈ। ਉਹ ਥੋੜਾ ਪੇਚੀਦਾ ਲੱਗਦਾ ਹੈ, ਬਟ ਉਹਦੇ ਨਾਲ ਬੈਨੀਫਿਟ ਇਹ ਹੁੰਦਾ ਹੈ ਕਿ ਤੁਸੀਂ ਇੱਕ PL ਲੈ ਲਿਆ, ਠੀਕ ਹੈ, 5 ਲੱਖ ਰੁਪਏ ਦਾ PL ਲੈ ਲਿਆ, ਐਂਡ ਜਿਹਨੇ ਤੁਹਾਡੇ ਪਰਸਨਲ ਲੋਨ ਲੈ ਲਿਆ, ਜਾਂ ਕਹਿ ਲਓ ਕੋਈ ਸਿਕਿਉਰਡ ਲੋਨ, ਗੋਲਡ ਲੋਨ ਪਿਆ ਤੁਹਾਡੇ ਕੋਲ, ਗੋਲਡ ਪਿਆ ਤੇ ਗੋਲਡ ਲੋਨ ਲੈ ਲਿਆ, ਹੈ ਨਾ। ਸੋ ਉਹਦੇ ਨਾਲ ਤੁਸੀਂ ਲੋਨ ਕੰਸੋਲੀਡੇਟ ਕਰਦਾ। ਹੁਣ ਤੁਹਾਡੀ ਇੱਕ ਕਿਸ਼ਤ ਬਣ ਗਈ। ਪਹਿਲਾਂ ਮਲਟੀਪਲ ਕਿਸ਼ਤਾਂ ਸੀਗੀਆਂ, ਮਲਟੀਪਲ ਚੀਜ਼ਾਂ ਸੀਗੀਆਂ। ਇੱਕ ਤਾਂ ਤੁਹਾਡੀ ਇੱਕ ਕਿਸ਼ਤ ਬਣ ਗਈ, ਤੁਹਾਡਾ ਟੈਨਿਓਰ ਵੱਡਾ ਹੋ ਗਿਆ, ਤੁਹਾਡੀ ਲਾਇਬਿਲਿਟੀ ਜਿਹੜੀ ਮੰਥਲੀ ਕੈਸ਼ ਫਲੋ ਦਾ ਪ੍ਰੋਬਲਮ ਆ ਰਿਹਾ ਸੀ, ਉਹ ਰਿਡਿਊਸ ਹੋ ਜਾਏਗੀ। ਹੁਣ ਫਿਰ ਜਿੰਨੇ ਤੁਹਾਡੇ ਲੋਨਸ ਨੇ, ਸੈਕਿੰਡ ਸਟੈਪ ਇਜ਼ ਇੱਕ ਨਾ ਮੈਥਡ ਬਣਾਓ। ਮੈਂ ਯੂਜ਼ ਕਰਦਾ ਸਨੋਬਾਲ ਮੈਥਡ। ਸਨੋਬਾਲ ਮੈਥਡ ਕੀ ਹੁੰਦਾ ਹੈ ਕਿ ਤੁਸੀਂ ਜਦ ਨਾ ਪਹਾੜਾਂ 'ਤੇ ਜਾਓਗੇ ਨਾ, ਜਿੱਥੇ ਬਰਫ਼ ਵਾਲੇ ਪਹਾੜ ਹੁੰਦੇ ਆ, ਉੱਥੋਂ ਜਦ ਸਨੋ ਗਿਰਦੀ ਹੈ ਨਾ, ਉਹ ਬਹੁਤ ਛੋਟੀ ਜਿਹੀ ਹੁੰਦੀ ਹੈ। ਉਹ ਥੱਲੇ ਆਉਂਦੀ ਰੋਲ ਇੰਨੀ ਵੱਡੀ ਹੋ ਜਾਂਦੀ ਹੈ ਨਾ ਉਹ, ਕਿ ਉਹ ਪੂਰਾ ਪਹਾੜ ਬਣ ਜਾਂਦਾ, ਮਤਲਬ ਪੂਰੀ ਬਾਲ ਬਣ ਜਾਂਦੀ ਹੈ। ਸੋ ਇਟ ਇਜ਼ ਅ ਸਨੋਬਾਲ ਮੈਥਡ। ਸੋ ਸਨੋਬਾਲ ਮੈਥਡ ਕੀ ਹੁੰਦਾ ਹੈ ਕਿ ਕਹਿ ਲਓ ਤੁਹਾਡੇ ਕੋਲ 5 ਲੋਨਸ ਨੇ, ਮਲਟੀਪਲ ਲੋਨ ਨੇ, ਹੈ ਨਾ। ਕਿਸੇ ਦੀ 5000 ਕਿਸ਼ਤ ਹੈ, 10,000 ਹੈ, 20,000 ਹੈ, 30,000 ਹੈ, ਇੱਦਾਂ ਕਰਕੇ। ਹੁਣ ਜਿੱਦਾਂ ਸਭ ਤੋਂ ਪਹਿਲਾਂ ਛੋਟੀ ਅਮਾਊਂਟ ਵਾਲਾ ਲੋਨ ਚੱਕੋ, ਜਿਹੜਾ ਤੁਹਾਡੇ ਕੋਲ ਐਕਸਟਰਾ ਕੈਸ਼ ਫਲੋ ਬਚ ਰਿਹਾ, ਉਹ ਤੁਸੀਂ 5-5, 10-10 ਹਜ਼ਾਰ ਰੁਪਏ ਉਸ ਲੋਨ 'ਚ ਪਾਈ ਜਾਓ।
ਹੁਣ ਤੁਹਾਡੀ ਇੱਕ ਕਿਸ਼ਤ ਵੇਲੀ ਹੋ ਗਈ। ਹੁਣ ਤੁਸੀਂ ਕੀ ਕਰਨਾ, ਜੋ ਐਕਸਟਰਾ ਪੈਸਾ ਤੁਹਾਡੇ ਕੋਲ ਬਚ ਰਿਹਾ ਉਹ ਪਲੱਸ ਜੋ ਤੁਹਾਡੀ EMI ਫ੍ਰੀ ਹੋ ਗਈ ਉਹਨੂੰ ਉਹ ਸੈਕਿੰਡ ਲੋਨ 'ਚ ਪਾ ਦਿਓ। ਫਿਰ ਉਹ ਫ੍ਰੀ ਹੋਇਆ, ਫਿਰ ਉਹ ਥਰਡ ਲੋਨ 'ਚ ਲਾਓ। ਇੱਦਾਂ ਤੁਹਾਡਾ ਚਾਹੇ ਕਰੋੜਾਂ ਦਾ ਵੀ ਲੋਨ ਹੈ ਨਾ, ਉਹ ਤੁਹਾਡੇ ਮੈਕਸ ਟੂ ਮੈਕਸ 1.5 ਤੋਂ 2 ਸਾਲ 'ਚ ਖਤਮ ਹੋ ਜਾਣਗੇ। ਮਤਲਬ ਇੰਨਾ ਤਗੜਾ ਸਿਸਟਮ ਹੈ। ਬਟ ਲੋਕੀ ਇਸ ਚੀਜ਼ ਨੂੰ ਸਮਝਦੇ ਨਹੀਂ। ਲੋਕੀ ਡਰਦੇ ਹੈ ਕਿ ਨਹੀਂ ਯਾਰ ਅਸੀਂ ਆਪਣੇ ਲੋਨਸ ਨੂੰ ਲਿਖਾਂਗੇ ਤਾਂ ਪਤਾ ਨਹੀਂ ਕੀ ਹੋ ਜਾਊਗਾ। ਯਾਰ ਫਸਟ ਆਫ ਆਲ ਲਿਸਟ ਯਰ ਲੋਨਸ, ਲਿਸਟ ਯਰ ਲਾਇਬਿਲਿਟੀਜ਼, ਦੇਖੋ ਛੋਟੇ ਤੋਂ ਲੈ ਕੇ ਵੱਡੇ ਤੱਕ ਕਰ ਲਓ। ਇਹ ਮੈਂ ਮੈਥਡ ਕਿਉਂ ਯੂਜ਼ ਕਰਦਾ, ਵੈਸੇ 2 ਮੈਥਡਸ ਹੁੰਦੇ ਆ, ਸਨੋਬਲ ਮੈਥਡ ਐਂਡ ਐਵਲੈਂਚ ਮੈਥਡ। ਐਵਲੈਂਚ 'ਚ ਕੀ ਹੁੰਦਾ ਕਿ ਜਿਹਦੇ ਰੇਟ ਆਫ ਇੰਟਰਸਟ ਸਭ ਤੋਂ ਜ਼ਿਆਦਾ ਆ ਆਪਾਂ ਉਹਨੂੰ ਸਭ ਤੋਂ ਉੱਪਰ ਰੱਖ ਲੈਂਦੇ ਹਾਂ। ਬਟ ਮੈਂ ਸਨੋਬਲ ਮੈਥਡ ਕਿਉਂ ਯੂਜ਼ ਕਰਦਾ ਕਿ ਇਹਦੇ ਵਿੱਚ ਕੀ ਹੈ ਕਿ ਤੁਹਾਡਾ ਨਾ ਸਾਈਕੋਲੋਜੀਕਲੀ ਤੁਹਾਨੂੰ ਵਿਨ ਮਿਲਦੀ ਹੈ, ਤੁਹਾਨੂੰ ਅਚੀਵਮੈਂਟ ਮਿਲਦੀ ਹੈ ਕਿ ਸਭ ਤੋਂ ਛੋਟਾ ਲੋਨ ਖਤਮ ਕੀਤਾ, ਇੱਕ ਅਚੀਵਮੈਂਟ ਯਾਰ ਮੈਂ ਇੱਕ ਲੋਨ ਖਤਮ ਕਰਤਾ, ਦੂਜਾ ਹੋਇਆ ਫਿਰ ਅਚੀਵਮੈਂਟ ਯਾਰ ਆਪਾਂ ਖਤਮ ਕਰ। ਸੋ ਇਸੇ ਤਰੀਕੇ ਨਾਲ ਫਿਰ ਤੁਹਾਨੂੰ ਨਾ ਜੋਸ਼ ਬਣਿਆ ਰਹਿੰਦਾ। ਸੋ ਮਤਲਬ ਇਸ ਤਰੀਕੇ ਨਾਲ ਤੁਸੀਂ ਈਜ਼ਲੀ ਵੱਡੇ ਤੋਂ ਵੱਡੇ ਲੋਨ ਜਿੰਨੇ ਮਰਜ਼ੀ ਮਲਟੀਪਲ ਲੋਨਸ ਹੋ ਤੁਸੀਂ ਵਾਈਪ ਆਊਟ ਕਰ ਸਕਦੇ ਹੋ। ਸੋ ਮੈਂ ਵੀ ਇਸੇ ਜਰਨੀ 'ਤੇ ਲੱਗਿਆ ਹੋਇਆ, ਤਾਂ ਹੀ ਮੈਂ ਸਾਲ ਤੋਂ ਕੋਈ ਗੱਡੀ ਨਹੀਂ ਲਈ। ਸੋ ਮੈਂ 20 ਲੱਖ ਰੁਪਏ ਦਾ ਮੇਰਾ ਪੋਰਟਫੋਲੀਓ ਵੀ ਬਣ ਗਿਆ। ਐਂਡ ਮੇਰੇ ਈਵਨ ਤੁਸੀਂ ਕ੍ਰੈਡਿਟ ਕਾਰਡ 'ਤੇ 15-16 ਲੱਖ ਰੁਪਇਆ ਸੀਗਾ, ਉਹ ਵੀ ਮੈਂ ਖਤਮ ਕਰਤੇ, ਕਾਰਡਸ ਕੱਟ ਵੀ ਦਿੱਤੇ। 15-16 ਲੱਖ ਰੁਪਇਆ ਕ੍ਰੈਡਿਟ ਕਾਰਡਸ ਦਾ ਵੀ ਖਤਮ ਕਰਤਾ ਔਰ ਪਲੱਸ ਪਿਛਲੇ ਸਾਲ 'ਚ 20 ਲੱਖ ਰੁਪਏ ਦਾ ਪੋਰਟਫੋਲੀਓ ਬਣਾ ਲਿਆ। ਇਹ ਪੋਰਟਫੋਲੀਓ ਤੁਹਾਡਾ ਹੈਗਾ ਜਿਹੜਾ ਇਹ ਮੇਰਾ ਸਟਾਕ ਪੋਰਟਫੋਲੀਓ। ਯੈਸ, ਇਟ ਇਜ਼ ਮਾਈ ਸਟਾਕ ਪੋਰਟਫੋਲੀਓ। ਕੈਸ਼ ਹੈ ਬੇਸਿਕਲੀ। ਸਟਾਕ ਪੋਰਟਫੋਲੀਓ ਕੀ ਹੁੰਦਾ, ਦੇਖੋ ਕਈ ਲੋਕੀ ਗੱਲ ਕਰਦੇ ਹੈ ਕਿ ਕੈਪੀਟਲ ਗੇਨ ਟੈਕਸ ਕੌਣ ਦੇਖੇਗਾ, ਇਹ ਚੀਜ਼ਾਂ ਕੌਣ ਦੇਖੇਗਾ। ਅਮੀਰ ਲੋਕ ਕਦੇ ਵੀ ਨਾ ਆਪਣੇ ਐਸੈਟਸ ਨੂੰ ਡਾਇਰੈਕਟਲੀ ਯੂਜ਼ ਨਹੀਂ ਕਰਦੇ ਪੈਸੇ ਨੂੰ। ਮੈਂ ਇੱਕ ਸਟ੍ਰੈਟਜੀ ਸਭ ਤੋਂ ਐਂਡ 'ਚ ਦੱਸੂੰਗਾ, ਬਾਏ ਬੋਰੋ ਡਾਈ ਸਟ੍ਰੈਟਜੀ। ਬੜੀ ਖਤਰਨਾਕ ਚੀਜ਼ ਹੈ ਔਰ ਜੋ ਅਮੀਰ ਲੋਕ ਯੂਜ਼ ਕਰਦੇ ਕਿਸੇ ਨੂੰ ਨਹੀਂ ਪਤਾ। ਸੋ ਆਪਾਂ ਐਂਡ 'ਚ ਯੂਜ਼ ਕਰਾਂਗੇ। ਪਰ ਮੇਨ ਮੈਂ ਤੁਹਾਨੂੰ ਦੱਸਿਆ ਇਹ ਤਰੀਕਾ ਹੈ। ਸਭ ਤੋਂ ਪਹਿਲਾਂ ਲੋਨ ਕੰਸੋਲੀਡੇਸ਼ਨ ਐਂਡ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ ਸਨੋਬਲ ਮੈਥਡ ਨੂੰ ਯੂਜ਼ ਕਰਕੇ ਚਾਹੇ ਤੁਹਾਡੇ ਜਿੰਨੇ ਮਰਜ਼ੀ ਲੋਨ ਆ, 20 ਲੋਨ ਨਹੀਂ 25 ਲੋਨ ਨਹੀਂ, ਮੇਰੇ ਤੋਂ ਵੱਧ ਹੋ ਸਕਦੇ ਆ। ਆਈ ਹੈਵ 25 ਲੋਨਸ। ਮੈਂ ਤੁਸੀਂ ਲਿਸਟ ਕਹੂੰਗਾ ਮੈਂ ਹੁਣੇ ਖੋਲ ਕੇ ਦਿਖਾ। ਮੈਕਸ ਟੂ ਮੈਕਸ ਕਿੰਨਾ ਲਾਇਬਿਲਿਟੀ ਸੀਗੀ ਜਦੋਂ ਤੁਸੀਂ ਮਤਲਬ ਕੀਤਾ? ਪਿਛਲੇ ਸਾਲ ਤੱਕ ਸਰ 2 ਕਰੋੜ ਸੀਗੀ ਐਂਡ ਉਹੀ ਰਿਡਿਊਸ ਹੋ ਕੇ ਮੈਂ ਮਲਟੀਪਲ ਕਾਫੀ ਰੀਪੇਮੈਂਟਸ ਕਰ ਰਿਹਾ, ਸਭ ਕੁਝ ਕਰ ਰਿਹਾ। ਤਾਂ ਹੁਣ ਇਸ ਟਾਈਮ 1 ਕਰੋੜ 15 ਲੱਖ ਰੁਪਏ ਰਹਿ ਗਿਆ ਹੋਇਆ। ਪਰ ਅਦਰਵਾਈਜ਼ ਮੇਰੀ EMIs ਤਾਂ ਜਾਂਦੀ ਹੈ 3,70,000 ਰੁਪਏ ਦੀ EMI ਜਾਂਦੀ ਹੈ, ਜੋ ਕਿ ਪਹਿਲਾਂ 4.5 ਲੱਖ ਤੱਕ ਪਹੁੰਚ ਗਈ ਸੀਗੀ। ਸੋ ਇਟ ਹੈਜ਼ ਬੀਨ ਰਿਡਿਊਸਡ ਟੂ 3.5 ਲੱਖ ਰੁਪੀਜ਼ ਪਰ ਮੰਥ। ਬਟ ਉਹਨੂੰ ਕੋਸ਼ਿਸ਼ ਕਰ ਰਿਹਾ ਹੋਰ ਰਿਡਿਊਸ ਕਰ ਰਿਹਾ। ਸੋ ਹੁਣ ਮੇਰਾ ਨੈਕਸਟ ਟਾਰਗੇਟ ਇਸ ਕਿ ਆਪਣੀ ਪੂਰੀ ਇਨਕਮ ਦੇ 30 to 40% ਦੇ ਬ੍ਰੈਕਟ ਦੇ ਵਿੱਚ EMIs ਨੂੰ ਲੈ ਕੇ ਆਵਾਂ। ਉਹਦੇ ਨਾਲ ਇਹ ਹੋਏਗਾ ਮੇਰੇ ਖਰਚੇ 30-40% ਤੱਕ 50% ਤੱਕ ਰਹਿ ਗਏ। ਉਸ ਤੋਂ ਬਾਅਦ ਜਿਹੜਾ ਮੇਰੇ ਕੋਲ ਪੈਸਾ ਬਚ ਰਿਹਾ ਦੈਨ ਆਈ ਕੈਨ ਯੂਜ਼ ਇਟ ਫॉर ਅਦਰ ਬਿਜ਼ਨਸ ਜਾਂ ਕੁਛ ਵੀ ਕਹਿ ਲਓ ਕੈਸ਼ ਫਲੋ ਵਾਸਤੇ ਯੂਜ਼ ਕਰ ਸਕਦਾ। ਸੋ ਬਹੁਤ ਜ਼ਰੂਰੀ ਹੈ। ਜਿਹੜੀ ਪਹਿਲਾਂ ਚੀਜ਼ਾਂ ਨਹੀਂ ਸੀਗੀਆਂ ਉਹ ਮੈਨੇਜ ਕਰ ਰਿਹਾ। ਤੋ ਮੈਂ ਆਪਣੀ ਇਨਕਮ ਨੂੰ ਨਾ ਪਰਸੈਂਟੇਜ 'ਚ ਦੇਖਣਾ ਬਹੁਤ ਜ਼ਰੂਰੀ ਹੈ। ਆਪਾਂ ਦੂਸਰੀ ਲੋਕੀ ਪਰਸੈਂਟੇਜ ਹੀ ਨਹੀਂ ਦੇਖਦੇ ਜੀ। ਦੂਸਰੀ ਸਾਈਡ ਦੇਖਦੇ ਹਾਂ, ਰਾਈਟ, ਜਿਹੜਾ ਤੁਸੀਂ ਕਰੋੜਾਂ 'ਚ ਲੋਨ ਤੁਹਾਡੇ ਲਈ ਡੈਟ ਹੈ ਇਹ, ਉਹਦੇ ਅਗੇਂਸਟ ਤੁਸੀਂ ਪ੍ਰੋਪਰਟੀ ਜਾਂ ਜਿਹੜਾ ਐਸੈਟਸ ਬਿਲਡ ਕੀਤੇ ਨੇ ਉਹਨਾਂ ਦੀ ਵਰਥ, ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਵੀ ਤੁਸੀਂ ਲੱਗਦਾ ਵੀ ਉਹ ਅਚੀਵੇਬਲ ਜਾਂ ਯੂ ਆਰ ਸੈਟਿਸਫਾਈਡ ਵਿਦ ਦੈਟ? ਨਹੀਂ, ਹੁਣ ਇਹ ਤਾਂ ਦੇਖੋ ਰਿਐਲਿਟੀ ਦੱਸਦਾ। ਹਾਂਜੀ, ਜਿਹੜੇ ਮੈਂ ਹੁਣ ਤੱਕ ਲਏ ਨੇ ਉਹ ਮੈਂ ਲਏ ਨੇ ਡੈਪਰੀਸ਼ੀਏਟਿੰਗ ਐਸੈਟਸ। ਜੀ, ਫਰਕ ਹੈ। ਈਵਨ ਗੱਡੀਆਂ ਇਜ਼ ਨਾਟ ਅ ਐਸੈਟ, ਪਰ ਉਹ ਮੇਰੇ ਵਾਸਤੇ ਐਸੈਟ ਕਿਉਂ ਹੈ? ਬਿਕੋਜ਼ ਦੇ ਆਰ ਅਰਨਿੰਗ ਫॉर ਮੀ। ਠੀਕ ਹੈ, ਬਟ ਸਟਿਲ ਦੇ ਆਰ ਅ ਡੈਪਰੀਸ਼ੀਏਟਿੰਗ ਐਸੈਟਸ। ਹੁਣ ਮੇਰਾ ਜਿਹੜਾ ਫੋਕਸ ਹੈ, ਮੈਂ ਜਿੰਨੇ ਵੀ ਇਨਵੈਸਟਮੈਂਟਸ ਕਰ ਰਿਹਾ, ਜਿੰਨੀ ਵੀ ਚੀਜ਼ਾਂ ਕਰ ਰਿਹਾ, my focus is only on the purely on the buying the appreciating assets. Okay, ठीक है, जितना गोल्ड है, रियल एस्टेट है, उस तो बाद बिजनेस हो गए। बिजनेस भी एप्रीशिएटिंग एसेट है, लोग की समझते नहीं इस चीज़ में। एंड स्टॉक्स हो गए, म्यूचुअल फंड्स हो गए, दीज आर ऑल एप्रीशिएटिंग एसेट्स। सो अपना फोकस यही है कि आप जिन्ने इन्हों खरीद सकीए और जिन्ना ਇਹਦਾ ਬੈਨੀਫਿਟ ਲੈ ਸਕੀਏ ਉਹਨਾਂ ਬੈਟਰ ਹੈ। ਅਤੇ ਬਾਕੀ ਇੱਕ ਆਪਾਂ ਹੁਣੇ ਰੀਸੈਂਟਲੀ ਗੱਲ ਵੀ ਕੀਤੀ ਸੀ, ਤੁਸੀਂ ਕਿਹਾ ਸੀਗਾ ਕਿ ਸਾਨੂੰ ਇੱਦਾਂ ਲੱਗਦਾ ਕਿ 2 ਨੰਬਰ ਦਾ ਪੈਸਾ ਹੈ ਨਾ, ਕਿ ਸਾਨੂੰ ਲੱਗਦਾ ਕਿ ਯਾਰ ਪੈਸਾ ਅਸੀਂ ਕਮਾ ਲਾਂਗੇ ਤਾਂ ਮਾਈਂਡਸੈਟ ਦੀ ਗੱਲ ਹੁੰਦੀ ਆ। ਅਸੀਂ ਨਾ ਇਹ ਨਹੀਂ ਸਮਝਦੇ, ਇੱਕ ਨਾ ਸਟ੍ਰੈਟਜੀ ਹੁੰਦੀ ਹੈ ਜਿਹਨੂੰ ਤੁਸੀਂ ਅਗਰ ਸਰਚ ਕਰੋਗੇ YouTube 'ਤੇ, ਇਟ ਇਜ਼ ਮਨੀ ਬਲੂਪ੍ਰਿੰਟ। ਸਾਡਾ ਨਾ ਮਨੀ ਬਲੂਪ੍ਰਿੰਟ ਹੁੰਦਾ ਹੈ। ਬਲੂਪ੍ਰਿੰਟ ਮਤਲਬ ਕੀ ਹੁੰਦਾ? ਜੋ ਬਚਪਨ ਤੋਂ ਅਸੀਂ ਚੀਜ਼ਾਂ ਘਰੇ ਦੇਖਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ, ਸੋਸਾਇਟੀ 'ਚ ਸੁਣਦੇ ਆ ਰਹੇ ਹਾਂ, ਫਰੈਂਡ ਸਰਕਲ ਤੋਂ ਸੁਣਦੇ ਆ ਰਹੇ ਹਾਂ, ਉਹਨਾਂ ਸਾਡਾ ਇੱਕ ਬਲੂਪ੍ਰਿੰਟ ਬਣ ਜਾਂਦਾ, ਥੱਪਾ ਬਣ ਜਾਂਦਾ ਕਿ ਸਾਡਾ ਇੱਕ ਬਿਲੀਫ ਬਣ ਜਾਂਦਾ ਹੈ ਕਿ ਯਾਰ ਇਹ ਚੀਜ਼ਾਂ ਇੱਦਾਂ ਹੀ ਹੁੰਦੀ ਹੈ, ਪੈਸਾ ਕਮਾਉਣ ਵਾਲਾ ਗਲਤ ਹੀ ਹੁੰਦਾ ਹੈ। ਬਟ ਉਹ ਇੱਦਾਂ ਨਹੀਂ ਹੁੰਦਾ। ਉਹ ਜਿਹੜਾ ਮਨੀ ਬਲੂਪ੍ਰਿੰਟ ਹੁੰਦਾ ਨਾ, ਉਹਨੂੰ ਤੋੜਨਾ ਬਹੁਤ। ਮੈਂ ਤੁਹਾਨੂੰ ਦੱਸਦਾ, ਮੈਂ ਇੱਕ ਬੁੱਕ ਪੜ੍ਹੀ ਸੀਗੀ ਦ ਮਿਲੀਅਨਰ ਮਾਈਂਡ। ਉਹ ਤੁਸੀਂ ਰਿਕਮੈਂਡ ਕਰਿਓ। ਇਟ ਇਜ਼ ਮਤਲਬ ਇੰਨੀ ਜ਼ਬਰਦਸਤ ਬੁੱਕ ਹੈ, ਛੋਟੀ ਜਿਹੀ ਬੁੱਕ ਹੈ, ਇੰਨੀ ਪਤਲੀ ਜਿਹੀ ਬੁੱਕ ਹੈ ਔਰ ਇੰਨੀ ਛੋਟੀ ਜਿਹੀ ਬੁੱਕ ਹੈ, ਬਟ ਉਹ ਇਤਨੀ ਮਤਲਬ ਇੰਨੀ ਯੂਨੀਕ ਬੁੱਕ ਹੈ ਨਾ, ਉਹਨੇ ਮੇਰਾ ਮਤਲਬ ਸੱਚੀ ਮੈਨੂੰ ਬੜਾ ਉਹ ਕਰਤਾ, ਸਰਪ੍ਰਾਈਜ਼ ਕਰਤਾ। ਔਰ ਉਹ ਸਾਰੀ ਗੱਲ ਕਰਦੀ ਹੈ ਮਨੀ ਬਲੂਪ੍ਰਿੰਟ ਬਾਰੇ ਕਿ ਬਚਪਨ ਤੋਂ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਹੁਣ ਜਿੱਦਾਂ ਮੇਰੇ ਫਾਦਰ ਸੀਗੇ, ਮੈਂ ਐਗਜ਼ਾਮਪਲ ਦੇਣਾ, ਕੋਈ ਵੀ ਹੋ ਸਕਦਾ, ਕਿਸੇ ਦੇ ਵੀ ਫਾਦਰ ਹੋ ਸਕਦੇ ਆ।
ਫਾਦਰ ਆਏ, ਉਹ ਰੋਜ਼ ਦੀ ਦਿਹਾੜੀ ਕਰਦੇ ਸੀਗੇ ਐਂਡ ਆ ਕੇ ਉਹਨਾਂ ਨੇ ਨਾ ਪੈਸੇ ਕਮਾਉਣੇ, ਫਿਰ ਉਹ ਖਰਚ ਹੋ ਜਾਣੇ, ਮਤਲਬ ਸੇਵਿੰਗ ਦੀ ਆਦਤ ਨਹੀਂ ਸੀ। ਉਹੀ ਫਿਰ ਅੱਗੇ ਬੱਚੇ ਦੇਖਦੇ ਰਹੇ, ਫਿਰ ਉਹੀ ਸੇਮ ਆਦਤ ਬੱਚਿਆਂ 'ਚ ਆ ਗਈ। ਹਾਂ, ਜੋ ਕਮਾਇਆ ਉਹੀ ਖਰਚ ਲਿਆ। ਜਾਂ ਫਿਰ ਕਈ ਵਾਰੀ ਕੀ ਹੁੰਦਾ, ਮੈਂ ਤੁਹਾਨੂੰ ਦੱਸਦਾ, ਅਸੀਂ ਇਹ ਚੀਜ਼ ਨੂੰ ਸਮਝਦੇ ਨਹੀਂ। ਮੈਂ ਤੁਹਾਨੂੰ ਇਹਦਾ ਸਾਈਕਲ ਸਮਝਾਉਣਾ। ਕਈ ਵਾਰੀ ਨਾ ਕਈ ਲੋਕਾਂ ਦੇ ਘਰੇ ਪੈਸੇ ਨੂੰ ਲੈ ਕੇ ਲੜਾਈ ਹੁੰਦੀ ਹੈ ਕਿ ਹਸਬੈਂਡ ਵਾਈਫ ਲੜਦੇ ਨੇ ਕਿ ਤੁਸੀਂ ਮੈਨੂੰ ਖਰਚਾ ਨਹੀਂ ਦਿੱਤਾ ਜਾਂ ਆ ਨਹੀਂ ਕੀਤਾ, ਜਾਂ ਫਾਈਨੈਂਸ਼ਲੀ ਬਹੁਤ ਸਟ੍ਰੈਸ ਰਹਿੰਦਾ ਹੈ ਨਾ। ਅਤੇ ਜਿਹੜੇ ਰੀਅਲ ਏਸਟੇਟ ਦੇ ਵਿੱਚ ਹੈ, ਉਹ ਕਹਿ ਲਓ ਪ੍ਰੋਜੈਕਟਾਂ 'ਚ ਪੈਸਾ ਲਾਤਾ, ਉਹ ਹੁਣ ਕੈਸ਼ ਫਲੋ ਨਹੀਂ ਆ ਰਿਹਾ, ਤਾਂ ਹੁਣ ਫੁੱਲ ਪ੍ਰੈਸ਼ਰ ਹੈ ਕਿ ਬਾਈ ਪੈਸਾ ਕਿੱਥੋਂ ਲੈ ਕੇ ਆਉਣਾ। ਸੋ ਕਿਤੇ ਨਾ ਕਿਤੇ ਉਹ ਪ੍ਰੈਸ਼ਰ ਰਹਿੰਦਾ। ਉਹ ਫਿਰ ਜਦ ਬੱਚੇ ਦੇਖਦੇ ਨੇ ਨਾ, ਉਹ ਆਟੋਮੈਟਿਕਲੀ ਉਹਨਾਂ ਦੇ ਵਿੱਚ ਚਲੇ ਜਾਂਦਾ, ਉਹਨਾਂ ਨੂੰ ਸਮਝ ਨਹੀਂ ਆਉਂਦਾ। ਬਟ ਇਟ ਇਜ਼ ਅ ਵਾਇਰਸ। ਔਰ ਇਹ ਤੋਂ ਨਿਕਲਣਾ ਕਿੱਦਾਂ, ਮੈਂ ਤੁਹਾਨੂੰ ਦੱਸਦਾ। ਲੋਕੀ ਗਲਤੀ ਕੀ ਕਰਦੇ ਆ, ਇੱਕ ਬੱਚੇ ਨੇ ਬਚਪਨ ਤੋਂ ਦੇਖਿਆ ਕਿ ਮੇਰੇ ਘਰੇ ਪੈਸੇ ਨੂੰ ਲੈ ਕੇ ਮੇਰੇ ਪਾਪਾ ਮੰਮੀ ਦੀ ਹੁੰਦੀ ਹੈ ਲੜਾਈ। ਠੀਕ ਹੈ, ਹੁਣ ਜਦ ਉਹ ਬੱਚਾ ਪੈਸਾ ਕਮਾਉਣ ਲੱਗੇਗਾ ਨਾ ਵੱਡੇ ਹੋ ਕੇ, ਉਹਨੂੰ ਲੱਗੇਗਾ ਕਿ ਅਗਰ ਇਹ ਪੈਸਾ ਮੇਰੇ ਕੋਲ ਰਹਿ ਗਿਆ, ਕਿਤੇ ਇੱਦਾਂ ਦਾ ਨਹੀਂ ਹੈ ਕਿ ਮੇਰੇ ਜ਼ਿੰਦਗੀ 'ਚ ਵੀ ਲੜਾਈ ਹੋਏਗੀ, ਮੇਰੇ ਸਰਕਮਸਟੈਂਸਿਸ ਇੱਦਾਂ ਦੇ ਨਾ ਬਣ ਜਾਣ। ਫਿਰ ਇੱਕ ਦੋ ਸਰਕਮਸਟੈਂਸਿਸ ਉਹਦੇ ਨਾਲ ਹੋਣਗੇ ਵੀ, ਹੋਣਗੇ। ਪੈਸਾ ਆਇਆ, ਲੜਾਈ ਹੋ ਗਈ, ਕੁਛ ਵੀ ਕਿਸੇ ਵੀ ਗੱਲ ਤੋਂ ਭੈਣ ਭਰਾ ਦੀ ਹੋ ਗਈ, ਕਿਸੇ ਦੀ ਵੀ ਲੜਾਈ ਹੋ ਗਈ, ਉਹਦਾ ਬਲੀਵ ਬਣ ਗਿਆ ਨਹੀਂ ਯਾਰ, ਮੇਰੇ ਕੋਲ ਜਦ ਪੈਸਾ ਆਉਂਦਾ ਨਾ, ਮੇਰੇ ਕੋਲ ਨਾ ਜੇਬ 'ਚ ਪੈਸਾ ਟਿਕਦਾ ਹੈ, ਔਰ ਨਾ ਜਿੱਦਾਂ ਹੀ ਆਉਂਦਾ ਲੜਾਈ ਹੋ ਜਾਂਦੀ ਹੈ, ਕੋਈ ਨਾ ਕੋਈ ਪੰਗਾ ਪੈ ਜਾਂਦਾ, ਜਾਂ ਕੋਈ ਨਾ ਕੋਈ ਖਰਚਾ ਆ ਜਾਂਦਾ, ਜਾਂ ਮੇਰੀ ਗੱਡੀ ਖਰਾਬ ਹੋ ਜਾਂਦੀ ਹੈ, ਮੇਰਾ ਬਾਈਕ ਖਰਾਬ ਹੋ ਜਾਂਦਾ ਹੈ, ਕੁਛ ਵੀ। ਤੋ ਉਹ ਬਿਲੀਵ ਸਿਸਟਮ ਹੈ, ਉਹ ਜਿੱਦਾਂ ਹੀ ਪੈਸਾ ਆਏਗਾ ਹੋ ਜਾਏਗਾ। ਉਹ ਫਿਰ ਮੰਨ ਨਹੀਂ ਲੈਂਦਾ ਹੈ ਕਿ ਨਹੀਂ ਯਾਰ, ਜਿੱਦਾਂ ਹੀ ਪੈਸਾ ਆਏਗਾ ਨਾ, ਕੋਈ ਨਾ ਕੋਈ ਪੰਗਾ ਪੈਣਾ ਹੀ, ਹੋਣਾ ਹੀ ਹੋਣਾ, ਜੁੜਨੇ ਨਹੀਂ, ਹਾਂ ਹੋਣਾ ਹੀ ਨਹੀਂ। ਮੇਰੀ ਸਟਰਗਲ ਚੱਲ ਰਹੀ ਹੈ, ਮੈਂ ਤਾਂ ਕਰ ਹੀ ਨਹੀਂ ਸਕਦਾ, ਹੈ ਨਾ। ਉਹ ਫਿਰ ਜਦ ਆਪਾਂ ਉਹਦੇ ਬਾਰੇ ਸੋਚਦੇ ਹਾਂ ਤਾਂ ਫਿਰ ਉਹੀ ਚੀਜ਼ ਹੁੰਦੀ ਆ। ਫਿਰ ਉਹ ਤੋਂ ਨਿਕਲਣ ਦਾ ਤਰੀਕਾ ਕੀ ਹੈ, ਇਹਨੂੰ ਚੇਂਜ ਕਰਨਾ ਪੈਂਦਾ, ਇਹਦੇ ਮਾਈਂਡ ਸੈਟ। ਹੁਣ ਮੈਂ ਰੋਜ਼ ਐਫਰਮੇਸ਼ਨਸ ਕਰਦਾ, ਔਰ ਮੈਂ ਆਪਣੀ ਮੇਰੀ ਜਦ ਮੈਂ ਦੇਖਿਆ ਨਾ, ਮੇਰੇ ਵੀ ਪੈਰੈਂਟਲ ਮੈਂ ਇੰਨੀ ਚੀਜ਼ਾਂ ਫੋਲੋ ਕਰ ਰਿਹਾ ਸੀਗਾ। ਆਈ ਵਾਜ਼ ਸੋ ਸਰਪ੍ਰਾਈਜ਼ਡ ਕਿ ਜਿੱਦਾਂ ਮੈਂ ਰਿਐਲਿਟੀ ਦੱਸਦਾ, ਮੇਰੇ ਮਦਰ ਇਜ਼ ਵੈਰੀ ਗੁੱਡ ਐਟ ਮੈਨੇਜਿੰਗ ਦ ਮਨੀ। ਠੀਕ ਹੈ, ਉਹ ਕਾਫੀ ਐਸੈਟਸ ਉਹਨਾਂ ਨੇ ਬਣਾਏ ਨੇ, ਪ੍ਰੋਪਰਟੀਜ਼ ਬਣਾਏ ਹੈ। ਪਰ ਦੂਜੇ ਪਾਸੇ ਮੇਰੇ ਫਾਦਰ ਦੋਨੋਂ ਗਵਰਨਮੈਂਟ ਜੌਬ ਸੀਗੇ, ਪਰ ਮੇਰੇ ਫਾਦਰ ਨੇ ਕਦੇ ਵੀ ਐਸੈਟ ਨਹੀਂ ਬਣਾਏ। ਉਹਨਾਂ ਨੇ ਪੈਸਾ ਨਹੀਂ ਜੋੜ ਪਾਏ, ਕਦੇ ਐਸੈਟ ਨਹੀਂ ਬਣਾ ਪਾਏ, ਕਦੇ ਮਤਲਬ ਪ੍ਰੋਪਰਟੀ ਨਹੀਂ ਬਣਾ ਪਾਏ। ਉਹ ਬਿਲਕੁਲ ਆਪੋਜ਼ਿਟ ਸਿਨੈਰੀਓ ਹੈ। ਹੁਣ ਮੈਂ ਦੇਖਿਆ ਯਾਰ, ਮੈਂ ਕਿਤੇ ਨਾ ਕਿਤੇ ਫਾਦਰ ਦਾ ਤਾਂ ਨਹੀਂ ਮੈਂ ਉਹ ਕਰ ਰਿਹਾ, ਜਾਂ ਮੇਰੇ ਕੋਲ ਪੈਸਾ ਆਉਂਦਾ ਹੈ ਕਿ ਮੈਂ ਹੁਣ ਜਦ ਵੀ ਮੇਰੇ ਕੋਲ ਪੈਸਾ ਆਉਂਦਾ ਸੀ ਨਾ, ਮੈਂ ਕੀ ਕਰਦਾ ਸੀ, ਗੱਡੀ ਚੱਕ ਲਿਆਂਦਾ ਸੀ। ਮੈਨੂੰ ਬੜੀ ਕਾਹਲੀ ਪੈਂਦੀ ਸੀ, ਨਹੀਂ ਯਾਰ ਪੈਸਾ ਲਾ ਦਿਓ। ਸੋ ਉਹ ਮੇਰਾ ਕਿਤੇ ਨਾ ਕਿਤੇ ਮੇਰੇ ਮਦਰ ਦਾ ਬਲੂਪ੍ਰਿੰਟ ਕਾਪੀ ਹੋ ਗਿਆ ਕਿ ਮੇਰੇ ਮਦਰ ਕੋਲ ਵੀ ਜਿੱਦਾਂ ਪੈਸੇ ਆਉਂਦੇ ਨਾ, ਉਹਨਾਂ ਨੂੰ ਹੁੰਦਾ ਮੈਂ ਕਿਤੇ ਪ੍ਰੋਪਰਟੀ 'ਚ ਇਨਵੈਸਟ ਕਰਦਾ ਜਾਂ ਕਿਤੇ ਹੋਰ ਇਨਵੈਸਟ ਕਰਦਾ। ਸੋ ਉਹ ਹੁੰਦਾ, ਉਹ ਮੈਨੂੰ ਵੀ ਕਾਹਲੀ ਹੁੰਦੀ ਸੀਗੀ। ਮੈਂ ਰਿਅਲਾਈਜ਼ ਕੀਤਾ, ਮੈਂ ਕਿ ਯਾਰ ਇਟ ਇਜ਼ ਅ ਪ੍ਰੋਬਲਮ ਕਿ ਉਹ ਜਿੱਦਾਂ ਮੇਰੇ ਮਦਰ ਨੂੰ ਫੀਲ ਹੁੰਦਾ, ਸੇਮ ਮੈਨੂੰ ਫੀਲ ਹੁੰਦਾ ਕਿ ਜਿੱਦਾਂ ਹੀ ਪੈਸਾ ਆਇਆ ਮੈਂ ਕਿਤੇ ਲਗਾ ਦਾਂ ਕਿ ਉਹ ਖਰਚ ਨਾ ਹੋ ਜਾਏ, ਹੈ ਨਾ। ਸੋ ਉਹ ਚੀਜ਼ ਆ। ਔਰ ਜਿਹੜੀ ਸੇਵਿੰਗ ਦੀ ਸੀਗੀ, ਉਹ ਮੇਰੇ ਫਾਦਰ ਤੋਂ ਕਾਪੀ ਹੋ ਰਹੀ ਸੀਗੀ ਕਿ ਫਾਦਰ ਇਨਵੈਸਟਮੈਂਟ ਨਹੀਂ ਕਰ ਪਾ ਰਹੇ ਸੀਗੇ, ਪ੍ਰੋਪਰਟੀ ਨਹੀਂ ਬਣਾ ਪਾ ਰਹੇ ਸੀ, ਪੈਸਾ ਨਹੀਂ ਜੋੜ ਮੈਂ ਨਹੀਂ ਜੋੜ ਪਾ ਰਿਹਾ ਸੀਗਾ। ਸੋ ਉਹ ਦੋਨੋਂ ਚੀਜ਼ਾਂ ਨੂੰ ਮੈਂ ਬਿਲੀਫ ਸਿਸਟਮ ਨੂੰ ਤੋੜਿਆ। ਮੈਂ ਹੁਣ ਹਰ ਰੋਜ਼ ਈਵਨ ਮਨੀ ਐਫਰਮੇਸ਼ਨਸ ਕਰਦਾ। ਆਪਾਂ ਕਹਿੰਦੇ ਨਾ, ਈਵਨ ਮਨੀ ਐਫਰਮੇਸ਼ਨਸ ਨੂੰ ਆਪਾਂ ਯੂਜ਼ ਕਰਕੇ ਆਪਣੇ ਮਾਈਂਡਸੈਟ ਨੂੰ ਚੇਂਜ ਕਰ ਸਕਦੇ ਹਾਂ। ਜਿੱਦਾਂ ਮੈਂ ਆਪਣਾ ਐਗਜ਼ਾਮਪਲ ਦੇਣਾ, ਮੈਂ ਹਰ ਰੋਜ਼ ਯੂਜ਼ ਕਰਦਾ, ਆਈ ਐਮ ਅ ਮਨੀ ਮੈਗਨੇਟ। Money comes to me easily and effortlessly. Money comes to me from all directions. I love money and the money loves me. I have a multiple source of income. Basically ਕੀ ਹੈ, ਇਹ ਬੋਲਣ ਨਾਲ ਨਾ ਸਾਡਾ ਸਬਕੌਂਸ਼ੀਅਸ ਮਾਈਂਡ ਟ੍ਰੇਨ ਹੋ ਜਾਂਦਾ ਹੈ, ਪੋਜ਼ਿਟਿਵ ਹੋ ਜਾਂਦਾ। ਹਾਂ, ਮਤਲਬ ਅਗਰ ਨਹੀਂ ਵੀ ਹੈ ਨਾ ਤੁਹਾਡੀ ਜੇਬ 'ਚ ਪੈਸਾ, ਅਗਰ ਤੁਹਾਡਾ ਮਾਈਂਡ ਸੈਟ ਆ ਓਕੇ, ਤੁਸੀਂ ਪੈਸਾ ਬਣਾ ਲਓਗੇ। ਮਤਲਬ ਗੱਲ ਸਾਰੀ ਮਾਈਂਡ ਸੈਟ ਦੀ ਆ। ਬਿਲਕੁਲ, ਤੁਸੀਂ ਸਾਈਡ ਹਾਸਲ ਕਰੋਗੇ, ਉਹ ਐਕਸਟਰਾ ਐਫਰਟਸ ਪਾਉਣ, ਪੋਜ਼ਿਟਿਵਲੀ ਪਾਓਗੇ ਉਹਦੇ 'ਚ ਐਫਰਟਸ, ਔਰ ਐਫਰਟਸ ਹੀ ਰਿਜ਼ਲਟ ਦੇਣਗੀਆਂ ਤੁਹਾਨੂੰ। ਬਸ ਮੈਂ ਜਿਹੜੀ ਤੁਹਾਨੂੰ ਥੋੜ੍ਹੀ ਜਿਹੀ ਡੀਪ ਜਾ ਕੇ ਦੱਸੀ ਹੈ ਕਿ ਮਨੀ ਬਲੂਪ੍ਰਿੰਟ ਹੈ। ਕਿਤੇ ਨਾ ਕਿਤੇ ਅਸੀਂ ਲਾਈਫ 'ਚ ਆਪਣੇ ਕਿਉਂ ਨਹੀਂ ਸਕਸੀਡ ਕਰ ਪਾ ਰਹੇ ਕਿ ਅਸੀਂ ਆਪਣਾ ਸੋਸਾਇਟੀ ਦੀ ਚੀਜ਼ਾਂ ਨੂੰ ਕਾਪੀ ਕਰ ਰਹੇ ਹਾਂ ਕਿ ਪੈਸਾ ਬੁਰੀ ਚੀਜ਼ ਹੈ। ਪੈਸਾ ਬੁਰੀ ਚੀਜ਼ ਨਹੀਂ ਹੈ, ਪੈਸਾ ਅੱਛੀ ਚੀਜ਼ ਹੈ। ਤੁਹਾਨੂੰ ਅਗਰ ਕੋਈ ਵੀ ਘਰੇ ਖਰਚਾ ਕਰਨਾ ਹੈ, ਯੂ ਨੀਡ ਮਨੀ। ਡੈਫੀਨਿਟਲੀ। ਬੁਰਾ ਕਿੱਦਾਂ ਹੋਇਆ? ਨਹੀਂ ਹੋ ਸਕਦਾ। ਦੈਨ ਵੀ ਆਰ ਗੋਇੰਗ ਇਨਟੂ ਕੰਪਾਊਂਡਿੰਗ। ਰਾਈਟ। ਇਹ ਕੰਪਾਊਂਡਿੰਗ ਮੈਂ ਇਸ ਲਈ ਲੈ ਰਿਹਾ ਬਿਕੋਜ਼ ਇਹਨੂੰ ਸਾਰੇ ਕਰ ਸਕਦੇ ਆ, ਚਾਹੇ ਉਹ ਵਰਕਿੰਗ ਹੈ, ਜੌਬ 'ਚ ਹੈ, ਬਿਜ਼ਨਸ ਇਨਵੈਸਟਰ ਹੈ। ਹਾਊ ਯੂ ਐਕਸਪਲੇਨ ਇਟ? ਤੁਹਾਡਾ ਸਰ ਕੰਪਾਊਂਡਿੰਗ ਇੱਕ ਨਾ ਇੰਨਾ ਅੱਛਾ ਵਰਡ ਹੈ। ਕੰਪਾਊਂਡਿੰਗ ਆਫ ਰੂਲ ਆਫ 72 ਵਾਟ ਇਜ਼ ਦੈਟ? ਮਤਲਬ ਫਿਰ ਆਪਾਂ ਹਾਂ ਉਹ ਡਿਸਕਸ ਕਰਾਂਗੇ, ਉਹ ਮੈਂ ਤੁਹਾਨੂੰ ਬਾਅਦ 'ਚ ਦੱਸੂੰਗਾ। ਓਕੇ, ਸਭ ਤੋਂ ਪਹਿਲਾਂ ਆਪਾਂ ਬੇਸਿਕਸ ਆਫ ਕੰਪਾਊਂਡਿੰਗ ਸਮਝਦੇ ਹਾਂ। ਓਕੇ, ਕੰਪਾਊਂਡਿੰਗ ਦੇਖੋ ਹਰੇਕ ਕੰਮ ਦੇ ਵਿੱਚ ਹੁੰਦੀ ਹੈ। ਜਦ ਬੱਚਾ ਛੋਟਾ ਹੁੰਦਾ ਨਾ, ਉਹ ਲਿਖਣਾ ਸਟਾਰਟ ਕਰਦਾ ਹੈ, ਏ ਤੋਂ ਸਟਾਰਟ ਕਰਦਾ ਹੈ, ਬੀ ਸੀ, ਉਹ ਟੇਢਾ ਮੇਢਾ ਲਿਖੇਗਾ। ਬਟ ਹੌਲੀ ਹੌਲੀ ਹੀ ਗੈਟਸ ਪਰਫੈਕਟ। ਫਿਰ ਉਹਨੂੰ ਕਰਸਿਵ ਰਾਈਟਿੰਗ ਆ ਗਈ, ਫਿਰ ਈਵਨ ਐਸੇਜ਼ ਲਿਖਣੇ ਲੱਗ ਗਿਆ, ਫਿਰ ਉਹ ਪੋਇਟ ਬਣ ਗਿਆ। ਸੋ ਇਟ ਇਜ਼ ਆਲ ਕੰਪਾਊਂਡਿੰਗ।
ਇੱਕ ਆਰਟਿਸਟ ਜਦ ਸਟਾਰਟ ਕਰਦਾ, ਕਹਿ ਲਓ ਤੁਸੀਂ ਜਦ ਸਟਾਰਟ ਕੀਤੀ, ਮੈਂ ਤੁਹਾਨੂੰ ਤੁਹਾਡੀ ਜਰਨੀ ਦੀ ਗੱਲ ਕਰਦੇ ਹਾਂ, ਤੁਸੀਂ ਕਿੱਥੋਂ ਛੋਟੇ ਲੈਵਲ ਤੋਂ ਸਟਾਰਟ ਕੀਤਾ ਹੋਊਗਾ, ਇੱਕ ਕੈਮਰੇ ਤੋਂ, ਇੱਕ ਛੋਟੀ ਫੋਟੋ ਤੋਂ ਸਟਾਰਟ ਕੀਤਾ ਹੋਊਗਾ, ਐਡਿਟ ਤੋਂ, ਫਿਰ ਹੌਲੀ ਹੌਲੀ ਵੀਡੀਓ ਐਡੀਟਿੰਗ ਸਟਾਰਟ ਹੋ ਗਈ ਹੈ ਨਾ, ਕਿੰਨਾ ਕੁਛ ਹੋ ਗਿਆ, ਆਪਾਂ ਪ੍ਰੋਫੈਸ਼ਨਲ ਲੈਵਲ ਤੱਕ ਚੱਲਦੇ। ਇਸੇ ਤਰੀਕੇ ਨਾਲ ਕੰਪਾਊਂਡਿੰਗ ਕੰਮ ਕਰਦੀ ਹੈ। ਕੰਪਾਊਂਡਿੰਗ ਇੱਦਾਂ ਆ, ਇਹਦਾ ਗ੍ਰਾਫ ਇੱਦਾਂ ਜਾਂਦਾ। ਮਤਲਬ ਹੁਣ ਅਸੀਂ ਵੀਡੀਓ ਪਾ ਰਹੇ ਹਾਂ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਂ ਵੀਡੀਓ ਕੰਟੈਂਟ ਪਾਉਂਦਾ, ਮੈਂ ਵੀਡੀਓਜ਼ ਪਾਈ ਗਿਆ, ਮੈਨੂੰ 1 ਸਾਲ ਕੁਛ ਨਹੀਂ ਦਿਖਿਆ, ਪਰ ਮੇਰੀ ਇੱਕ ਵੀਡੀਓ ਸੀਗੀ ਉਹ ਇੱਦਾਂ ਚਲੇਗੀ। ਯੈਸ, ਦੈਟ ਇਜ਼ ਕੰਪਾਊਂਡਿੰਗ। ਸਮਝ ਗਏ? ਇਹ ਹਰੇਕ ਚੀਜ਼ 'ਚ ਇੰਪਲੀਮੈਂਟ ਆ। ਤੁਸੀਂ ਕੋਈ ਵੀ ਐਗਜ਼ਾਮਪਲ ਲੈ ਲਓ, ਈਵਨ ਜੋਬ ਕਰ ਰਿਹਾ, ਜਦ ਬੰਦੇ ਨੇ ਜੋਬ ਸ਼ੁਰੂ ਕੀਤੀ 5000 ਤੋਂ 10,000 ਤੋਂ 15,000 ਤੋਂ ਸਟਾਰਟ ਕੀਤੀ, ਫਿਰ ਆਉਂਦੇ ਕਰੀਅਰ ਦੇ ਵਿੱਚ 40-45 ਤੇ ਇੱਕਦਮ ਗਰੋਥ ਆਇਆ। ਯੈਸ, 5 ਫਿਗਰ ਈਜ਼ਲੀ ਹੋ ਜਾਂਦੀ। 5 ਫਿਗਰ ਈਜ਼ਲੀ। ਮੇਰੇ ਨਾਲ ਮੈਂ ਆਪਣੀ ਐਕਸਪੀਰੀਅੰਸ ਆ ਮੇਰਾ ਕਿ ਮੈਂ ਜਿਹੜੇ ਇਸ ਚੈਨਲ 'ਤੇ ਨਾ ਹੈਲਥ ਰਿਲੇਟਡ ਪਹਿਲਾਂ ਵੀਡੀਓ ਸ਼ੁਰੂ ਕੀਤੀਆਂ ਨੇ, ਉਹ ਟਾਕਿੰਗ ਹੈਡ ਵੀਡੀਓਜ਼ ਨੇ, ਅਤੇ ਮੇਰੀ ਲੱਕਲੀ ਕਹਿ ਲਓ 6th ਵੀਡੀਓ ਸੀ ਜਿਹੜੀ, ਉਹ ਗੋਨ ਅਪ ਟੂ ਲਾਈਕ ਥਾਊਜ਼ੈਂਡਸ। ਅਤੇ ਕਈ ਵਾਰ ਕੀ ਹੁੰਦਾ ਕਿ ਤੁਹਾਡਾ ਇੱਕੋ ਕਲਿੱਕ ਜਾਂ ਇੱਕੋ ਟਾਈਮਿੰਗ ਜਾਂ ਇੱਕ ਸਬਜੈਕਟ ਟੌਪਿਕ ਤੁਹਾਨੂੰ ਬੂਮ ਦੇ ਦਿੰਦਾ ਹੈ। ਸੋ ਉਹ ਮੇਰੀ ਵੀਡੀਓ ਲੱਖਾਂ 'ਚ ਚਲੀ ਗਈ ਈਜ਼ਲੀ। ਹਜੇ ਮੇਰੇ ਮੈਂ ਆਈ ਫੀਲ ਕਿ ਉਹ ਦੈਟ ਸ਼ੁੱਡ ਨਾਟ ਗੋ ਦੈਟ ਵੇ, ਬਿਕੋਜ਼ ਉਹਨੇ ਮੈਨੂੰ ਥੋੜ੍ਹਾ ਜਿਹਾ ਡਿਸਟਰੈਕਟ ਵੀ ਕੀਤਾ, ਅਤੇ ਮੈਨੂੰ ਲੱਗਦਾ ਸੀ ਮੈਨੂੰ ਹੋਰ ਵੀਡੀਓਜ਼। ਬਟ ਐਨੀ ਹਾਓ, ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਉਹ ਐਫਰਟਸ ਕਦੋਂ ਕੰਪਾਊਂਡ ਐਫਰਟ ਉਹ ਕਰ ਰਹੇ। ਸੋ ਹਾਊ 72 ਰੂਲ ਆਫ, ਹਾਂ, ਰੂਲ ਆਫ 72 ਦੇਖੋ ਬੇਸਿਕਲੀ ਨਾ ਮੇਰੇ ਮੈਂ ਗੁਰੂਦੇਵ ਬਣਾਇਆ ਹੋਇਆ, ਐਂਡ ਮੋਤੀਲਾਲ ਓਸਵਾਲ ਅਗਰ ਲੋਕਾਂ ਨੂੰ ਪਤਾ ਹੋਏ ਤਾਂ ਹੀ ਇਜ਼ ਇਟ ਇਜ਼ ਅ ਕੰਪਨੀ, ਠੀਕ ਹੈ, ਐਸੈਟ ਮੈਨੇਜਮੈਂਟ ਕੰਪਨੀ ਹੈਗੀ ਹੈ, ਐਂਡ ਉਹਨਾਂ ਦੇ CEO ਨੇ, 2 CEO ਨੇ, ਮੋਤੀਲਾਲ ਓਸਵਾਲ ਸਰ ਐਂਡ ਰਾਮਦੇਵ ਅਗਰਵਾਲ ਜੀ। ਸੋ ਜਿਹੜੇ ਰਾਮਦੇਵ ਅਗਰਵਾਲ ਸਰ ਨੇ ਨਾ, ਉਹ ਇੰਨੇ ਡਿਟੇਲ ਦੇ ਵਿੱਚ ਗੱਲ ਕਰਦੇ ਨੇ, ਬਿਕੋਜ਼ ਉਹ ਬਹੁਤ ਪੁਰਾਣੇ ਇਨਵੈਸਟਰ ਨੇ, 90s ਤੋਂ ਚੱਲੇ ਹੋਏ ਨੇ, ਜਦੋਂ ਮਤਲਬ ਸਾਡੀ ਵਰਗੀ ਉਮਰ ਦੇ ਸੀਗੇ, ਹੈ ਨਾ, 28-30 ਸਾਲਾਂ ਦੇ ਸੀਗੇ, ਇੱਕ ਨਵਾਂ ਕਰੀਅਰ ਸਟਾਰਟ ਹੋਇਆ। ਸੋ ਆਪਾਂ ਕਾਫੀ ਇਨਵੈਸਟਰਸ ਨੂੰ ਜਦ ਸੁਣਦੇ ਹਾਂ, ਔਰ ਉਹਨਾਂ ਦੇ ਗੁਰਦੇਵ ਵਾਰਨ ਬਫੇ ਨੇ ਕਿ ਜਿਨ੍ਹਾਂ ਨੇ ਵੈਲਥ ਬਣਾ ਕੇ ਦਿਖਾਈ ਹੈ। ਤੁਸੀਂ ਦੇਖੋ ਰਾਮਦੇਵ ਅਗਰਵਾਲ ਜੀ ਦੀ ਪਰਸਨਲ ਵੈਲਥ ਇਜ਼ 14,000 ਕਰੋੜ ਰੁਪੀਜ਼, ਉਸ ਤੋਂ ਵੀ ਜ਼ਿਆਦਾ ਹੋਏਗੀ ਸ਼ਾਇਦ। ਉਹ ਉਹਨਾਂ ਨੇ ਸਿਰਫ ਇੱਕ ਲਾਈਫ ਸਪੈਨ 'ਚ ਬਣਾਈ ਹੈ, ਔਰ ਸ਼ੁਰੂ ਕਿੱਥੋਂ ਕੀਤਾ, ਇੱਕ 50,000 ਤੋਂ, ਲੱਖ ਤੋਂ, ਮਤਲਬ 10,000 ਤੋਂ, ਬਹੁਤ ਛੋਟੇ ਲੈਵਲ ਤੋਂ ਕਰਦੇ ਕਰਦੇ ਬਹੁਤ ਉੱਚੇ ਲੈਵਲ ਤੱਕ ਗਏ, ਠੀਕ ਹੈ। ਉਹ ਗੱਲ ਕੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਨਾ ਤੁਹਾਨੂੰ ਇਹ ਦੇਖਣਾ ਪੈਂਦਾ ਹੈ ਕਿ ਆਪਣੇ ਗੁਰੂ ਬਣਾਓ, ਮੈਂਟਰਸ ਬਣਾਓ, ਠੀਕ ਹੈ, ਬਹੁਤ ਜ਼ਰੂਰੀ ਹੈ। ਲੋਕੀ ਸੋਚਦੇ ਆ ਕਿ ਸਾਨੂੰ ਕੀ ਲੋੜ ਹੈ, ਅਸੀਂ ਆਪ ਸਿੱਖ ਲਾਂਗੇ। ਮੈਂਟਰਸ ਦਾ ਨਾ ਡਿਫਾਈਨ ਕਰ ਲਓ। ਇੱਕ ਹੈ ਇੰਟਰਨੈਸ਼ਨਲ ਮੈਂਟਰ, ਕਿ ਤੁਸੀਂ ਜਿਹਨੂੰ ਨਹੀਂ ਮਿਲ ਸਕਦੇ ਪਰ ਆਨਲਾਈਨ ਦੇਖ ਸਕਦੇ ਹੋ, ਜਿੱਦਾਂ ਵਾਰਨ ਬਫੇ ਨੂੰ ਆਪਾਂ ਆਨਲਾਈਨ ਸੁਣ ਲਿਆ, ਉਸ ਤੋਂ ਬਾਅਦ ਨੈਸ਼ਨਲ ਹੋ ਗਏ, ਠੀਕ ਹੈ, ਫਿਰ ਲੋਕਲ ਇੱਕ ਤੁਹਾਡੇ ਫਰੈਂਡ ਸਰਕਲ ਹੋਣਾ ਚਾਹੀਦਾ ਹੈ। ਉਹ ਇਸ ਤਰੀਕੇ ਨਾਲ ਤੁਹਾਡਾ ਪੂਰਾ ਸਾਈਕਲ ਬਣ ਜਾਂਦਾ ਹੈ। ਬਾਕੀ ਰੂਲ ਆਫ 72 ਮੈਂ ਉਹਨਾਂ ਤੋਂ ਸਿੱਖਿਆ ਸੀਗਾ, ਐਂਡ ਉਹ ਬੇਸਿਕਲੀ ਕੀ ਕਹਿੰਦਾ ਹੈ ਕਿ ਤੁਹਾਡਾ ਪੈਸਾ ਕਿੰਨੇ ਟਾਈਮ 'ਚ ਡਬਲ ਹੋਏਗਾ। ਤੁਸੀਂ ਆਪਣਾ ਕੈਲਕੂਲੇਟਰ ਖੋਲੋ, ਮੈਂ ਤੁਹਾਨੂੰ ਕੈਲਕੂਲੇਟਰ, ਔਰ ਈਵਨ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਆਪਣੇ ਕੈਲਕੂਲੇਟਰਸ ਖੋਲੋ, ਜਿਹਦੇ ਨਾਲ ਤੁਹਾਨੂੰ ਆਈਡੀਆ ਹੋਏਗਾ ਕਿ ਪੈਸਾ ਡਬਲ ਹੋਣ ਦਾ ਸਾਈਕਲ ਕਿੰਨਾ ਚੱਲਦਾ ਹੈ, ਐਂਡ ਤੁਸੀਂ ਇਸ ਚੀਜ਼ ਨੂੰ ਖੁਦ ਕੈਲਕੂਲੇਟ ਕਰਕੇ ਦੇਖੋ। ਐਂਡ ਉਸ ਤੋਂ ਬਾਅਦ ਫਿਰ ਤੁਹਾਨੂੰ ਨਾ ਮੈਂ ਇਹ ਦੱਸੂੰਗਾ ਕਿ ਕਿਸ ਤਰੀਕੇ ਨਾਲ ਆਪਾਂ ਕੰਪਾਊਂਡਿੰਗ ਦੇ ਸਾਈਕਲਸ ਦਾ ਬੈਨੀਫਿਟ ਲੈ ਸਕਦੇ ਹਾਂ, ਔਰ ਕਿਸ ਤਰੀਕੇ ਨਾਲ ਵੈਲਥ ਬਣਦੀ ਹੈ, ਠੀਕ ਹੈ, ਔਰ ਸਾਡਾ ਮਾਈਂਡ ਉਸ ਤਰੀਕੇ ਨਾਲ ਚੱਲਦਾ ਨਹੀਂ ਹੈ, ਔਰ ਉਹਨੂੰ ਕਿੱਦਾਂ ਆਪਾਂ ਲੈ ਸਕਦੇ ਹਾਂ। ਹੁਣ ਤੁਸੀਂ ਦੇਖੋ, ਆਪਾਂ ਸਟਾਰਟ ਕਰਦੇ ਹਾਂ ਫਰੋਮ ਸਭ ਤੋਂ ਪਹਿਲਾਂ FD, ਠੀਕ ਹੈ। FD ਦੇ ਕਿੰਨਾ % ਰੇਟ ਆਫ ਇੰਟਰਸਟ ਮਿਲਦਾ ਹੈ, ਤੁਸੀਂ ਆਪ ਹੀ ਦੱਸੋਗੇ। ਮੈਕਸ ਟੂ ਮੈਕਸ 7 ਹਾਂ 7 ਜਾਂ 6 ਜਾਂ 7, ਹੈ ਨਾ। ਆਪਾਂ ਕਹਿੰਦੇ ਹਾਂ 70, ਇਹ ਨਾ ਰੂਲ ਕੀ ਕਹਿੰਦਾ, ਮੈਂ ਸਭ ਤੋਂ ਪਹਿਲਾਂ ਇਹ ਦੱਸਦਾ। 72 ਡਿਵਾਈਡਡ ਬਾਈ ਪਰਸੈਂਟੇਜ ਕਰ ਦਿਓ, ਠੀਕ ਹੈ, ਕਿੰਨਾ % ਤੁਹਾਨੂੰ ਰਿਟਰਨ ਆ ਰਿਹਾ, ਉਹ ਤੁਹਾਨੂੰ ਨਾ ਇਕੁਅਲ ਟੂ ਸਾਲ ਕੱਢ ਕੇ ਦੇ ਦੇਗਾ। 72 ਡਿਵਾਈਡਡ ਬਾਈ ਪਰਸੈਂਟੇਜ ਇਕੁਅਲ ਟੂ ਈਅਰਸ, ਕਿ ਤੁਹਾਡੇ ਕਿੰਨੇ ਸਾਲਾਂ 'ਚ ਪੈਸਾ ਉਹ ਡਬਲ ਹੋਏਗਾ। ਓਕੇ, ਠੀਕ ਹੈ। ਅਗਰ ਇਸੇ ਨੂੰ ਉਲਟਾ ਕਰ ਦੋਗੇ, 72 ਡਿਵਾਈਡਡ ਬਾਈ, ਕਿਸੇ ਨੇ ਕਿਹਾ ਕਿ ਮੈਂ ਤੇਰੇ 2 ਸਾਲ 'ਚ ਪੈਸੇ ਡਬਲ ਕਰ ਦੂੰਗਾ, ਦੈਟ ਮੀਨਸ 72 ਡਿਵਾਈਡਡ ਬਾਈ 2 ਕੀਤਾ ਤਾਂ ਉਹ ਮਤਲਬ 35% ਦੀ ਰਿਟਰਨ ਆ ਗਈ। ਸੋ ਇਸੇ ਤਰੀਕੇ ਨਾਲ ਸਿਸਟਮ ਰਹਿੰਦਾ ਹੈ, ਠੀਕ ਹੈ। ਹੁਣ ਤੁਸੀਂ ਦੇਖੋ 72 ਡਿਵਾਈਡਡ ਬਾਈ 7 ਇਜ਼ 10 years, ਮਤਲਬ 10 ਸਾਲਾਂ ਦੇ ਵਿੱਚ ਤੁਹਾਡਾ ਪੈਸਾ ਡਬਲ ਹੋਏਗਾ। ਹੁਣ ਇਹਦਾ ਮਤਲਬ ਕੀ ਹੋਇਆ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਤੁਸੀਂ FD ਦੇ ਵਿੱਚ 10 ਲੱਖ ਰੁਪਏ ਰੱਖਿਆ ਸੀਗਾ, ਐਂਡ 10 ਲੱਖ ਰੁਪਏ ਨੂੰ 20 ਲੱਖ ਰੁਪਏ ਹੋਣ ਵਾਸਤੇ 10 ਸਾਲ ਲੱਗਣਗੇ, ਠੀਕ ਹੈ। ਔਰ ਅਗਲਾ 20 ਲੱਖ ਤੋਂ 40 ਲੱਖ ਹੋਏਗਾ, 30 ਲੱਖ ਨਹੀਂ ਹੋਏਗਾ। ਤੁਹਾਨੂੰ ਇਹ ਚੀਜ਼ ਸਮਝਣੀ ਪਏਗੀ। ਦਿਸ ਇਜ਼ ਹਾਊ ਕੰਪਾਊਂਡਿੰਗ ਵਰਕਸ। ਇਹ ਮੈਂ ਤੁਹਾਨੂੰ ਸਾਈਕਲ ਦੱਸ ਰਿਹਾ ਕਿ 10 ਸਾਲਾਂ 'ਚ ਡਬਲ, 20 ਲੱਖ ਦਾ ਡਬਲ ਕਿੰਨਾ ਹੁੰਦਾ, 40 ਦਾ ਡਬਲ ਕਿੰਨਾ ਹੁੰਦਾ, 80 ਲੱਖ ਰੁਪਏ। ਦਿਸ ਇਜ਼ ਹਾਊ ਇਟ ਵਰਕਸ, ਠੀਕ ਹੈ। ਹੁਣ ਤੁਸੀਂ ਇਹ ਦੇਖੋ, ਡਿਫਰੈਂਟ ਐਸੈਟ ਕਲਾਸ ਦੀ ਗੱਲ ਕਰਾਂਗੇ। 72 ਡਿਵਾਈਡਡ ਬਾਏ, ਹੁਣ ਆਪਾਂ ਆ ਜਾਂਦੇ ਗੋਲਡ 'ਤੇ। ਤੁਹਾਡੇ ਹਿਸਾਬ ਨਾਲ ਗੋਲਡ ਕਿੰਨੇ % 'ਤੇ ਐਪਰੀਸ਼ੀਏਟ ਕਰਦਾ ਹੈ? 8 ਤੋਂ 9% 'ਤੇ ਅਪਰੋਕਸੀਮੇਟਲੀ, ਹੈ ਨਾ। 8 ਤੋਂ 9% ਆਪਾਂ ਕਹਿੰਦੇ ਹਾਂ 9% ਦੇ ਹਿਸਾਬ ਨਾਲ। ਦੈਟ ਮੀਨਸ 10 ਲੱਖ ਰੁਪਏ ਦਾ ਗੋਲਡ
ਹਰੇਕ 8 ਸਾਲਾਂ 'ਚ ਉਹ ਡਬਲ ਹੋ ਰਿਹਾ। ਪਰ ਇਸ 'ਚ ਨਾ ਡਿਸਕਲੇਮਰ ਦਊਂਗਾ ਮੈਂ ਸਾਰਿਆਂ ਨੂੰ, ਪਲੀਜ਼ ਡਿਸਕਲੇਮਰ ਹੈ ਕਿ ਉਹ ਬੇਸਿਕਲੀ ਕੀ ਹੁੰਦਾ, ਇਹ ਨਾ ਸਾਈਕਲਸ ਹੁੰਦੇ ਨੇ। ਮਤਲਬ ਕਈ ਵਾਰੀ 2-3 ਸਾਲ ਮਾਰਕੀਟ ਬਹੁਤ ਵਧੀਆ ਚੱਲਦੀ ਹੈ, ਫਿਰ ਥੋੜਾ ਸਟੇਬਲ ਹੋ ਜਾਂਦੀ ਹੈ, ਫਿਰ ਥੋੜਾ ਡਾਊਨ ਟ੍ਰੈਂਡ ਰਹਿੰਦਾ ਹੈ, ਫਿਰ ਇਸ ਤਰੀਕੇ ਨਾਲ ਚੀਜ਼ਾਂ ਚੱਲਦੀਆਂ। ਹਰ ਐਸੈਟ ਦਾ ਹੀ ਆਉਂਦਾ। ਹਾਂ, ਬਟ ਸਟਿਲ ਮੈਂ ਤੁਹਾਨੂੰ ਕਿਤੇ ਨਾ ਕਿਤੇ ਉਹਦੇ ਸਾਈਕਲ ਦੱਸ ਰਿਹਾ, ਹਾਊ ਇਟ ਵਰਕਸ, ਕੰਪਾਊਂਡਿੰਗ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਮਤਲਬ ਉਹਨੂੰ ਹੋਣ ਨੂੰ 1-2 ਸਾਲ ਉੱਪਰ ਥੱਲੇ ਹੋ ਸਕਦੇ ਆ, ਬਟ ਸਾਈਕਲ ਇੱਦਾਂ ਹੀ ਰਹਿੰਦਾ। ਠੀਕ ਹੈ, ਹੁਣ ਆਪਾਂ ਆਉਂਦੇ ਹਾਂ ਪ੍ਰੋਪਰਟੀ ਦੇ। ਕਹਿ ਲਓ ਹੁਣ ਤੁਹਾਡੇ ਕੋਲ 10 ਲੱਖ ਦਾ ਪਲਾਟ ਪਿਆ ਸੀਗਾ ਔਰ ਉਹ 10% 'ਤੇ ਕੰਪਾਊਂਡ ਕਰ ਰਿਹਾ। 72 ਡਿਵਾਈਡਡ ਬਾਈ 10 ਇਜ਼ ਹਰੇਕ 7 ਸਾਲ 'ਚ ਡਬਲ ਹੋ ਰਿਹਾ। 10 ਲੱਖ ਦਾ ਪਲਾਟ 20 ਲੱਖ ਰੁਪਏ ਦਾ ਅਗਲੇ 7 ਸਾਲਾਂ 'ਚ, 20 ਲੱਖ ਤੋਂ 40 ਲੱਖ ਰੁਪਇਆ ਅਗਲੇ 7 ਸਾਲਾਂ 'ਚ। ਇਸ ਤਰੀਕੇ ਨਾਲ ਸਿਸਟਮ ਚੱਲੇਗਾ, ਸਮਝ ਗਏ? ਸੋ ਇਹ ਤੁਹਾਨੂੰ ਨਾ ਸਾਈਕਲ ਦੱਸ ਦਿੰਦਾ ਤੁਹਾਡਾ ਸਾਈਕਲ ਕਿੰਨੇ ਟਾਈਮ 'ਚ ਡਬਲ ਹੋ ਰਿਹਾ। ਹੁਣ ਆਪਾਂ 12% ਦੀ ਗੱਲ ਕਰ ਲੈਂਦੇ ਹਾਂ। ਕਹਿ ਲਓ ਅਗਰ ਕੋਈ ਇੰਡੈਕਸ ਇਨਵੈਸਟਿੰਗ ਕਰ ਰਿਹਾ, ਪਿਛਲੇ 30 ਸਾਲ ਦਾ 40 ਸਾਲ ਦਾ ਅਗਰ ਤੁਸੀਂ ਡਾਟਾ ਚੱਕੋਗੇ, ਇੰਡੈਕਸ ਇਨਵੈਸਟਿੰਗ ਦੇ ਵਿੱਚ ਜਿਹੜਾ ਸਾਡਾ ਦੇਸ਼ ਗਰੋ ਹੋਇਆ ਹੈ 12 ਤੋਂ 13% 'ਤੇ ਸਾਡਾ ਦੇਸ਼ ਗਰੋ ਹੋਇਆ ਹੈ। ਮਤਲਬ ਇੰਡੈਕਸ ਇਨਵੈਸਟਿੰਗ ਤਾਂ ਇੱਕ ਬੇਸਿਕ ਇੰਡੀਅਨ ਦੀ ਇੱਕ ਹੱਕ ਆ ਕਿ ਅਗਰ ਆਪਾਂ ਇੰਡੈਕਸ ਇਨਵੈਸਟਿੰਗ ਵੀ ਨਹੀਂ ਕਰ ਰਹੇ ਨਾ। ਇੰਡੈਕਸ ਇਨਵੈਸਟਿੰਗ ਕੀ ਹੁੰਦਾ ਹੈ ਕਿ ਇੱਕ ਥਾਲੀ ਹੈ, 50 ਕੰਪਨੀਆਂ ਦੀ ਥਾਲੀ ਹੈ। ਠੀਕ ਹੈ, ਜੇ 5 ਕੰਪਨੀਆਂ ਵਧੀਆ ਪਰਫਾਰਮ ਨਹੀਂ ਕਰ ਰਹੀਆਂ ਬਾਹਰ ਆ ਜਾਣਗੀਆਂ, ਜਿਹੜੀਆਂ ਵਧੀਆ ਪਰਫਾਰਮ ਕਰ ਰਹੀਆਂ ਬੈਸਟ ਪਰਫਾਰਮਿੰਗ ਹੀ। ਸੋ ਮਤਲਬ ਇਸ ਤਰੀਕੇ ਨਾਲ ਚੀਜ਼ਾਂ ਚੱਲਦੀਆਂ ਔਰ ਇਹ 6 ਸਾਲ ਦਾ ਸਾਈਕਲ ਹੈ, ਸਮਝ ਗਏ? ਹੁਣ ਮੈਂ ਰਾਮਦੇਵ ਅਗਰਵਾਲ ਸਰ ਦਾ ਕਿਉਂ ਤੁਹਾਨੂੰ ਰੀਜ਼ਨ ਦੱਸਿਆ ਸੀਗਾ, ਉਹਨਾਂ ਨੇ ਨਾ ਸਾਈਕਲ ਸਮਝਾਏ। ਹੁਣ ਉਹਨਾਂ ਨੇ ਜਿਹੜੀ ਕੰਪਾਊਂਡਿੰਗ ਕੀਤੀ ਹੈ ਆਪਣੀ ਜਰਨੀ ਸ਼ੇਅਰ ਕਰਦੇ ਆ, ਉਹਨਾਂ ਨੇ 26% ਤੋਂ ਲੈ ਕੇ 35% ਤੱਕ ਕੰਪਾਊਂਡਿੰਗ ਕੀਤੀ ਹੈ। ਮਤਲਬ ਉਹਨਾਂ ਨੇ ਇੱਦਾਂ ਦੀ ਕੰਪਨੀ ਸਰਚ ਕੀਤੀਆਂ, ਇੱਦਾਂ ਦੇ ਰਿਸਰਚ ਕੀਤੀਆਂ, ਹੈ ਨਾ। ਔਰ ਈਵਨ ਜਿਹੜਾ ਉਹਨਾਂ ਦਾ ਬਿਜ਼ਨਸ ਹੈ ਉਹ 30-35% 'ਤੇ ਕੰਪਾਊਂਡ ਕੀਤਾ ਹੈ। ਉਹਦਾ ਮਤਲਬ ਅਸੀਂ ਸਮਝ ਨਹੀਂ ਸਕਦੇ ਕੀ ਹੈ ਉਹਦਾ। ਡਿਟੇਲ 'ਚ ਮੈਂ ਤੁਹਾਨੂੰ ਹੁਣੇ ਸਮਝਾਉਣਾ ਕੀ ਹੈ, ਤੁਸੀਂ ਆਪ ਕੈਲਕੂਲੇਟ ਕਰੋਗੇ। ਹੁਣੇ ਮੇਰੇ ਸਾਹਮਣੇ ਖੋਲੋ ਲਮਸਮ ਕੈਲਕੂਲੇਟਰ, ਗੂਗਲ ਖੋਲੋ ਐਂਡ ਤੁਹਾਨੂੰ ਮੈਂ ਕੈਲਕੂਲੇਟਰ ਦਿਖਾਣਾ ਐਂਡ ਯੂ ਵਿਲ ਬੀ ਸਰਪ੍ਰਾਈਜ਼ਡ ਕਿ ਕੀ ਡਿਫਰੈਂਸ ਆਉਂਦਾ। ਹੁਣ ਉਹਨਾਂ ਨੇ ਐਗਜ਼ਾਮਪਲ ਦਿੱਤਾ ਸੀਗਾ ਕਿ ਉਹਨਾਂ ਨੇ ਆਪਣੀ ਲਾਈਫ ਸਪੈਨ ਦੇ ਵਿੱਚ 14,000 ਕਰੋੜ ਦੀ ਨੈਟਵਰਥ ਕਿੱਦਾਂ ਬਣਾਈ। ਉਹਨਾਂ ਨੇ ਨਾ 26% ਦਾ ਐਗਜ਼ਾਮਪਲ ਲਿਆ ਸੀਗਾ, ਕਿਉਂਕਿ 72 ਡਿਵਾਈਡਡ ਬਾਈ 26% ਇਜ਼, ਆ ਦੇਖੋ 72 ਡਿਵਾਈਡਡ ਬਾਈ 26% ਇਜ਼, ਉਹਨਾਂ ਨੇ ਹਰੇਕ 3 ਤੋਂ 4 ਸਾਲ ਦੇ ਵਿੱਚ ਆਪਣਾ ਪੈਸਾ ਡਬਲ ਕੀਤਾ। ਓ ਮਾਈ ਗॉड, ਹੈ ਨਾ, ਰਾਮਦੇਵ ਸਰ ਨੇ। ਹੁਣ ਉਹਦਾ ਮਤਲਬ ਕੀ ਹੋਇਆ? 35% ਮਤਲਬ ਐਵਰੀ ਈਅਰ ਡਬਲ। ਇਹ ਤਾਂ 35% ਤੋਂ ਛੱਡ ਦਿਓ, ਉਹਦਾ ਉਹਨਾਂ ਦੀ ਕੰਪਨੀ ਕੰਪਾਊਂਡ ਕੀਤੀ ਹੈ, ਉਹਨਾਂ ਨੂੰ ਛੱਡ ਦਿਓ। ਮੈਂ ਤਾਂ ਉਹਨਾਂ ਦਾ ਐਗਜ਼ਾਮਪਲ ਲੈ ਰਿਹਾ। ਉਹਨਾਂ ਨੇ ਕਾਫੀ ਵੀਡੀਓਜ਼ 'ਚ ਇਸ ਚੀਜ਼ ਦੀ ਗੱਲ ਕਰਦੇ ਆ, ਕਿਉਂਕਿ ਇਹਦੇ ਵਿੱਚ ਨਾ ਇੱਕ ਤੁਹਾਨੂੰ 10 ਈਅਰ ਸਾਈਕਲ ਸਮਝ ਆ ਜਾਂਦਾ ਹੈ। ਬੇਸਿਕਲੀ ਮੈਂ ਕਿਉਂ ਐਗਜ਼ਾਮਪਲ ਲੈ ਰਿਹਾ, ਕਾਫੀ ਲੋਕੀ ਕਹਿੰਦੇ ਕਿੱਥੇ ਮਿਲਦਾ। ਮੈਂ ਇਹ ਚੀਜ਼ ਨਹੀਂ ਕਹੂੰਗਾ ਕਿ ਬਾਈ ਤੁਸੀਂ ਇਸ ਚੀਜ਼ ਪਿੱਛੇ ਜਾਓ, ਰਿਟਰਨਸ ਪਿੱਛੇ। ਡੋਂਟ ਗੋ ਆਫਟਰ ਰਿਟਰਨਸ, ਜਸਟ ਆਪਣੀ ਇਨਵੈਸਟਮੈਂਟ 'ਤੇ ਫੋਕਸ ਕਰੋ, ਆਪਣੇ ਟਾਈਮ ਹੋਰੀਜ਼ਨ 'ਤੇ ਫੋਕਸ ਕਰੋ। ਡੋਂਟ ਗੋ, ਬਿਕੋਜ਼ ਮੈਂ ਵੀ ਨਹੀਂ ਕਰਦਾ। ਮੈਂ ਆਪਣਾ ਫੋਕਸ ਕਰਦਾ ਬਿਜ਼ਨਸ 'ਤੇ ਕਿ ਮੈਂ ਆਪਣਾ ਪੈਸਾ ਕਿੱਦਾਂ ਕਮਾ ਸਕਦਾ, ਦੈਟਸ ਇਟ। ਅੱਗੇ ਰਿਟਰਨ ਚਾਹੇ ਮੈਨੂੰ 10 ਦੀ ਮਿਲੇ, 12 ਦੀ ਮਿਲੇ, ਡਜ਼ਨਟ ਮੈਟਰ। ਠੀਕ ਹੈ, ਉਹ ਮੇਰਾ ਪਰਪਸ ਨਹੀਂ ਹੈ। ਮੇਰਾ ਪਰਪਸ ਹੈ ਪੈਸਾ ਕਮਾਉਣਾ ਔਰ ਇਨਵੈਸਟ ਕਰਨਾ। ਠੀਕ ਹੈ, ਬਟ ਆਪਾਂ ਉਹ ਸਰ ਦਾ ਐਗਜ਼ਾਮਪਲ ਲਵਾਂਗੇ ਕਿਉਂਕਿ ਸਰ ਆਲਰੇਡੀ ਜਿਨ੍ਹਾਂ ਨੇ ਵੈਲਥ ਬਣਾਈ ਹੈ, ਆਪਾਂ ਉਹਨਾਂ ਦਾ ਐਗਜ਼ਾਮਪਲ ਲੈ ਸਕਦੇ ਹਾਂ। ਠੀਕ ਹੈ, ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ। ਦੇਖੋ ਲਮਸਮ ਕੈਲਕੂਲੇਟਰ ਖੋਲ੍ਹਿਆ ਮੈਂ, ਠੀਕ ਹੈ, ਤੁਸੀਂ ਵੀ ਖੋਲ੍ਹ ਸਕਦੇ ਹੋ ਇਹਨੂੰ। ਐਂਡ ਇੱਥੇ ਤੁਹਾਡੇ ਸਾਹਮਣੇ ਮੈਂ ਇਹ ਗਰੋ ਦਾ ਹੈਗਾ, ਇਹ ਖੋਲ੍ਹ ਸਕਦੇ ਹੋ, ਯੂ ਕੈਨ ਚੈੱਕ ਇਟ। ਠੀਕ ਹੈ, ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਜਿੱਦਾਂ ਹੁਣ ਰਾਮਦੇਵ ਅਗਰਵਾਲ ਜੀ ਨੇ 90s 'ਚ ਸ਼ੁਰੂ ਕੀਤਾ ਸੀ, ਉਹਨਾਂ ਕੋਲ ਨਾ 1 ਕਰੋੜ ਰੁਪਏ ਦਾ ਪੋਰਟਫੋਲੀਓ ਤਿਆਰ ਹੋ ਗਿਆ ਸੀ ਉਸ ਟਾਈਮ 'ਤੇ। ਠੀਕ ਹੈ, ਔਰ ਉਹਨਾਂ ਦੀ ਜਰਨੀ ਕਿੱਦਾਂ ਚੱਲੀ ਆਪਾਂ ਉਹਦੀ ਗੱਲ ਕਰਦੇ ਹਾਂ। 1 ਕਰੋੜ ਰੁਪਏ ਉਹਨਾਂ ਕੋਲ ਸੀਗਾ ਉਸ ਟਾਈਮ 'ਤੇ, ਉਹਨਾਂ ਨੇ ਬਣਾ ਲਿਆ ਸੀ ਹੌਲੀ ਹੌਲੀ ਇਨਵੈਸਟਮੈਂਟਸ ਕਰਕੇ ਐਂਡ 26% 'ਤੇ ਉਹਨਾਂ ਦਾ ਪੈਸਾ ਕੰਪਾਊਂਡ ਕੀਤਾ। ਦੈਟ ਮੀਨਸ ਕਿ ਹਰੇਕ 3 ਸਾਲ 'ਚ ਉਹਨਾਂ ਦਾ ਪੈਸਾ ਡਬਲ ਹੋ ਰਿਹਾ ਸੀਗਾ ਆਲਮੋਸਟ। ਠੀਕ ਹੈ, ਦੈਟ ਮੀਨਸ ਕਿ ਅਗਲੇ 3 ਸਾਲ 'ਚ ਕਿੰਨਾ ਹੋਇਆ? ਇਟ ਇਜ਼ 1 ਕਰੋੜ ਦਾ 1 ਕਰੋੜ ਦਾ ਡਬਲ ਕਿੰਨਾ ਹੁੰਦਾ? 2 ਕਰੋੜ ਰੁਪਏ। ਠੀਕ ਹੈ, ਇਟ ਇਜ਼ 2 ਕਰੋੜ ਰੁਪਏ। ਐਂਡ ਉਸ ਤੋਂ ਬਾਅਦ ਇਨ 6th ਈਅਰ, ਇਨ ਨੈਕਸਟ ਈਅਰ ਇਟ ਇਜ਼ 4 ਕਰੋੜ ਰੁਪਏ, 4 ਕਰੋੜ ਰੁਪਏ। ਠੀਕ ਹੈ, 8 ਕਰੋੜ ਰੁਪਏ। 8 ਕਰੋੜ ਦਾ 16 ਕਰੋੜ ਹੈ। ਆ ਦੇਖੋ 16 ਦਾ 32 ਕਰੋੜ ਹੈ, ਸਮਝ ਗਏ? 32 ਤੋਂ 64 ਕਰੋੜ ਹੈ, 64 ਤੋਂ 128 ਕਰੋੜ ਹੈ। ਮਤਲਬ ਤੁਹਾਨੂੰ ਹਰੇਕ ਬੰਦਾ ਨਾ, ਜਿੰਨੇ ਵੀ ਇਨਵੈਸਟਰ ਹੈ, ਉਹਨਾਂ ਨੇ 7 ਤੋਂ 8 ਸਾਈਕਲ ਕੀਤੇ ਨੇ ਆਪਣੀ ਲਾਈਫ 'ਚ, ਤਾਂ ਅਮੀਰ ਬਣੇ ਨੇ ਉਹ। ਕਿ ਉਹ ਕਿੱਥੋਂ ਸ਼ੁਰੂ ਹੋਏ? ਇੱਕ ਸਾਈਕਲ ਹੋਇਆ, ਦੂਜਾ ਸਾਈਕਲ ਹੋਇਆ। ਠੀਕ ਹੈ, ਇਸ ਤਰੀਕੇ ਨਾਲ 100 ਕਰੋੜ ਦਾ ਡਬਲ ਕਿੰਨਾ ਹੁੰਦਾ? 200 ਕਰੋੜ। 200 ਦਾ ਡਬਲ 400 ਕਰੋੜ, 800, 1600 ਕਰੋੜ। ਦੈਟਸ ਹਾਊ ਦੇ ਮੇਡ ਮਨੀ। ਔਰ ਤੁਸੀਂ ਅਗਰ 10 ਸਾਲ ਦਾ ਸਾਈਕਲ ਦੇਖੋਗੇ, ਆ ਦੇਖੋ, ਯੂ ਵਿਲ ਬੀ ਸਰਪ੍ਰਾਈਜ਼ ਟੂ ਸੀ ਕਿ ਉਹਨਾਂ ਨੇ ਆਪਣੀ ਜਰਨੀ 14,000 ਕਰੋੜ ਤੱਕ ਕਿੱਦਾਂ ਪਹੁੰਚਾਈ।
ਆਪਾਂ 10 ਲੱਖ ਤੋਂ ਸ਼ੁਰੂ ਕਰ ਲੈਂਦੇ ਹਾਂ, ਆਪਾਂ ਜ਼ਿਆਦਾ ਵੱਡਾ ਐਗਜ਼ਾਮਪਲ ਨਹੀਂ ਲਵਾਂਗੇ। 10 ਲੱਖ ਨੋਰਮਲ ਹੈ ਨਾ, 10 ਲੱਖ ਨੋਰਮਲ ਮੈਨੇਜੇਬਲ, ਹਾਂ ਮੈਨੇਜੇਬਲ ਹੈ। ਹੁਣ ਤੁਸੀਂ ਦੇਖੋਗੇ ਮੇਰੀ ਬੇਟੀ ਦਾ ਵੀ ਮੈਂ ਪੋਰਟਫੋਲੀਓ ਬਣਾ ਲਿਆ ਹੋਇਆ ਐਂਡ ਸ਼ੀ ਇਜ਼ ਰਾਈਟ ਨਾਓ 3 years old, 3 ਸਾਲ ਦੀ ਹੈ, 5 ਲੱਖ ਰੁਪਏ ਉਹਦੇ ਪੋਰਟਫੋਲੀਓ 'ਚ ਪਿਆ ਹੈ, ਠੀਕ ਹੈ। ਔਰ ਮੈਂ ਕਹਿੰਦਾ ਕਿ ਮੈਂ ਥੋੜ੍ਹੇ ਬਹੁਤ ਪੈਸੇ ਜੋੜ ਕੇ ਉਹਦਾ 10 ਲੱਖ ਰੁਪਏ ਦਾ ਪੋਰਟਫੋਲੀਓ ਕਰ ਲੈਣਾ, ਠੀਕ ਹੈ। ਔਰ ਉਹਦਾ ਸਿਰਫ ਮੈਂ ਉਹਨੂੰ ਐਕਸਟਰਾ 1 ਰੁਪਇਆ ਨਹੀਂ ਪਾ ਰਿਹਾ ਐਂਡ ਇਟ ਇਜ਼ ਕੰਪਾਊਂਡਿੰਗ ਐਟ ਜੋ ਰਾਮਦੇਵ ਅਗਰਵਾਲ ਜੀ ਕਹਿ ਰਹੇ ਉਸ ਰੇਟ 'ਤੇ, ਠੀਕ ਹੈ। ਹੁਣ 10 ਸਾਲਾਂ 'ਚ 10 lakhs is 10 times ਕਿੰਨਾ ਹੁੰਦਾ ਹੈ? 100, ਹਾਂ 1 ਕਰੋੜ। 1 ਕਰੋੜ 10 ਲੱਖ ਦਾ ਇੰਟੂ 10 ਕਰ ਦੋ ਤਾਂ 1 ਕਰੋੜ ਹੋ ਗਿਆ, ਠੀਕ ਹੈ। ਔਰ ਅਗਲੇ 10 ਸਾਲਾਂ 'ਚ ਇਟ ਇਜ਼ 1 ਕਰੋੜ ਦਾ 10 ਟਾਈਮ ਕਿੰਨਾ ਹੁੰਦਾ ਹੈ? 10 ਕਰੋੜ। 10 ਕਰੋੜ ਦਾ 10 ਟਾਈਮ ਕਿੰਨਾ ਹੁੰਦਾ ਹੈ? 100 ਕਰੋੜ। 100 ਕਰੋੜ। ਮਤਲਬ ਜਦ ਮੇਰੀ ਬੇਟੀ 30 ਸਾਲ ਦੀ ਹੋਏਗੀ, ਅਗਰ 26% 'ਤੇ ਵੀ ਪੈਸਾ ਕੰਪਾਊਂਡ ਕਰ ਰਿਹਾ, ਇਟ ਇਜ਼ 100 ਕਰੋੜ ਰੁਪੀਜ਼। ਪਰ ਲੋਕੀ ਸਮਝਦੇ ਨਹੀਂ ਇਸ ਚੀਜ਼ ਨੂੰ। ਔਰ ਇਹੀ ਅਗਰ ਕਹਿ ਲਓ 5-10 ਸਾਲ ਹੋਰ ਪਿਆ ਹੈਗਾ 1000 ਕਰੋੜ। ਰੂਲ ਆਫ 72 'ਚ ਤਾਂ ਦੇਖੋ ਇਹੀ ਰਹਿੰਦਾ ਕਿ ਬੇਸਿਕਲੀ ਤੁਹਾਨੂੰ ਇਹ ਦੱਸਦਾ ਹੈ ਕਿ ਕਿੰਨੇ ਟਾਈਮ 'ਚ ਤੁਹਾਡਾ ਪੈਸਾ ਡਬਲ ਹੋਏਗਾ, ਠੀਕ ਹੈ। ਉਸ ਤੋਂ ਫਿਰ ਅੱਗੇ ਸਾਈਕਲ ਚੱਲਦੇ ਆ, ਤੁਹਾਨੂੰ ਸਮਝ ਆਉਂਦਾ ਹੈ ਕਿ ਅਗਰ ਤੁਸੀਂ ਰੀਅਲ ਐਸਟੇਟ 'ਚ ਇਨਵੈਸਟ ਕਰ ਰਹੇ ਹੋ ਤਾਂ ਤੁਹਾਡਾ ਪੈਸਾ ਕਿੱਦਾਂ ਕੰਪਾਊਂਡ ਕਰੇਗਾ, ਠੀਕ ਹੈ। 10 ਲੱਖ ਰੁਪਏ ਦਾ ਪਲਾਟ, ਉਹਦੀ ਕੀ ਵੈਲਿਊ ਹੋਊਗੀ ਆਫਟਰ ਉਹ, ਮਤਲਬ ਇਹ ਚੀਜ਼ ਹੁੰਦੀ ਹੈ ਕਿ ਅਗਰ ਤੁਸੀਂ FD 'ਚ ਵੀ ਪੈਸਾ ਮਤਲਬ ਕਰ ਰਹੇ ਹੋ ਤਾਂ ਕਿੰਨੇ ਟਾਈਮ 'ਚ ਤੁਹਾਡਾ ਕਿੰਨਾ ਪੈਸਾ ਹੋਏਗਾ, ਯੂ ਕੈਨ ਗੈਸ। ਮੈਂ ਚੀਜ਼ਾਂ ਨਾ ਕੁਛ ਅਗਰ ਮੇਰਾ ਇੰਟਰਸਟ ਹੈ, ਅਸੀਂ ਇੱਕ ਸਿਨੈਰੀਓ ਕ੍ਰੀਏਟ ਕਰ ਲਿਆ ਬਾਏ ਦਾ ਕਨਵਰਸੇਸ਼ਨ। ਜਿਹਨੂੰ ਇੰਟਰਸਟ ਆ, ਜਿਹੜਾ ਇਹ ਕਰਨਾ ਚਾਹੁੰਦਾ ਨਾ, ਉਹ ਜਿੰਨੀ ਦੇਰ ਆਪਣੀ ਇਨਪੁਟ ਨਹੀਂ ਕਰੇਗਾ, ਆਪਣਾ ਹੋਮਵਰਕ ਨਹੀਂ ਕਰੇਗਾ, ਆਪਣੇ ਗੂਗਲ ਨਹੀਂ ਕਰੇਗਾ, ਆਪਣੀ ਰਿਸਰਚ ਵਰਕ ਨਹੀਂ ਕਰੇਗਾ, ਉਹ ਪੋਸੀਬਲ ਨਹੀਂ ਹੋਣਾ। ਇਹ ਇੱਦਾਂ ਨਹੀਂ ਹੋ ਜਾਣਾ ਕਿ ਅਸੀਂ ਕਨਵਰਸੇਸ਼ਨ ਕੀਤੀ, ਅਸੀਂ ਆਈਡੀਆ ਦੇ ਰਹੇ ਹਾਂ, ਠੀਕ ਹੈ। ਉਹਨੂੰ ਪ੍ਰੈਕਟੀਕੈਲਿਟੀ ਤੁਹਾਡੀ ਲਾਈਫ 'ਚ ਕਿੱਦਾਂ ਤੁਸੀਂ ਪੋਸੀਬਲ ਕਰਨਾ ਆ, ਉਹ ਆਡੀਅנס ਨੇ ਖੁਦ ਕਰਨਾ ਪਏਗਾ। ਅਦਰਵਾਈਜ਼ ਉਹਨੇ ਇੰਟਰਸਟ ਨਾਲ ਉਹ ਚੀਜ਼ ਡਿਵੈਲਪ ਨਹੀਂ ਹੋਣੀ ਹੈਗੀ। ਸੋ ਇਸ ਲਈ ਆਪਾਂ ਸਾਰਾ ਕੁਝ ਕੁੱਕ ਕਰਕੇ ਵੀ ਮੈਂ ਨਹੀਂ ਚਾਹੁੰਦਾ ਕਿ ਸਾਰਾ ਕੁਝ ਉੱਦਾਂ ਹੀ ਕੁੱਕ ਕਰਕੇ ਦੇ ਦਈਏ। ਅਤੇ ਮੈਨੂੰ ਲੱਗਦਾ ਵੀ ਜਦੋਂ ਅਸੀਂ ਪਰਸਨਲ ਇਨਪੁਟ ਦਿੰਦੇ ਹਾਂ ਫਿਰ ਉਹ ਜ਼ਿਆਦਾ ਸਾਡਾ ਇੰਟਰਸਟ ਵੀ ਡਿਵੈਲਪ ਹੁੰਦਾ ਔਰ ਫਿਰ ਉਹ ਪੋਸੀਬਲ ਵੀ ਹੋਣ ਲੱਗਦੀਆਂ ਨੇ। ਸਰ ਇਹ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਕਿ ਜਿਹੜੀ ਸੈਲਫ ਨੌਲੇਜ ਹੈ ਨਾ, ਸੈਲਫ ਨੌਲੇਜ, ਹੁਣ ਲੋਕੀ ਕੀ ਕਰਦੇ, ਸਭ ਤੋਂ ਵੱਡੀ ਗਲਤੀਆਂ ਮੈਂ ਤੁਹਾਨੂੰ ਦੱਸ ਦਿੰਦਾ। ਲੋਕੀ ਆਪਣਾ ਪੈਸਾ ਕਮਾਇਆ ਹੋਇਆ ਹਾਰਡ ਅਰਨਡ ਮਨੀ ਲੋਕਾਂ ਨੂੰ ਦੇ ਦਿੰਦੇ ਆ ਔਰ ਦੇ ਲੂਜ਼ ਦੇ ਮਨੀ, ਠੀਕ ਹੈ। ਬਸ ਪੈਸਾ ਡਬਲ ਹੁਣ ਮੈਂ ਤਾਂ ਤੁਹਾਨੂੰ ਤਰੀਕਾ ਦੱਸਤਾ ਕਿ ਤੁਸੀਂ ਕਿੱਦਾਂ ਕਰਨਾ, ਬਟ ਉਹ ਕੀ ਕਰਨਗੇ, ਐਕਸਟ੍ਰੀਮ ਲੈਵਲ ਦੇ ਵਿੱਚ ਕਰਨਗੇ। ਕ੍ਰਿਪਟੋ 'ਚ ਇਨਵੈਸਟ ਕਰਤਾ, ਕੋਈ ਇੱਦਾਂ ਦੇ ਕੋਇਨ 'ਚ ਕਰਤਾ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਪੈਸਾ ਖਤਮ ਹੋ ਗਿਆ ਫਿਰ ਵਿਚਾਰੇ ਬਹਿ ਜਾਂਦੇ। ਹੁਣ ਜਿਹੜਾ ਬਜਟਿੰਗ ਜਾਂ ਜਿਹੜੀ ਹੈਗੀ ਆ ਸਾਡੀ ਮਨੀ ਮੈਨੇਜਮੈਂਟ, ਇਹ ਸਾਰੀਆਂ ਚੀਜ਼ਾਂ ਨੂੰ ਪੋਸੀਬਲ ਕਰੇਗੀ, ਠੀਕ ਹੈ। ਕਿ ਅਸੀਂ ਇਹ ਸਾਰਾ ਕੁਝ ਕਰਨਾ ਕਿੱਦਾਂ ਆਪਣੀ ਲਾਈਫ 'ਚ। ਅਸੀਂ ਇਹ ਤਾਂ ਸਮਝ ਲਿਆ ਵੀ ਹਾਂਜੀ ਇਹ ਡਬਲ ਵੀ ਹੋ ਸਕਦਾ ਵਿਦਿਨ ਈਅਰ ਐਂਡ ਹਾਫ, ਜਾਂ ਗ੍ਰੈਜੂਅਲੀ 10 ਸਾਲ 'ਚ ਜਾਂ 7 ਸਾਲ 'ਚ ਕਿੱਦਾਂ ਪੋਸੀਬਲ ਹੈ। ਬਟ ਉਹਦੇ ਲਈ ਜਿਹੜੀ ਸਾਡੇ ਕੋਲ ਪ੍ਰੈਜ਼ੈਂਟ ਅਰਨਿੰਗ ਆ, ਜਾਂ ਅਸੀਂ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਹਾਊ ਯੂ ਸੀ ਇਟ। ਸਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਰੂੰਗਾ, ਜਿਹੜੀ ਇਨਵੈਸਟਿੰਗ ਹੈ ਨਾ, ਈਵਨ ਇਟ ਇਜ਼ ਆਲਸੋ ਅ ਸਲੋ ਲੇਨ ਪ੍ਰੋਸੈਸ। ਇਹ ਵੀ ਸਲੋ ਪ੍ਰੋਸੈਸ ਹੈ, ਪਤਾ ਤੁਹਾਨੂੰ। ਮਤਲਬ ਆਪਾਂ ਮੈਂ ਤੁਹਾਨੂੰ ਇੰਨੀ ਚੀਜ਼ ਦੱਸੀਆਂ ਕਿ ਬਾਈ ਇੰਨਾ ਪੈਸਾ ਹੋ ਜਾਏਗਾ ਤਾਂ ਇਟ ਇਜ਼ ਆਲਸੋ ਸਲੋ ਲੇਨ ਪ੍ਰੋਸੈਸ। ਇਹ ਜੋ ਸਭ ਤੋਂ ਫਾਸਟ ਪ੍ਰੋਸੈਸ ਕੀ ਹੈ, ਆਪਣੇ ਆਪ 'ਤੇ ਇਨਵੈਸਟ ਕਰੋ। ਕਿਉਂਕਿ ਅੱਜ ਤੁਸੀਂ ਅਗਰ 10,000 ਕਮਾ ਰਹੇ ਹੋ ਨਾ, ਅਗਰ ਤੁਸੀਂ ਕੋਈ ਇੱਦਾਂ ਦੀ ਸਕਿੱਲ ਕਰ ਲਈ, ਠੀਕ ਹੈ, ਜਿਹਦੇ ਨਾਲ ਤੁਸੀਂ ਕੋਈ ਕੋਰਸ ਕੀਤਾ, ਡਿਜੀਟਲ ਮਾਰਕੀਟਿੰਗ ਕੋਰਸ ਕਰ ਲਿਆ, ਠੀਕ ਹੈ। ਹੁਣ ਤੁਹਾਨੂੰ ਪਤਾ ਹੈ ਕਿ ਹਾਂ ਵੀ ਤੁਸੀਂ ਇੱਕ ਵੈਬਸਾਈਟ ਦਾ ਬੰਦੇ ਤੋਂ 25,000 20,000 ਵੀ ਲੈ ਸਕਦੇ ਹੋ। ਲੱਖ ਰੁਪਏ ਕਮਾ ਲਿਆ ਮਹੀਨੇ ਦਾ, ਮਤਲਬ ਤੁਹਾਡੀ ਇਨਕਮ ਇੱਦਾਂ ਹੋ ਗਈ। ਸੋ ਸਭ ਤੋਂ ਪਹਿਲਾਂ ਆਪਣੀ ਸੈਲਫ ਇਨਵੈਸਟਿੰਗ 'ਤੇ ਫੋਕਸ ਕਰੋ। ਲੋਕੀ ਪ੍ਰੋਬਲਮ ਕੀ ਹੈ, ਆਪਣੇ ਇਹ ਦੇਖਦੇ ਆ ਕਿ ਅਗਰ ਮੈਂ 10,000 ਕਮਾਉਣਾ ਤਾਂ ਮੈਂ 1,000 ਕਿੱਦਾਂ ਇਨਵੈਸਟ ਕਰਦਾ। ਇਹ ਨਹੀਂ ਸੋਚਦੇ ਕਿ ਪਹਿਲਾਂ 1,000 ਆਪਣੇ ਆਪ 'ਤੇ ਇਨਵੈਸਟ ਕਰੋ, ਉਹਨੂੰ ਫਿਰ ਸਕਿੱਲਸ 'ਤੇ ਲਗਾਓ, ਫਿਰ ਉਹਨੀ 10,000 ਦੀ ਸੈਲਰੀ ਨੂੰ ਪਹਿਲਾਂ ਲੈ ਕੇ ਜਾਓ 1 ਲੱਖ 'ਤੇ, ਫਿਰ ਉਸ ਤੋਂ ਬਾਅਦ ਜਿਹੜੇ 20-30,000 ਨਾਲ ਤੁਹਾਡੇ ਘਰ ਦੇ ਖਰਚੇ ਚੱਲ ਰਹੇ ਆ ਉਹਦੇ ਨਾਲ ਚਲਾਓ ਐਂਡ ਲੈਟ ਦ ਅਦਰ ਮਨੀ ਵਰਕ ਫॉर ਯੂ, ਹੈ ਨਾ। ਸੋ ਇਹ ਚੀਜ਼ ਹੈ। ਸੋ ਬਜਟਿੰਗ ਦਾ ਇੱਕ ਬਹੁਤ ਅੱਛਾ ਰੂਲ ਹੈ, ਦੈਟ ਇਜ਼ ਅ 50-30-20 ਰੂਲ ਹੈ। ਐਂਡ ਉਹ ਰੂਲ ਕੀ ਕਹਿੰਦਾ, 50% ਤੁਹਾਡਾ ਨੀਡਸ 'ਚ ਜਾਣਾ ਚਾਹੀਦਾ, ਮੈਕਸ ਟੂ ਮੈਕਸ। 30% ਤੁਹਾਡੀ ਵਾਂਟਸ। ਹੁਣ ਲੋਕੀ ਕਹਿੰਦੇ ਆ ਯਾਰ ਪੈਸਾ ਸੇਵ ਹੀ ਕਰੀ ਜਾਣਾ, ਜ਼ਿੰਦਗੀ ਨਹੀਂ ਜੀਣੀ। ਪਰ ਆਪਾਂ ਕਹਿੰਦੇ, ਮੈਂ ਤੁਹਾਨੂੰ ਆਪਣਾ ਦੱਸਦਾ, ਮੈਂ ਇੱਕ 10% ਆਪਣੇ ਵਾਸਤੇ ਰੂਲ ਯੂਜ਼ ਕਰਦਾ, ਦੈਟ ਇਜ਼ ਅ ਜੋਏ ਅਕਾਊਂਟ। ਮੇਰਾ ਇੱਕ ਜੋਏ ਅਕਾਊਂਟ ਹੈ। ਓਕੇ। ਉਹ 'ਚ ਮੈਂ ਕੀ ਕਰਦਾ, ਮੇਰੇ ਕੋਲ ਜਿੰਨੇ ਵੀ ਪੈਸੇ ਬਚਦੇ, ਵੈਸੇ ਤਾਂ 10% ਨਹੀਂ ਕਰ ਪਾਉਂਦਾ ਮੈਂ, ਬਟ ਜੋ ਵੀ ਮੇਰੇ ਕੋਲ ਪੈਸਾ ਬਚਿਆ 5-10,000 ਰੁਪਇਆ ਕੁਛ ਵੀ ਐਕਸਟਰਾ ਹੁੰਦਾ, ਉਹ ਮੈਂ ਜੋਏ ਅਕਾਊਂਟ 'ਚ ਪਾ ਦਿੰਦਾ। ਓਕੇ। ਉਹ ਜੋਏ ਅਕਾਊਂਟ 'ਚ ਕੀ ਹੁੰਦਾ ਹੈ ਕਿ ਜਦ ਵੀ ਮੈਂ ਘੁੰਮਣ ਫਿਰਨ ਜਾਣਾ, ਹੁਣ ਮੈਂ ਅਗਲੇ ਮਹੀਨੇ ਘੁੰਮਣ ਫਿਰਨ ਜਾਣਾ, ਮੈਂ ਉੱਥੋਂ ਪੈਸਾ ਯੂਜ਼ ਕਰਨਾ।
ਉਹ ਮੇਰਾ ਵਾਂਟਸ 'ਚ ਆ ਗਿਆ ਕਿ ਮੇਰਾ ਇੰਜੋਇਮੈਂਟ ਹੈ, ਮੇਰੇ ਕੱਪੜੇ ਲੈਣੇ ਹੈ, ਘੁੰਮਣਾ ਹੈ, ਫਿਰਨਾ ਹੈ। ਅੱਜ ਕੱਲ੍ਹ ਆਈਫੋਨ ਆ ਗਿਆ, ਆਈਫੋਨ 17 ਆ ਗਿਆ। ਆਈਫੋਨ 17 ਲੋਕੀ ਕੀ ਕਰਦੇ ਆ, ਇਟ ਇਜ਼ ਵਾਂਟ, ਇਟ ਇਜ਼ ਨਾਟ ਨੀਡ। ਉਹ ਲੋਕੀ ਕੀ ਕਰਦੇ ਆ, ਜੇ 10,000 ਰੁਪਏ ਦੀ ਕਿਸ਼ਤ ਹੈ ਜਾਂ 20,000 ਦੀ ਜੇ ਮਤਲਬ ਸੈਲਰੀ ਹੈਗੀ ਹੈ ਅਤੇ ਉਹਨਾਂ ਨੇ ਸਿੱਧੀ ਅੱਧੀ ਸੈਲਰੀ ਉਡਾ ਦੇਣੀ, ਮਤਲਬ 1 ਸਾਲ ਦੀ ਸੈਲਰੀ ਗਾਇਬ। ਸੋ ਇਸ ਚੀਜ਼ ਨੂੰ ਸਮਝਦੇ ਨਹੀਂ। ਤਾਂ 50% ਇਜ਼ ਯੋਰ ਨੀਡਸ, ਠੀਕ ਹੈ, 30% ਵਾਂਟਸ ਨੇ ਜਿਹਦੇ ਵਿੱਚ ਤੁਸੀਂ ਆਪਣੇ ਘੁੰਮਣਾ ਫਿਰਨਾ, ਮੋਬਾਈਲ, ਗੱਡੀਆਂ, ਕੁਛ ਵੀ ਹੈ, ਐਂਡ 20% ਤੁਸੀਂ ਇਨਵੈਸਟ ਕਰ ਸਕਦੇ ਹੋ, ਠੀਕ ਹੈ, ਉਹ ਤੁਹਾਡਾ ਇਨਵੈਸਟਮੈਂਟ 'ਚ ਜਾ ਸਕਦਾ ਹੈ। ਬਟ ਇਹਦੇ ਵਿੱਚ ਇੱਦਾਂ ਨਹੀਂ ਹੈ ਕਿ ਇਟ ਵਿਲ ਵਰਕ ਫॉर ਦ ਬਿਗਰ ਸੈਲਰੀਜ਼। ਜਦ ਤੁਹਾਡੀ ਸੈਲਰੀ ਬਹੁਤ ਜ਼ਿਆਦਾ ਹੋਗੀ, ਕਹਿ ਲਓ ਅੱਜ ਤੁਸੀਂ 50,000 ਕਮਾ ਰਹੇ ਹੋ, ਉੱਥੇ ਤੁਸੀਂ ਇਸ ਰੂਲ ਨੂੰ ਯੂਜ਼ ਕਰ ਸਕਦੇ ਹੋ, ਕਿਉਂਕਿ 50,000 ਚੋਂ 20-25,000 ਰੁਪਏ ਦਾ ਘਰ ਦੇ ਖਰਚਿਆਂ 'ਚ ਚੱਲ ਜਾਂਦਾ, ਠੀਕ ਹੈ। ਥੋੜ੍ਹਾ ਪੈਸਾ ਚਲੋ 10,000 ਰੁਪਇਆ ਉੱਧਰ ਹੋ ਗਿਆ, 5-10,000 ਰੁਪਇਆ ਬੰਦਾ ਮੋਟਾ ਸੇਵ ਕਰ ਸਕਦਾ ਹੈ ਨਾ। ਸੋ ਇਸ ਤਰੀਕੇ ਨਾਲ। ਬਟ ਜਦ ਤੁਹਾਡੀ ਸੈਲਰੀ ਕਹਿ ਲਓ 2 ਲੱਖ ਰੁਪਏ ਮਹੀਨੇ ਦੀ ਹੋ ਗਈ, ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੱਖ ਰੁਪਏ ਖਰਚੇ ਵਧਾ ਲਓਗੇ। ਹਾਂ, ਉੱਥੇ ਤੁਹਾਡੇ ਖਰਚੇ 50,000 ਹੋਣਗੇ, ਬਟ ਇਨਵੈਸਟਮੈਂਟ ਕ੍ਰਾਈਟੀਰੀਆ ਇੰਕਰੀਜ਼ ਹੋ ਜਾਏਗਾ, ਚੇਂਜ ਹੋ ਜਾਏਗਾ। ਉੱਥੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਮੋਲਡ ਕਰਨਾ ਹੈ। ਮੈਂ ਆਪਣੇ ਹਿਸਾਬ ਨਾਲ ਇਸ ਰੂਲ ਨੂੰ ਮੋਲਡ ਕੀਤਾ ਹੋਇਆ। ਸੋ ਬਜਟਿੰਗ ਦੀ ਜਦ ਆਪਾਂ ਗੱਲ ਕਰਦੇ ਹਾਂ ਨਾ, ਇਸ 'ਚ ਇੱਕ ਚੀਜ਼ ਹੋਰ ਆਉਂਦੀ ਹੈ ਜਿਹੜੀ ਮੋਸਟਲੀ ਲੋਕ ਨਹੀਂ ਕਰਦੇ, ਠੀਕ ਹੈ। ਔਰ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸਭ ਤੋਂ ਪਹਿਲਾਂ ਆਪਣੇ ਖਰਚਿਆਂ ਨੂੰ ਲਿਖਣ ਤੋਂ। ਤੁਸੀਂ ਐਸਟੀਮੇਟ ਨਹੀਂ ਲਗਾਓਗੇ। ਮੈਨੂੰ ਆਪ ਨਹੀਂ ਪਤਾ ਸੀਗਾ ਜਦ ਮੈਂ ਆਪਣੇ ਲਿਖਣੇ ਸਟਾਰਟ ਕੀਤੇ ਨਾ, ਮੇਰਾ ਹੁਣ ਵੀ ਤੁਹਾਨੂੰ ਗਰੁੱਪ ਦਿਖਾਣਾ, ਮੇਰੇ ਘਰ ਦੇ ਖਰਚਿਆਂ ਦੇ ਵਿੱਚ ਮੇਰੇ 1 ਲੱਖ ਰੁਪਏ ਮੰਥਲੀ ਦੇ ਖਰਚੇ ਹੈ ਮੇਰੇ। ਔਰ ਉਹਦੇ ਵਿੱਚ ਕਿੱਦਾਂ 10 ਰੁਪਏ ਦੇ ਚਿਪਸ ਲੈ ਲਏ, ਅੱਛਾ, ਕੋਈ 20 ਰੁਪਏ ਦੇ ਕੋਈ ਗੋਲ ਗੱਪੇ ਖਾ ਲਏ, ਮਤਲਬ ਉਹ ਐਡ ਕਰਕੇ ਮਤਲਬ ਇੰਨਾ ਜ਼ਿਆਦਾ ਹੋ ਜਾਂਦਾ ਕਈ ਵਾਰੀ ਕਿ ਉਹ 80-90 ਹਜ਼ਾਰ ਜਾਂ ਲੱਖ ਰੁਪਏ ਦੇ ਮਹੀਨੇ ਦੇ ਖਰਚੇ ਹੁੰਦੇ ਆ ਜਸਟ ਫॉर ਦ ਹੋਮ ਐਕਸਪੈਂਸਿਸ। ਕੋਈ ਫालतू ਖਰਚ ਨਹੀਂ ਕਰਦੇ, ਕੋਈ ਕੁਛ ਨਹੀਂ ਕਰਦੇ, ਪਰ ਹੋ ਜਾਂਦੇ ਆ। ਲੋਕੀ ਨਾ ਨੋਟ ਨਹੀਂ ਕਰਦੇ। ਸਭ ਤੋਂ ਪਹਿਲਾਂ ਆਪਣੇ ਬਜਟਿੰਗ ਨੂੰ, ਮਤਲਬ ਆਪਣੇ ਐਕਸਪੈਂਸਿਸ ਨੂੰ ਲਿਖਣਾ ਬਹੁਤ ਜ਼ਰੂਰੀ ਹੈ। ਅਗਰ ਹਸਬੈਂਡ ਵਾਈਫ ਆ ਤਾਂ ਉਹ ਸਪੈਸ਼ਲੀ ਇੱਕ ਗਰੁੱਪ ਬਣਾਓ, ਉਹਦੇ ਵਿੱਚ ਜਿਹੜੇ ਵਾਈਫ ਖਰਚੇ ਕਰ ਰਹੀ ਹੈ ਉਹ ਲਿਖੇ, ਜਿਹੜਾ ਹਸਬੈਂਡ ਕਰ ਰਿਹਾ ਉਹ ਲਿਖੇ। ਐਟ ਦ ਐਂਡ ਆਫ ਦ ਮੰਥ ਤੁਸੀਂ ਉਹਨੂੰ ਟੋਟਲ ਕਰੋ, ਯੂ ਵਿਲ ਗੈਟ ਟੂ ਨੋ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ। ਔਰ ਮੈਂ 100% ਦੱਸ ਸਕਦਾ ਕਿ ਲੋਕੀ ਡਰਦੇ ਆ ਇਹ ਕਰਨ ਤੋਂ, ਕਿਉਂਕਿ ਪੈਸਾ ਬਚਦਾ ਨਹੀਂ ਹੈ। ਪਰ ਜਿਸ ਦਿਨ ਕਰੋਗੇ ਪੈਸਾ ਬਚੇਗਾ, ਠੀਕ ਹੈ। ਡਰ ਜ਼ਰੂਰ ਲੱਗੇਗਾ, ਬਟ 2-3 ਮਹੀਨੇ 'ਚ ਤੁਹਾਡਾ ਸੈਟਿੰਗ ਕਲੈਰਿਟੀ ਹੋ ਜਾਏਗੀ ਕਿ ਕਿੱਥੇ ਪੈਸੇ ਜਾ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਅਵੋਇਡ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਯੈਸ, ਕਿਉਂਕਿ ਆਪਣੇ ਜਿਹੜੇ ਐਕਸਪੈਂਸਿਸ ਹੁੰਦੇ ਨਾ, 2 ਟਾਈਪ ਦੇ ਐਕਸਪੈਂਸ ਹੁੰਦੇ ਆ, ਵੇਰੀਏਬਲ ਐਂਡ ਫਿਕਸਡ। ਜਿਹੜਾ ਤੁਹਾਡਾ ਫਿਕਸ ਆ, ਜਿੱਦਾਂ ਹੁਣ ਘਰ ਦਾ ਕਿਰਾਇਆ ਹੋ ਗਿਆ, ਬਿਜਲੀ ਪਾਣੀ, ਤੁਹਾਡਾ ਦੁੱਧ ਹੋ ਗਿਆ, ਇਹ ਸਾਰੇ ਫਿਕਸ ਨੇ, ਇਹ ਹੋਣਾ ਹੀ ਹੋਣਾ। ਵੇਰੀਏਬਲ ਕਿੱਦਾਂ, ਤੁਸੀਂ ਬਾਹਰ ਖਾਣ ਪੀਣ ਚਲੇ ਗਏ, ਠੀਕ ਹੈ, ਜਾਂ ਗੱਡੀ ਦੇ ਗੇੜੀਆਂ ਮਾਰ ਰਹੇ ਹੋ, ਉਹਦਾ ਫਿਊਲ ਹੈ, ਕੁਛ ਵੀ ਐਕਸਟਰਾ ਜਿਹੜੇ ਵੇਰੀਏਬਲ ਨੇ, ਇੱਦਾਂ ਦੇ ਬਹੁਤ ਹੁੰਦੇ ਨੇ। ਲੋਕਾਂ ਨੇ ਪਤਾ ਨਹੀਂ ਕਿੰਨੀ ਸਬਸਕ੍ਰਿਪਸ਼ਨਸ ਲੈ ਕੇ ਰੱਖੀਆਂ ਹੋਈਆਂ ਜਿਹਦਾ ਕੋਈ ਯੂਜ਼ ਹੀ ਨਹੀਂ ਹੈ। ਉਹ ਜਦ ਤੁਸੀਂ ਦੇਖੋਗੇ 3-4 ਹਜ਼ਾਰ ਰੁਪਏ ਉਹ ਮਹੀਨੇ ਦਾ ਹੋ ਜਾਂਦਾ। ਸੋ ਦੀਜ਼ ਆਰ ਆਲ ਵੇਰੀਏਬਲ ਐਕਸਪੈਂਸਿਸ। ਸੋ ਵੇਰੀਏਬਲਸ ਦੇਖੋ ਕਿ ਕਿੱਥੇ ਹੈਗੇ ਨੇ, ਉਹਨਾਂ ਨੂੰ ਰਿਡਿਊਸ ਕਰੋ, ਆਪਣੀ ਇਨਕਮ 'ਤੇ ਫੋਕਸ ਕਰੋ। ਦੈਟ ਇਜ਼ ਅ ਮੇਨ ਪਾਰਟ। ਓਵਰਆਲ ਜਿਹੜੀਆਂ ਹੁਣ ਤੱਕ ਗੱਲਾਂ ਇਹ ਦੋਨਾਂ ਨੂੰ ਰੈਜ਼ੋਨੇਟ ਕਰਦੀਆਂ, ਚਾਹੇ ਬਿਜ਼ਨਸ ਕਲਾਸ ਹੈ ਜਾਂ ਜੋਬ ਸਰਵਿਸ ਕਲਾਸ ਵੀ ਹੈ ਨਾ। ਆਪਾਂ ਥੋੜ੍ਹਾ ਜਿਹਾ ਫੋਕਸ ਕਰਦੇ ਹਾਂ ਬਿਜ਼ਨਸ 'ਤੇ। ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ? ਬਿਕੋਜ਼ ਮੈਂ ਤੁਹਾਡੀ ਨਾ ਕੈਟਾਲੌਗ ਦੇਖ ਰਿਹਾ ਸੀਗਾ, ਜਿਹੜਾ ਤੁਸੀਂ ਜਦੋਂ ਆਪਣੀ ਕਨਵਰਸੇਸ਼ਨ ਸਟਾਰਟ ਹੋਈ ਨਾ WhatsApp 'ਤੇ, ਅਤੇ ਤੁਹਾਡਾ ਇੱਕ ਲੰਬਾ ਕੈਟਾਲੌਗ ਆ ਉਹਦੇ 'ਤੇ। ਤੁਸੀਂ ਕਾਰ ਰੈਂਟਲਸ ਵੀ ਹੋ ਜੀ, ਠੀਕ ਹੈ, ਫਿਰ ਹੋਰ ਗੀਅਰਸ ਵੀ ਨੇ, ਅਤੇ ਉਹ ਮੈਨੂੰ ਮਤਲਬ ਜਿਹੜਾ ਸਾਡਾ ਕਾਮਨ ਮਾਈਂਡਸੈਟ ਹੈ ਨਾ, ਉਹ ਲੱਗਦਾ ਵੀ ਹਾਂਜੀ ਉਹ ਸੈਗਮੈਂਟ ਔਰ ਇਹ ਹਾਲਾਂਕਿ ਦੋਨੋਂ ਹੀ ਰੈਂਟਲ ਇਨਕਮ ਨੇ, ਬਟ ਉਹ ਅਲੱਗ-ਅਲੱਗ ਜਨਰੇ ਟਾਈਪ ਨੇ, ਹੈ ਨਾ, ਵੀ ਉਹ ਟੈਕਸੀ ਕਾਰ ਟਾਈਪ ਹੈ ਨਾ, ਅਤੇ ਦੂਸਰੇ ਪਾਸੇ ਹੋਰ ਗੇਅਰਸ ਨੇ ਜਿਹੜੇ ਉਹਦੇ ਨਾਲ ਕਨੈਕਟਡ ਨੇ, ਮੇ ਬੀ ਕਨੈਕਟਡ ਹੋਣ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਮਤਲਬ ਹਾਊ ਯੂ ਮੈਨੇਜ ਇਟ, ਤੁਹਾਡਾ ਬਿਜ਼ਨਸ, ਤੁਸੀਂ ਉਹਦੀ ਬ੍ਰੈਂਡਿੰਗ, ਉਹਦਾ ਬਿਜ਼ਨਸ ਐਕਸਪੈਂਸ਼ਨ, ਉਹ ਇਸੇ ਪ੍ਰਸਪੈਕਟਿਵ ਨਾਲ ਕਿਸ ਤਰ੍ਹਾਂ ਦੇਖਦੇ ਹੋ? ਜੀ, ਜਿਹੜਾ ਦੇਖੋ ਮੈਂ ਹੁਣ ਤੱਕ ਕਰ ਰਿਹਾ ਸੀਗਾ ਨਾ, ਹੁਣ ਲੋਕੀ ਸਮਝਦੇ ਨਹੀਂ ਹੈ ਸੈਲਫ ਇੰਪਲੋਇਡ ਹੋਣ ਦੇ ਵਿੱਚ ਅਤੇ ਬਿਜ਼ਨਸ ਹੋਣ 'ਚ ਵੀ ਫਰਕ ਹੈ। ਅਸੀਂ ਆਪਣੇ ਆਪ ਨੂੰ ਸੈਲਫ ਇੰਪਲੋਇਡ ਹੋ ਕੇ, ਇੱਕ ਦੁਕਾਨਦਾਰ ਹੋ ਕੇ ਇਹ ਕਹਿੰਦੇ ਕਿ ਮੈਂ ਬਿਜ਼ਨਸ ਕਰ ਰਿਹਾ, ਬਟ ਯੂ ਆਰ ਨਾਟ ਡੂਇੰਗ ਅ ਬਿਜ਼ਨਸ, ਯੂ ਆਰ ਡੂਇੰਗ, ਆਪਣੇ ਆਪ ਨੂੰ ਤੁਸੀਂ ਜੋਬ ਦੇਤੀ। ਪਹਿਲਾਂ ਤੁਸੀਂ ਇੱਕ ਨੌਕਰੀ ਕਰ ਰਹੇ ਸੀਗੇ, ਹੁਣ ਤੁਸੀਂ ਸੈਲਫ ਨੌਕਰੀ ਦੇਤੀ ਆਪਣੇ ਆਪ ਨੂੰ, ਕਿ ਹੁਣ ਤੁਸੀਂ ਆਪਣੇ ਆਪ ਦੀ ਨੌਕਰੀ ਆਪਣੇ ਆਪ ਨੂੰ ਦੇਤੀ। ਬਟ ਮਾਡਰਨ ਟਰਮ ਹੈਗੀ ਆ ਫ੍ਰੀਲਾਂਸਰ। ਹਾਂ, ਫ੍ਰੀਲੈਂਸਿੰਗ। ਤੁਸੀਂ ਥੋੜ੍ਹਾ ਜਿਹਾ ਫਰੀਡਮ ਨਾਲ ਕੰਮ ਕਰ ਲੈਂਦੇ ਹੋ। ਹਾਂ, ਫਰੀਡਮ ਨਾਲ ਕੰਮ ਕਰ ਲੈਂਦੇ ਹੋ, ਪਰ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਨੂੰ ਇੱਕ ਨੌਕਰੀ ਦੇਤੀ ਹੋਈ ਹੈ। ਸੋ ਦੇਰ ਇਜ਼ ਅ ਡਿਫਰੈਂਸ ਕਿ ਅਗਰ ਤੁਹਾਡਾ ਬਿਜ਼ਨਸ ਤੁਹਾਡੇ ਤੋਂ ਬਿਨਾਂ ਨਹੀਂ ਚੱਲ ਰਿਹਾ, ਠੀਕ ਹੈ, ਦੈਟ ਇਜ਼ ਨਾਟ ਅ ਬਿਜ਼ਨਸ। ਇਸ 'ਚ ਵੀ ਬਹੁਤ ਵਾਸਟ ਹੁੰਦਾ ਹੈ ਕਿ
ਮਤਲਬ ਬ੍ਰਾਂਡ ਬਿਲਡਿੰਗ ਤੇ ਫੋਕਸ ਕਰੋ ਰਾਦਰ ਦੈਨ ਬਿਜ਼ਨਸ। ਕਿ ਬੇਸਿਕਲੀ ਕੀ ਹੈ, ਮੈਂ ਜੋ ਐਕਸਪੀਰੀਅੰਸ ਕੀਤਾ ਹੈ, ਲੋਕੀ ਕੀ ਕਰਦੇ ਆ ਬਿਜ਼ਨਸ ਦੇ ਵਿੱਚ ਨਾ ਇੰਨਾ ਇੰਡਲਜ ਹੋ ਜਾਂਦੇ ਕਿ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਬਾਹਰ ਕਿੱਦਾਂ ਆਉਣਾ। ਠੀਕ ਹੈ, ਮੈਨੇਜਮੈਂਟ ਨਹੀਂ ਹੈ, ਬਿਜ਼ਨਸ ਇਜ਼ ਟੋਟਲੀ ਮੈਨੇਜਮੈਂਟ। ਠੀਕ ਹੈ, ਤੁਹਾਨੂੰ ਡੈਲੀਗੇਸ਼ਨ ਆਉਣੀ ਚਾਹੀਦੀ ਹੈ, ਕੰਮ ਨੂੰ ਡੈਲੀਗੇਟ ਕਰਨਾ ਆਉਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਕੰਮ ਕੀ ਹੈ, ਮੇਰੇ ਸਟਾਫ ਦਾ ਕੰਮ ਕੀ ਹੈ। ਠੀਕ ਹੈ, ਕਿਸ ਤਰੀਕੇ ਨਾਲ ਮੈਂ ਲੀਡਸ ਮੈਨੇਜ ਕਰਨੀਆਂ ਨੇ, ਇਹ ਸਾਰੀ ਚੀਜ਼ਾਂ ਆਉਣੀ, ਕਿਉਂਕਿ ਬਿਜ਼ਨਸ ਇਜ਼ ਟੋਟਲੀ ਮੈਨੇਜਮੈਂਟ। ਠੀਕ ਹੈ, ਡੈਲੀਗੇਸ਼ਨ ਹੈ। ਲੋਕੀ ਇੰਨੇ ਵੱਡੇ ਵੱਡੇ ਲੈਵਲ 'ਤੇ ਚਲੇ ਗਏ, ਇੰਨੇ ਮਲਟੀਪਲ ਬਿਜ਼ਨਸਿਸ ਨੇ, ਕਿੱਦਾਂ ਉਹਨਾਂ ਨੇ ਹਰੇਕ ਚੀਜ਼ ਨੂੰ ਇੱਕ ਮੈਨੇਜ ਕੀਤਾ ਹੋਇਆ, ਅਲੱਗ ਅਲੱਗ ਮੈਨੇਜਰਸ ਰੱਖੇ ਹੈ, ਉੱਪਰੋਂ ਦੇਖਦੇ ਆ ਕਿ ਵਾਟ ਇਜ਼ ਅ ਸਿਨੈਰੀਓ, ਹੈ ਨਾ। ਸੋ ਇਸ ਤਰੀਕੇ ਨਾਲ ਸਾਰੀ ਚੀਜ਼ਾਂ ਚੱਲਦੀਆਂ। ਕਿ ਬਿਜ਼ਨਸ ਦੇ ਵੀ ਕਹਿ ਲਓ 2 ਟਾਈਪ ਹੁੰਦੇ ਨੇ। ਹੁਣ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਬਿਜ਼ਨਸ ਨੂੰ ਕਿੱਦਾਂ ਲੈ ਕੇ ਚੱਲਦੇ ਹੋ। ਠੀਕ ਹੈ, ਇਹਨੂੰ ਥੋੜ੍ਹਾ ਡਿਟੇਲ 'ਚ ਆਪਾਂ ਜਾਣਦੇ ਹਾਂ। ਹੁਣ ਮੇਰਾ ਜਿਹੜਾ ਬਿਜ਼ਨਸ ਹੈਗਾ ਇਹ ਰੈਂਟਲ ਬਿਜ਼ਨਸ ਹੈ। ਠੀਕ ਹੈ, ਕਾਰ ਰੈਂਟਲ ਬਿਜ਼ਨਸ ਹੈ। ਔਰ ਇੱਦਾਂ ਦੀ ਨਾ ਬਹੁਤ ਇੰਡਸਟਰੀਜ਼ ਨੇ ਜਿਹੜੀਆਂ ਲੀਨੀਅਰ ਟਾਈਪ ਦੇ ਬਿਜ਼ਨਸ ਹੁੰਦੇ ਨੇ। ਮੈਂ ਤੁਹਾਨੂੰ ਸਮਝਾਉਂਦਾ, 2 ਟਾਈਪ ਦੇ ਬਿਜ਼ਨਸ ਹੁੰਦੇ ਆ। ਫਸਟ ਇਜ਼ ਲੀਨੀਅਰ ਐਂਡ ਸੈਕਿੰਡ ਇਜ਼ ਨਾਨ ਲੀਨੀਅਰ। ਲੀਨੀਅਰ ਬਿਜ਼ਨਸ ਉਹ ਹੁੰਦੇ ਨੇ ਜਿੱਦਾਂ ਮੇਰਾ ਕੰਮ ਹੈਗਾ, ਜਿਹਦੇ ਵਿੱਚ ਆਪਾਂ ਗੱਡੀਆਂ ਪਾ ਲਈਆਂ, ਚਾਹੇ ਉਹ ਟੈਕਸੀ ਲਾਈਨ ਦਾ ਬਿਜ਼ਨਸ ਹੈ, ਚਾਹੇ ਉਹ ਕੋਈ ਵੀ ਬਿਜ਼ਨਸ ਹੈ, ਡਜ਼ਨਟ ਮੈਟਰ। ਠੀਕ ਹੈ, ਰੈਸਟੋਰੈਂਟ, ਹੋਟਲ। ਠੀਕ ਹੈ, ਇਹ ਇੱਦਾਂ ਦੀ ਇੰਡਸਟਰੀਜ਼ ਨੇ ਜਿਹੜੀਆਂ ਲੀਨੀਅਰ ਨੇ। ਲੀਨੀਅਰ ਮਤਲਬ ਕੀ ਹੋਇਆ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। 2021 'ਚ ਜਦ ਮੈਂ ਕੰਮ ਸ਼ੁਰੂ ਕੀਤਾ ਸੀਗਾ, ਮੇਰੇ ਮੰਥਲੀ ਐਕਸਪੈਂਸਿਸ ਜਿਹੜੇ ਮੇਨਟੇਨੈਂਸ ਸੀਗੇ ਦੈਟ ਵਾਜ਼ 60,000 ਰੁਪੀਜ਼। ਠੀਕ ਹੈ, 60,000 ਰੁਪਏ ਦੇ ਮਹੀਨੇ ਦੇ ਖਰਚੇ ਸੀਗੇ। ਔਰ ਉਹ ਕਰਦੇ ਕਰਦੇ ਅੱਜ ਮੇਨਟੇਨੈਂਸ ਐਕਸਪੈਂਸਿਸ ਮੇਰੇ 2 ਲੱਖ ਰੁਪਏ ਦੇ ਪਹੁੰਚ ਗਏ ਨੇ ਮਹੀਨੇ ਦੇ। ਔਰ ਜਿਹੜੀ ਮੇਰੀ EMI ਸੀਗੀਆਂ ਉਹ 1 ਲੱਖ ਰੁਪਏ ਤੋਂ ਮੇਰੀ 4 ਲੱਖ ਰੁਪਏ ਦੇ ਪਹੁੰਚ ਗਏ। ਠੀਕ ਹੈ, 4x ਹੋ ਗਈਆਂ। ਔਰ ਜਿਹੜੀ ਮੇਰੀ ਇਨਕਮ ਸੀਗੀ ਉਹ 3 ਲੱਖ ਤੋਂ 6 ਲੱਖ ਹੋਈ, ਉਹ ਸਿਰਫ 2x ਹੋਈ। ਦੈਟ ਮੀਨਸ ਇਨਕਮ ਮੇਰੀ ਉਸ ਹਿਸਾਬ ਨਾਲ ਨਹੀਂ ਵਧੀ, ਪਰ ਮੇਰੇ ਖਰਚੇ ਉਸ ਹਿਸਾਬ ਨਾਲ ਵਧ ਗਏ। ਸੋ ਇਟ ਇਜ਼ ਲੀਨੀਅਰ ਲਾਈਕ ਦਿਸ। ਇਹਦਾ ਗ੍ਰਾਫ ਇੱਦਾਂ ਜਾਂਦਾ ਕਿ ਜਿੱਦਾਂ ਹੁਣ ਮੈਂ ਸੋਚੂੰਗਾ ਕਿ ਅਗਰ ਮੇਰੇ ਕੋਲ ਇੱਕ ਰੈਸਟੋਰੈਂਟ ਹੈ, ਜੇ ਮੈਂ ਇੱਕ ਰੈਸਟੋਰੈਂਟ ਦੀ ਬ੍ਰਾਂਚ ਹੋਰ ਖੋਲ੍ਹ ਲਾਂ, ਮੈਂ ਤਾਂ ਹੋਰ ਪ੍ਰੋਫਿਟੇਬਲ ਹੋ ਜਾਊਂਗਾ, ਮੈਂ ਹੋਰ ਪੈਸੇ ਕਮਾਊਂਗਾ। ਬਟ ਹੋਰ ਪੈਸੇ ਨਹੀਂ ਕਮਾਊਂਗਾ, ਮੇਰੀ ਲਾਇਬਿਲਿਟੀ ਵੀ ਤਾਂ ਖੜ ਗਈ ਨਾ। ਮੇਰਾ ਰੈਂਟ ਹੈ, ਮੇਰਾ ਸਟਾਫ ਹੈ, ਮੈਨੇਜਮੈਂਟ ਹੈ, ਕਿੰਨੀ ਚੀਜ਼ਾਂ ਨੇ, ਕਿੰਨੇ ਐਕਸਪੈਂਸਿਸ ਨੇ, ਔਰ ਉਹਦੇ ਵਿੱਚੋਂ ਫਿਰ ਪ੍ਰੋਫਿਟ ਬਚੇਗਾ ਤਾਂ ਹੋਏਗਾ। ਸੋ ਦੇਰ ਇਜ਼ ਅ ਰਿਸਕ ਐਪੇਟਾਈਟ ਆਲਸੋ। ਬਟ ਨਾਨ ਲੀਨੀਅਰ ਬਿਜ਼ਨਸ ਦੱਸਦਾ ਤੁਹਾਨੂੰ। ਨਾਨ ਲੀਨੀਅਰ ਬਿਜ਼ਨਸ ਦੇ ਵਿੱਚ ਕੀ ਹੁੰਦਾ ਹੈ ਕਿ ਜਿੱਦਾਂ ਊਬਰ ਹੈ, ਓਲਾ ਹੈ, ਵਾਟ ਦੇ ਆਰ ਡੂਇੰਗ, ਉਹਨਾਂ ਨੇ ਇੱਕ ਸੌਫਟਵੇਅਰ ਪਲੇਟਫਾਰਮ ਬਣਾਇਆ। ਠੀਕ ਹੈ, ਉਹ ਕੀ ਕਰ ਰਹੇ ਨੇ, ਹੁਣ ਮੈਂ ਵੀ ਇਸੇ ਚੀਜ਼ 'ਤੇ ਫੋਕਸ ਕਰ ਰਿਹਾ। ਮੈਂ ਹੁਣ ਜਿਹੜੀਆਂ ਹੋਸਟਡ ਗੱਡੀਆਂ ਰੱਖੀਆਂ ਹੋਈਆਂ ਨਾ, ਮੇਰੀ ਆਪਣੀ ਗੱਡੀਆਂ ਨਹੀਂ ਹੈ, ਲੋਕਾਂ ਦੀ ਗੱਡੀਆਂ ਨੇ, ਲੋਕਾਂ ਨੇ ਅਟੈਚ ਕੀਤੀਆਂ ਨੇ। 70% ਰੈਵਨਿਊ ਓਨਰ ਨੂੰ ਜਾਂਦਾ ਹੈ ਐਂਡ 30% ਰੈਵਨਿਊ ਸਾਡੇ ਕੋਲ ਆਉਂਦਾ। ਇਸੇ ਸਕੇਲ ਨੂੰ ਜਦ ਮੈਂ ਵੱਡਾ ਕਰ ਦਾਂਗਾ, ਆਟੋਮੈਟਿਕਲੀ ਮੇਰੇ ਕੋਲ ਪੈਸਾ ਆਉਣਾ ਸਟਾਰਟ ਹੋ ਜਾਏਗਾ। ਹੁਣ ਊਬਰ ਕੀ ਕਰਦੀ ਹੈ, ਇਟ ਇਜ਼ ਇੰਟਰਨੈਸ਼ਨਲ ਬ੍ਰਾਂਡ। ਠੀਕ ਹੈ, ਨਾ ਇਹ ਗੱਡੀ ਓਨ ਕਰਦੇ ਨੇ, ਗੱਡੀ ਵੀ ਲੋਕਾਂ ਦੀ ਹੈਗੀ ਹੈ, ਚਲਾ ਵੀ ਲੋਕੀ ਰਹੇ ਨੇ, ਟਾਈਮ ਵੀ ਲੋਕੀ ਲਗਾ ਰਹੇ ਨੇ। ਉਹ ਸਿਰਫ ਰਾਈਡ ਦੇ ਪਿੱਛੇ ਪਰਸੈਂਟੇਜ ਲੈਂਦੇ ਆ, 5% ਤੋਂ ਲੈ ਕੇ 17% ਜਾਂ 20% ਜਿੱਦਾਂ ਵੀ ਹੈ। ਇਨ ਡਰਾਈਵਰ ਵੀ ਐਪਲੀਕੇਸ਼ਨ ਹੈ, ਉਹ ਵੀ ਅਪਰੋਕਸੀਮੇਟਲੀ 15-16% ਦੇ ਹਿਸਾਬ ਨਾਲ ਲੈਂਦੇ ਆ। ਹੁਣ ਉਹ ਰੈਵਨਿਊ ਕੱਟ ਲੈ ਰਹੇ ਆ। ਆਪਣੀ ਇਨਵੈਸਟਮੈਂਟ ਕੀ ਹੈ ਉਹਨਾਂ ਦੀ, ਸੌਫਟਵੇਅਰ ਦੀ। ਠੀਕ ਹੈ, ਉਹ ਸੁੱਤੇ ਹੋਏ ਵੀ ਅਗਰ ਕਹਿ ਲਓ ਉਹਦਾ ਮਾਲਕ ਸੁੱਤਾ ਵੀ ਹੋਇਆ, ਉਹਦਾ ਸੌਫਟਵੇਅਰ ਕੰਮ ਕਰ ਰਿਹਾ। ਹੁਣ ਡਰਾਈਵਰ ਰਾਤ ਨੂੰ 12 ਵਜੇ ਵੀ ਗੱਡੀ ਚਲਾ ਰਿਹਾ, ਉਹਦਾ ਰੈਵਨਿਊ ਉਹਨੂੰ ਵੀ ਜਾ ਰਿਹਾ। ਇਹਨੂੰ ਕਹਿੰਦੇ ਆ ਕਿ ਸੁੱਤੇ ਹੋਏ ਪੈਸਾ ਕਮਾਉਣਾ, ਕਿ ਉਹਨਾਂ ਨੇ ਮਨੀ ਟਰੀ ਬਣਾਤਾ। ਹੁਣ ਪੈਸਾ ਉਹ ਸੌਂਦੇ ਹੋਏ ਵੀ ਬਣਾ ਰਿਹਾ। ਬਟ ਕੀ ਹੈ ਕਿ ਸਾਨੂੰ ਸਮਝਣਾ, ਹੁਣ ਮੇਰੇ ਬਿਜ਼ਨਸ 'ਚ ਕੀ ਹੈ, ਅਗਰ ਮੈਂ ਰਾਤ ਨੂੰ 10 ਵਜੇ ਸੋ ਗਿਆ, ਠੀਕ ਹੈ, ਮੈਨੂੰ ਕਸਟਮਰ ਦੀ ਕਾਲ ਆ ਰਹੀ ਹੈ ਜੀ ਰਾਤ ਨੂੰ 12 ਵਜੇ ਇਹ ਗੱਡੀ ਦੇ ਦਿਓ, ਮੈਂ ਤਾਂ ਸੁੱਤਾ ਪਿਆ, ਮੇਰਾ ਤਾਂ ਸਿਸਟਮ ਹੀ ਨਹੀਂ ਕੰਮ ਕਰ ਰਿਹਾ ਮੇਰੇ ਵਾਸਤੇ, ਮੈਂ ਕਿੱਥੋਂ ਬਿਜ਼ਨਸ ਕਰੂੰਗਾ, ਮੇਰਾ ਰੈਵਨਿਊ ਰਿਡਿਊਸ ਹੋ ਗਿਆ। ਸੋ ਇਹ ਚੀਜ਼ ਹੈ। ਸੋ ਇੱਕ ਮੈਂ ਹੋਰ ਚੀਜ਼ 'ਤੇ ਬੜਾ ਡਿਸਕਸ ਕੀਤਾ ਸੀਗਾ, ਬਿਜ਼ਨਸ 'ਚ ਨਾ 2 ਚੀਜ਼ਾਂ ਹੁੰਦੀਆਂ ਜਿਹੜੀਆਂ ਲੋਕੀ ਸਮਝ ਨਹੀਂ ਪਾਉਂਦੇ। ਇੱਕ ਹੁੰਦਾ ਮੈਗਨੀਟਿਊਡ, ਇੱਕ ਹੁੰਦਾ ਸਕੇਲੇਬਿਲਿਟੀ। ਮੈਗਨੀਟਿਊਡ ਮਤਲਬ ਹੁੰਦਾ ਹੈ ਕਿ ਤੁਹਾਡੇ ਕੋਲ ਹੁਣ ਇੱਕ 10 ਰੁਪਏ ਦਾ ਪੈਨ ਆ, ਹੁਣ 10 ਰੁਪਏ ਦੇ ਪੈਨ ਨੂੰ ਤੁਸੀਂ ਕਿੰਨੇ ਵੇਚੋਗੇ ਕਿ ਉਹ 1 ਕਰੋੜ ਰੁਪਏ ਹੋਏਗਾ, ਸਮਝ ਗਏ ਨਾ। ਜੇ ਤੁਸੀਂ 10 ਲੱਖ ਪੈਨ ਵੇਚੋਗੇ ਇੰਟੂ 10 ਤਾਂ ਉਹ 1 ਕਰੋੜ ਰੁਪਏ ਹੋਊਗਾ, ਰੈਵਨਿਊ ਹੋਏਗਾ। ਹੁਣ ਉਹ 100 ਰੁਪਏ ਦੀ ਟੀ-ਸ਼ਰਟ ਵੇਚੋਗੇ ਤਾਂ ਇੰਨੇ ਲੋਕਾਂ ਨੂੰ ਵੇਚੋਗੇ ਤਾਂ ਕਰੋੜ ਰੁਪਏ ਹੋਏਗਾ। ਹੁਣ ਇੱਕ ਕਹਿ ਲਓ ਹੁਣ ਮਰੂਤੀ ਹੈ, ਮਰੂਤੀ ਸਿਰਫ 10 ਗੱਡੀਆਂ ਵੇਚੇਗੀ, 10 ਲੱਖ ਰੁਪਏ ਦੀ 10 ਗੱਡੀਆਂ, ਕਰੋੜ ਰੁਪਏ ਦਾ ਰੈਵਨਿਊ ਹੋ ਗਿਆ। ਠੀਕ ਹੈ, ਰੋਲਸ ਰॉयਸ ਨੇ ਜਾਂ ਕੋਈ ਮਹਿੰਗੀ ਗੱਡੀ ਨੇ 1 ਕਰੋੜ ਰੁਪਏ ਦੀ ਗੱਡੀ ਵੇਚੀ, ਹੋ ਗਿਆ। ਉਹ ਕੀ ਹੈ, ਉਹਨਾਂ ਦਾ ਨਾ ਮੈਗਨੀਟਿਊਡ ਆ ਕਿ ਉਹ ਸਾਈਜ਼ ਕਿੰਨਾ ਵੱਡਾ, ਤੁਹਾਡਾ ਪ੍ਰੋਡਕਟ ਦਾ ਸਾਈਜ਼ ਕਿੰਨਾ ਵੱਡਾ। ਹੁਣ ਮੇਰੇ ਬਿਜ਼ਨਸ 'ਚ ਵੀ ਕੀ ਹੈ, ਮੇਰਾ ਪ੍ਰੋਡਕਟ ਸਾਈਜ਼ ਵੱਡਾ ਹੈ, ਪਰ ਉਹ ਕਈ ਲੋਕਾਂ ਦੇ ਇਸ ਤੋਂ ਵੀ ਬਹੁਤ ਵੱਡੇ ਨੇ, ਹੈ ਨਾ। ਅਤੇ ਇਹ ਚੀਜ਼ ਹੈ, ਸਭ ਤੋਂ ਪਹਿਲਾਂ ਮੈਗਨੀਟਿਊਡ 'ਤੇ ਫੋਕਸ ਕਰਨਾ ਪੈਂਦਾ। ਉਹ ਵੀ ਤੁਸੀਂ ਮਤਲਬ ਅਗਰ ਤੁਸੀਂ ਨਹੀਂ ਵੀ ਐਕਸਪੈਂਡ ਕੀਤਾ ਨਾ ਆਪਣੇ ਬਿਜ਼ਨਸ ਨੂੰ, ਵੱਡਾ ਨਹੀਂ ਕੀਤਾ, ਕਹਿ ਲਓ ਹੁਣ ਮੈਂ ਚੰਡੀਗੜ੍ਹ 'ਚ ਬੈਠਾ, ਬਟ ਅਗਰ ਮੇਰਾ ਮੈਗਨੀਟਿਊਡ ਵੱਡਾ ਹੈ, ਮੈਂ ਪੈਸਾ ਬਣਾ ਸਕਦਾ। ਠੀਕ ਹੈ, ਤਾਂ ਆਪਣੇ ਬਿਜ਼ਨਸ 'ਚੋਂ ਪੈਸਾ ਅੱਛਾ ਬਣਾ ਸਕਦਾ, ਠੀਕ ਠਾਕ ਆਪਣੇ ਖਰਚੇ ਜੋਗੇ। ਬਟ ਅਗਰ ਮੈਂ ਕੋਈ ਛੋਟਾ ਬਿਜ਼ਨਸ ਕਰ ਰਿਹਾ, ਕਹਿ ਲਓ ਮੇਰਾ 10 ਰੁਪਏ ਦਾ ਪੈਨ ਦਾ ਹੀ ਕੰਮ ਸੀਗਾ, ਪਰ ਮੈਂ 10 ਰੁਪਏ ਦੇ ਪੈਨ ਦੇ ਕੰਮ ਨੂੰ ਇੰਟਰਨੈਸ਼ਨਲ ਐਕਸਪੈਂਡ ਕਰਤਾ ਜਾਂ ਪੈਨ ਇੰਡੀਆ ਐਕਸਪੈਂਡ ਕਰਤਾ, ਕਿੰਨੀ ਬ੍ਰਾਂਚਿਸ ਹੋ ਗਈਆਂ, ਕਿੱਥੇ ਕਿੱਥੇ ਮੇਰਾ ਪੈਨ ਵਿਕ ਰਿਹਾ, ਪੂਰਾ ਪੈਨ ਇੰਡੀਆ ਵਿਕ ਰਿਹਾ, ਉਹ ਮੇਰਾ ਰੈਵਨਿਊ ਕਿੰਨਾ ਵੱਧ ਗਿਆ।
ਕਿਤੇ ਮੈਂ 1 ਕਰੋੜ ਕਮਾ ਰਿਹਾ ਸੀਗਾ ਰੈਵਨਿਊ, ਹੁਣ ਮੇਰਾ 100 ਕਰੋੜ ਹੋ ਗਿਆ, ਕਿਉਂਕਿ ਮੇਰਾ ਸਕੇਲ ਬਹੁਤ ਵੱਡਾ ਹੋ ਗਿਆ। ਔਰ ਜਿਹੜੇ ਬੰਦੇ ਅਮੀਰ ਹੁੰਦੇ ਆ ਇਹ ਦੋਨੋਂ ਚੀਜ਼ਾਂ ਦਾ ਕੰਮ ਕਰਦੇ ਆ, ਮੈਗਨੀਟਿਊਡ 'ਤੇ ਵੀ ਕਿ ਆਪਣਾ ਪ੍ਰੋਡਕਟ ਦਾ ਕੀ ਹੈਗਾ, ਸਾਈਜ਼ ਕਿੰਨਾ ਵੱਡਾ, ਔਰ ਉਹਨੂੰ ਕਿੰਨੇ ਵੱਡੇ ਲੈਵਲ ਤੱਕ ਸਕੇਲ 'ਤੇ ਲੈ ਕੇ ਜਾ ਰਹੇ ਆ। ਜਦ ਉਹਨੂੰ ਮਿਕਸ ਕਰਦੇ ਆ ਬਹੁਤ ਵੱਡਾ ਪੈਸਾ ਬਣਦਾ। ਗਰੋ। ਸੋ ਅਸੀਂ ਤਾਂ ਹੁਣ ਇਹ ਦੇਖੋ ਇਨੀਸ਼ੀਅਲ ਲੈਵਲ 'ਤੇ ਹੀ ਹਾਂ, ਬਹੁਤ ਛੋਟੇ ਲੈਵਲ 'ਤੇ ਆ, ਮੈਂ ਗੱਲਾਂ 'ਚ ਬਹੁਤ ਵੱਡੇ ਲੈ ਗਿਆ, ਬਟ ਕਿਤੇ ਨਾ ਕਿਤੇ ਸਾਨੂੰ ਸਮਝਣਾ ਪਏਗਾ ਕਿ ਆਪਾਂ ਆਪਣੇ ਬਿਜ਼ਨਸ ਨੂੰ ਕਿੱਦਾਂ ਆਟੋਮੇਟ ਕਰ ਸਕਦੇ ਹਾਂ, ਸੋ ਦੈਟ ਕਿ ਅਸੀਂ ਉਹਦੇ ਵਿੱਚ ਹੀ ਰੋਜ਼ਮਰਰਾ ਦੀ ਚੀਜ਼ਾਂ 'ਚ ਹੀ ਨਾ ਰਹੀਏ। ਹੁਣ ਤੁਹਾਨੂੰ ਐਗਜ਼ਾਮਪਲ ਦਿੰਦਾ, ਜਿੰਨੇ ਵੀ ਬ੍ਰਾਂਡਸ ਨੇ ਉਹ ਕੀ ਕਰਦੇ ਆ, ਉਹ ਇੱਕ ਸਿਸਟਮ ਬਣਾ ਦਿੰਦੇ ਆ। ਹੁਣ KFC ਹੈ ਜਾਂ ਮੈਕਡੀ ਹੈਗਾ, ਉਹਨਾਂ ਨੇ ਨਾ ਕੋਈ ਵੀ ਨਵਾਂ ਸਟਾਫ ਆਏਗਾ ਉਹਨੂੰ ਇੱਕ ਚੈੱਕਲਿਸਟ ਦੇ ਦੇਣਗੇ, ਆਹ ਬਰਗਰ ਬਣਾਉਣਾ ਜੀ, ਬਰਗਰ ਦੀ ਆਹ ਚੈੱਕਲਿਸਟ ਹੈ ਐਂਡ ਯੂ ਹੈਵ ਟੂ ਫੋਲੋ ਦਿਸ। ਉਹ ਚਾਹੇ ਤੁਸੀਂ ਕਿਤੇ ਵੀ ਚੱਲ ਜਾਓ ਤੁਹਾਨੂੰ ਸੇਮ ਟੇਸਟ ਮਿਲੇਗਾ, ਸੇਮ ਸਾਰੀ ਚੀਜ਼ਾਂ ਮਿਲਣਗੀਆਂ, ਬਿਲਕੁਲ ਸੇਮ ਟੇਸਟ ਔਰ ਸੇਮ, ਕਿਉਂਕਿ ਉਹ ਚੈੱਕਲਿਸਟ ਤਿਆਰ ਹੋ ਗਈ। ਉਹਨਾਂ ਨੇ ਇੱਕ ਫਨਲ ਬਣਾ ਲਿਆ, ਸਿਸਟਮ ਬਣਾ ਲਿਆ। ਬਸ ਉਹ ਜਦ ਤੱਕ ਸਿਸਟਮ ਨਹੀਂ ਹੁੰਦਾ ਤਦ ਤੱਕ ਪ੍ਰੋਬਲਮ ਹੈ। ਸਿਸਟਮ ਬਣ ਗਿਆ ਤਾਂ ਆਟੋਮੇਟ ਹੋ ਗਿਆ, ਬਸ ਇੰਨੀ ਹੀ ਗੱਲ, ਮਨੀ ਜਨਰੇਟ ਹੋਈ। ਅੱਗੇ ਫਿਰ ਲੋਕੀ ਉਹਨਾਂ ਵਾਸਤੇ ਕੰਮ ਕਰ ਰਹੇ ਆ, ਉਹ ਸਿਸਟਮ ਬਣਾਤਾ, ਪੀਪਲ ਆਰ ਵਰਕਿੰਗ ਫॉर them ਐਂਡ ਦੇ ਆਰ ਮੈਨੇਜਿੰਗ, ਦੈਟਸ ਇਟ। ਕਰ ਰਹੇ ਨੇ, ਬਿਲਕੁਲ ਕਰ ਰਹੇ, ਡੈਫੀਨਿਟਲੀ। ਸੋ ਦੋਨੋਂ ਚੀਜ਼ਾਂ ਨੂੰ ਕੰਬਾਈਨ ਕਰੋ, ਵੱਡਾ ਪੈਸਾ ਬਣਨਾ ਹੈ ਤਾਂ ਦੋਨੋਂ ਚੀਜ਼ਾਂ ਮੈਗਨੀਟਿਊਡ ਪਲੱਸ ਸਕੇਲੇਬਿਲਿਟੀ ਕੰਬਾਈਨ ਕਰੋ, ਫਿਰ ਦੇਖੋ ਕਿੰਨਾ, ਮਤਲਬ ਲੋਕੀ ਨਾ ਸਕੇਲ ਨਹੀਂ ਕਰ ਪਾਉਂਦੇ ਆਪਣੇ ਕੰਮ ਨੂੰ, ਮਤਲਬ ਜਿਹੜੀ ਲੋਕੇਸ਼ਨ 'ਚ ਬੈਠੇ ਆ ਉੱਥੇ ਹੀ ਬੈਠੇ ਰਹਿ ਜਾਂਦੇ ਆ। ਹੁਣ ਕਾਫੀ ਐਗਜ਼ਾਮਪਲਸ ਅਸੀਂ ਦੇਖਦੇ ਹਾਂ, ਜਿੱਦਾਂ ਆਪਣੇ ਸ਼ੂਜ਼ ਵਾਲੇ ਭਾਜੀ ਹੈਗੇ, ਹਨੀ ਸੇਠੀ ਭਾਜੀ ਆ, ਉਹਨਾਂ ਨੇ ਜਿੱਦਾਂ ਫਰੈਂਚਾਈਜ਼ ਮਾਡਲ ਦਿੱਤਾ ਹੈ। ਫਰੈਂਚਾਈਜ਼ ਮਾਡਲ ਇਜ਼ ਟੂ ਗੁੱਡ ਕਿ ਤੁਸੀਂ ਆਪਣਾ ਬ੍ਰਾਂਡ ਬਣਾਓ, ਆਪਣਾ ਨਾਮ ਬਣਾਓ ਐਂਡ ਉਹਨੂੰ ਅੱਗੇ ਫਰੈਂਚਾਈਜ਼ ਦੇ ਦਿਓ, ਉਹ ਫਿਰ ਤੁਹਾਡਾ ਬਿਜ਼ਨਸ ਐਕਸਪੈਂਡ ਹੋ ਗਿਆ। ਦੈਟਸ ਹਾਊ ਯੂ ਮਲਟੀਪਲਾਈ ਯੂਰ ਬਿਜ਼ਨਸ। ਦੈਨ ਮਲਟੀਪਲਾਈ ਮਲਟੀਪਲ ਬਿਜ਼ਨਸ, ਆਪਾਂ ਉਹਨੂੰ ਹੋਰ ਸਕੇਲ ਅਪ ਕਰਦੇ ਹਾਂ, ਠੀਕ ਹੈ ਨਾ। ਅਤੇ ਮੈਂ ਤੁਹਾਡੀ ਜਿਸ ਤਰ੍ਹਾਂ ਤੁਹਾਡੀ ਕੈਟਲੌਗ ਦੀ ਇਹ ਗੱਲ ਕਰ ਰਿਹਾ ਸੀਗਾ ਕਿ ਤੁਸੀਂ ਜਿਸ ਤਰ੍ਹਾਂ ਦੂਸਰੇ ਗੇਅਰਸ ਨੇ, GoPro ਹੈ ਜਾਂ ਹੋਰ ਵੀ ਬਹੁਤ ਸਾਰੇ ਕੈਟਲੌਗ 'ਚ ਸੀਗੇ, ਉਹ ਤੁਸੀਂ ਕਿਸ ਤਰ੍ਹਾਂ ਇਹਨੂੰ ਇੰਪਲੀਮੈਂਟ ਕਰ ਰਹੇ ਹੋ ਆਪਣੇ ਲਾਈਫ ਸਟਾਈਲ 'ਚ? ਆਪਾਂ ਉੱਥੇ ਕਰਦੇ ਹਾਂ ਬਿਕੋਜ਼ ਇਹ ਸਾਨੂੰ ਆਡੀਅנס ਨੂੰ ਵੀ ਕਨੈਕਟ ਕਰਦਾ ਔਰ ਤੁਹਾਡੇ ਓਰੀਜਨਲ ਆਈਡੀਆ ਹੈ ਉਹ। ਸਰ ਮੇਰਾ ਇਹਦੇ ਵਿੱਚ ਨਾ ਜਿਹੜਾ ਮੈਂ ਕੰਮ ਕਰਦਾ, ਮੇਰਾ ਸਭ ਤੋਂ ਪਹਿਲਾਂ ਮੈਂ ਸਟਾਰਟ ਕੀਤਾ ਸੀ ਟੈਕਸੀ ਤੋਂ, ਠੀਕ ਹੈ। ਹੁਣ ਮੈਂ ਕੀ ਕਰਦਾ ਕਿ ਮੈਂ 3 ਸਾਲ ਟੈਕਸੀ ਵੀ ਚਲਾਈ ਹੈ। ਜਦ ਮੇਰਾ ਐਕਸੀਡੈਂਟ ਹੋਇਆ ਸੀ ਮੈਂ ਗੱਡੀਆਂ ਪਾਈਆਂ ਸੀ, ਉਹ 'ਚੋਂ ਮੇਰੇ ਕੋਲ ਇੱਕ ਸਿਲੈਰੀਓ ਵੀ ਸੀਗੀ, ਮੈਂ ਗੱਡੀ ਵੀ ਚਲਾਉਂਦਾ ਸੀਗਾ, ਮੈਂ 3 ਸਾਲ ਗੱਡੀ ਵੀ ਚਲਾਈ ਹੈ, ਹੁਣ ਜਾ ਕੇ ਸੈਲ ਆਊਟ ਕੀਤੀ ਹੈ ਇਸੇ ਸਾਲ। ਐਂਡ ਉਹ ਹੁਣ ਤੁਸੀਂ ਦੇਖੋ ਕਿ ਉਹ ਮੈਂ ਕੰਮ ਕਰ ਰਿਹਾ ਸੀਗਾ ਟੈਕਸੀ ਦਾ, ਨਾਲ ਮੈਂ ਸ਼ੁਰੂ ਕੀਤਾ ਗੱਡੀਆਂ ਦਾ, ਹੈ ਨਾ। ਐਂਡ ਗੱਡੀਆਂ ਦੇ ਨਾਲ ਅਸੀਂ ਐਕਸਪੀਡੀਸ਼ਨ ਦਾ ਕੰਮ ਸ਼ੁਰੂ ਕੀਤਾ ਕਿ ਸੈਲਫ ਡਰਾਈਵ ਦੇ ਨਾਲ ਹੁਣ ਮੈਂ ਐਕਸਪੀਡੀਸ਼ਨ ਦਾ ਕੰਮ ਸ਼ੁਰੂ ਕੀਤਾ, ਜਿੱਥੇ ਮੇਰੇ ਗੇਅਰਸ ਆ ਗਏ। ਹੁਣ ਐਕਸਪੀਡੀਸ਼ਨ 'ਚ ਕੀ ਹੁੰਦਾ ਸੀਗਾ, ਜਿੱਦਾਂ ਹੁਣ ਲੇਹ ਲਦਾਖ ਦਾ ਟ੍ਰਿਪ ਬਣਾਇਆ, ਲੋਕੀ ਆਏ ਪੂਨੇ ਬੰਬੇ ਤੋਂ, ਐਂਡ ਉਹ ਲੋਕੀ ਸਾਡੇ ਨਾਲ ਕਨੈਕਟ ਹੁੰਦੇ ਆ, ਅਸੀਂ ਉਹਨਾਂ ਨੂੰ ਕੀ ਕਰਦੇ ਹਾਂ, ਆਪਣਾ ਬਾਈਕ ਵੀ ਦਿੰਦੇ ਹਾਂ ਰੈਂਟਲ 'ਤੇ, ਪਲੱਸ ਉਹਨਾਂ ਨੂੰ 12 ਦਿਨ ਦਾ ਟ੍ਰਿਪ ਬਣਾ ਕੇ ਦਿੰਦੇ ਹਾਂ। ਉਹ ਫਿਰ ਸਾਰਾ ਪੈਕੇਜ ਹੁੰਦਾ, 21,000 ਦਾ ਪੈਕੇਜ ਰਹਿੰਦਾ, ਔਰ ਬਾਈਕ ਰੈਂਟਲ ਦਾ ਚਾਰਜਿਸ ਅਲੱਗ ਹੈ, ਐਂਡ 21,000 ਦੇ ਵਿੱਚ ਉਹਨਾਂ ਨੂੰ 3 ਸਟਾਰ ਖਾਣਾ ਪੀਣਾ ਰਹਿਣਾ ਸਾਰਾ ਅਸੀਂ ਕਰਕੇ ਦਿੰਦੇ ਹਾਂ, ਔਰ 12 ਦਿਨ ਦਾ ਪੂਰਾ ਟ੍ਰਿਪ ਹੁੰਦਾ, ਔਰ ਮਤਲਬ ਬਹੁਤ ਇੰਟਰਸਟਿੰਗ ਹੁੰਦੇ। ਅਸੀਂ ਵੀ ਇੰਨੇ ਟ੍ਰਿਪ ਲਗਾਏ ਆ, ਈਵਨ ਮੈਂ ਜੂਨ 'ਚ ਵੀ ਜਾ ਕੇ ਆਇਆ, ਔਰ ਬਹੁਤ ਮਜ਼ੇ ਦਾ ਟ੍ਰਿਪ ਹੁੰਦਾ ਲੇਹ ਲਦਾਖ ਦਾ। ਐਂਡ ਕਾਫੀ ਲੋਕੀ ਜਿਹੜੇ ਇੰਟਰਸਟਿਡ ਆ ਮਤਲਬ ਸਾਨੂੰ ਕਰ ਸਕਦੇ ਆ, ਕਿਉਂਕਿ ਕਾਫੀ ਐਕਸਪੀਰੀਅੰਸ ਹੋ ਚੁੱਕਿਆ ਸਾਨੂੰ ਇਸ ਚੀਜ਼ ਦਾ, ਕਿ ਉਹਦੇ ਵਿੱਚ ਅਸੀਂ 12 ਦਿਨ ਦਾ ਟ੍ਰਿਪ ਔਰ ਖਾਣਾ ਪੀਣਾ ਸਭ ਕੁਝ ਵਿੱਚ, ਬਾਈਕ ਸਾਡੇ ਆਪਣੇ, ਗੱਡੀਆਂ ਸਾਡੀਆਂ ਆਪਣੀਆਂ, ਔਰ ਅਸੀਂ ਅਰਾਊਂਡ 15 ਤੋਂ 20 ਜਣਿਆਂ ਨੂੰ ਲੈ ਕੇ ਜਾਂਦੇ ਹਾਂ, ਗਰੁੱਪ ਬਣਾ ਕੇ ਲੈ ਕੇ ਜਾਂਦੇ ਹਾਂ, ਔਰ ਕਾਫੀ ਮਜ਼ੇਦਾਰ ਰਹਿੰਦਾ ਉਹ। ਉੱਥੇ ਤੁਸੀਂ ਉੱਥੇ ਫਿਰ ਸਭ ਕੁਝ ਕੰਮ ਆਉਂਦਾ, ਫਿਰ ਰਾਈਡਿੰਗ ਗੇਅਰਸ ਵੀ ਕੰਮ ਆਉਂਦੇ ਆ, ਫਿਰ ਉੱਥੋਂ ਟੈਂਟ ਵੀ ਕੰਮ ਆਉਂਦੇ ਨੇ, ਐਵਰੀਥਿੰਗ। ਫਿਰ ਉੱਥੇ ਤੁਹਾਡੇ ਟਾਈ ਅਪਸ ਨੇ ਜਿਹੜੇ ਜੋ ਵੀ ਉੱਥੇ ਔਨ ਦਾ ਰੂਟ, ਔਨ ਦਾ ਟੂਰ ਜਿਹੜੇ ਤੁਸੀਂ ਫੈਸਿਲਿਟੇਟ ਕਰਦੇ ਹੋ, ਜਿਸ ਤਰ੍ਹਾਂ ਵੀ ਕਰਦੇ ਹੋ, ਹੈ ਨਾ। ਸੋ ਦੈਟਸ ਹਾਊ ਯੂ ਆਰ ਬਿਲਡਿੰਗ ਮਲਟੀਪਲ ਬਿਜ਼ਨਸਿਸ। ਐਕਸਪੀਡੀਸ਼ਨਸ ਹੋ ਗਿਆ, ਸੈਲ ਡਰਾਈਵ ਹੋ ਗਿਆ, ਹੁਣ ਇਹਨੂੰ ਹੋਰ ਵੀ ਐਕਸਪੈਂਡ ਕਰ ਰਹੇ ਹਾਂ ਅਸੀਂ। ਮੇਰਾ ਹੈਗਾ ਕਿ ਕਿਸ ਤਰੀਕੇ ਨਾਲ ਅਸੀਂ ਫਰੈਂਚਾਈਜ਼ ਮਾਡਲ ਨੂੰ ਲੈ ਕੇ ਆ ਸਕਦੇ ਹਾਂ। ਸੋ ਆਈ ਐਮ ਵਰਕਿੰਗ ਔਨ ਦਾ, ਜਿੱਥੇ ਮੈਂ ਬ੍ਰਾਂਡ ਬਿਲਡਿੰਗ 'ਤੇ ਕੰਮ ਕਰ ਰਿਹਾ, ਅਤੇ ਰੀਇਨਵੈਸਟਿੰਗ ਬਿਜ਼ਨਸ 'ਚ ਨਹੀਂ ਕਰ ਰਹੇ ਇਸ ਟਾਈਮ, ਬ੍ਰਾਂਡ ਬਿਲਡਿੰਗ 'ਤੇ ਫੋਕਸ ਕਰ ਰਹੇ ਕਿ ਕਿਸ ਤਰੀਕੇ ਨਾਲ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਈ ਜਾ ਸਕਦੀ ਹੈ। ਔਰ ਜਿਹੜੇ ਲੋਕੀ, ਕਿਉਂਕਿ ਹੁਣ ਮੈਂ ਸੋਸ਼ਲ ਮੀਡੀਆ 'ਚ ਕਾਫੀ ਐਕਟਿਵ ਹਾਂ, ਹੈ ਨਾ, ਮੈਂ ਕਾਫੀ ਵੀਡੀਓਜ਼ ਬਣਾਉਂਦਾ, ਸੋ ਮੈਨੂੰ ਇਹ ਹੁੰਦਾ ਕਿ ਯਾਰ ਆਪਾਂ ਆਪਣੇ ਲੋਕਾਂ ਨੂੰ ਜੋੜੀਏ। ਮੇਰੀ ਮੇਨ ਸੋਚ ਹੈ ਕਿ ਅਸੀਂ ਜਿਨ੍ਹਾਂ ਕੋਲ ਓਪਰਚੁਨਿਟੀ ਨਹੀਂ ਹੈ, ਪੈਸਾ ਹੈ ਬਟ ਇਨਕਮ ਸੋਰਸ ਨਹੀਂ ਹੈ, ਜਾਂ ਉਹ ਚਾਹੁੰਦੇ ਨੇ ਕਿ ਕੁਝ ਐਡੀਸ਼ਨਲ ਸੋਰਸ ਆਫ ਇਨਕਮ ਹੋਵੇ, ਉਹਨਾਂ ਵਾਸਤੇ ਮੈਂ ਇੱਕ ਮਾਡਲ ਤਿਆਰ ਕਰ ਰਿਹਾ, ਔਰ ਮੇਰਾ ਉਹ ਮਾਡਲ ਦਾ ਨਾਮ ਹੈਗਾ ਪ੍ਰੋ ਰਾਟਾ ਸਿਸਟਮ। ਪ੍ਰੋ ਰਾਟਾ ਦੇ ਵਿੱਚ ਕੀ ਰਹੇਗਾ ਕਿ ਜਿੱਦਾਂ ਹੁਣ ਤੁਹਾਡੇ ਕੋਲ 2 ਲੱਖ ਪਿਆ ਹੈ, ਕਿਸੇ ਕੋਲ 2 ਲੱਖ ਪਿਆ ਹੈ, ਤੁਹਾਨੂੰ ਸਾਰਿਆਂ ਨੂੰ ਕੰਬਾਈਨ ਕਰਕੇ ਆਪਾਂ ਇੱਕ ਲੋਕੇਸ਼ਨ, ਜਿੱਦਾਂ ਲੁਧਿਆਣੇ 'ਚ ਕੰਮ ਨਹੀਂ ਹੈਗਾ, ਆਪਾਂ ਲੁਧਿਆਣੇ ਦੇ ਵਿੱਚ ਬ੍ਰਾਂਚ ਖੋਲ੍ਹ ਦੇਣੀ ਹੈ, ਤੁਹਾਨੂੰ 5-10 ਲੋਕਾਂ ਨੂੰ ਇਕੱਠੇ ਕਰਕੇ
ਇੱਥੇ ਵਧੀਆ ਗੱਡੀਆਂ ਕਰਕੇ ਫਲੀਟ ਇਕੱਠੀ ਕਰਕੇ ਇੱਥੋਂ ਕੰਮ ਸ਼ੁਰੂ ਕਰ ਦੇਣਾ, ਸੋ ਦੈਟ ਕਿ ਤੁਹਾਨੂੰ ਵੀ ਓਪਰਚੁਨਿਟੀ ਮਿਲ ਗਈ ਕੰਮ ਕਰਨ ਦੀ, ਔਰ ਪਲੱਸ ਮਤਲਬ ਐਕਸਪੈਂਸ਼ਨ ਵੀ ਹੋ ਚੁੱਕਿਆ, ਔਰ ਉਸ 'ਚ ਮੇਰਾ ਵੀ ਨਹੀਂ ਲੱਗਿਆ, ਮੇਰੀ ਜੇਬ ਤੋਂ ਵੀ ਕੁਛ ਨਹੀਂ ਗਿਆ ਹੈ ਨਾ। ਸੋ ਮਤਲਬ ਮੇਰਾ ਮਨ ਹੈ ਕਿ ਹੁਣ ਮੈਂ ਲੋਕਾਂ ਨੂੰ ਓਪਰਚੁਨਿਟੀ ਦੇਵਾਂ ਕਮਾਉਣ ਦਾ, ਕਿ ਤੁਸੀਂ ਵੀ ਕਿੱਦਾਂ ਆ ਕੇ ਜੁੜ ਕੇ ਕਮਾ ਸਕਦੇ ਹੋ। ਵੈਰੀ ਗੁੱਡ ਆਈਡੀਆ। ਉਹ ਮੇਰਾ ਪਲੈਨਿੰਗ ਹੈ, ਐਗਜ਼ੀਕਿਊਸ਼ਨ ਹੈ ਨੈਕਸਟ 1 ਤੋਂ 2 ਸਾਲ ਦੇ ਮੇਰੇ ਇਹੀ ਪਲਾਨਸ ਹੈ। ਹੁਣ ਸਿਰਫ ਮੇਰਾ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਉਣੀ ਹੈ, ਉਹਦੇ ਵਿੱਚ ਕਿੱਦਾਂ ਮੈਂ 10 ਤੋਂ 15 ਗੱਡੀਆਂ ਆਪਣੀ ਲੈਣੀਆਂ ਨੇ, ਉਸ ਤੋਂ ਬਾਅਦ ਫਿਰ ਉਸ ਤੋਂ ਅੱਗੇ 30-40 ਗੱਡੀਆਂ ਅਸੀਂ ਜਿਹੜੀਆਂ ਦੇਣੀਆਂ ਨੇ ਉਹ ਪੂਰਾ ਲੋਕੇਸ਼ਨ ਵਾਈਜ਼ ਡਿਵਾਈਡ ਕਰਾਂਗੇ। ਫਿਰ ਲੋਕਾਂ ਨੂੰ ਲੈਣਾ ਹੈ ਕਿ ਹਾਂ ਵੀ ਹੁਣ ਜਿਹੜਾ ਵੀ ਇਨਵੈਸਟ ਕਰਨਾ ਚਾਹੁੰਦਾ ਹੈ ਕੰਮ ਇਨਵੈਸਟ ਕਰੋ, ਆਪਣਾ ਇਨਕਮ ਸੋਰਸ ਬਣਾਓ, ਉਸ ਹਿਸਾਬ ਨਾਲ ਗਰੋ ਕਰੋ। ਕਿਉਂਕਿ ਮੇਰਾ ਕਾਮਰਸ ਬੈਕਗਰਾਊਂਡ ਆ, ਮੈਨੂੰ ਇਹ ਚੀਜ਼ਾਂ ਬਹੁਤ ਫੈਸੀਨੇਟਿੰਗ ਲੱਗਦੀਆਂ ਨੇ। ਜਦੋਂ ਨਵਾਂ ਆਈਡੀਆ ਆਉਂਦਾ ਆ ਅਤੇ ਮੈਨੂੰ ਬਹੁਤ ਕਿੱਕ ਦਿੰਦਾ ਆ ਉਹ। ਹਰਸਿਮਰ ਤੁਹਾਡਾ ਵੈਸੇ ਤਾਂ ਨਾਮ ਹੀ ਉੱਧਰ ਅਕਾਲ ਔਰ ਇੱਧਰ ਹਰਸਿਮਰ। ਤੁਸੀਂ ਬਿੱਗਰ ਪ੍ਰੋਸਪੈਕਟਿਵ ਜਿਹੜਾ ਬਿਜ਼ਨਸ, ਮੈਂ ਚਲੋ ਵਿਸ਼ ਕਰਦਾ ਵੀ ਜਿਹੜਾ ਤੁਹਾਡਾ 100 ਕਰੋੜ ਵਾਲੀ ਜਰਨੀ ਹੈ ਜੀ ਉਹ ਜਲਦੀ ਤੋਂ ਜਲਦੀ ਕੰਪਲੀਟ ਹੋਵੇ। ਤੁਹਾਨੂੰ ਕਿੱਦਾਂ ਪਤਾ ਲੱਗਿਆ ਮੇਰੀ 100 ਕਰੋੜ ਦੀ ਜਰਨੀ ਹੈ? ਇਹ ਤਾਂ ਛੋਟਾ ਜਿਹਾ ਟਾਰਗੇਟ ਹੈ। ਹਾਂ ਮੈਂ ਉਹ ਦੱਸ ਰਿਹਾ, ਤੁਹਾਨੂੰ ਕਿੱਦਾਂ ਪਤਾ? ਇਹ ਜਦੋਂ ਐਡਾ ਵੱਡਾ ਤੁਹਾਡਾ ਹੋਵੇ ਨਾ, ਪ੍ਰੋਸਪੈਕਟਿਵ ਇੰਨਾ ਕਲੀਅਰ ਹੋਵੇ, ਤਾਂ ਮੈਨੂੰ ਲੱਗਦਾ ਜਿਹੜਾ ਮਾਡਰਨ ਜਿਹੜਾ ਅਸੀਂ ਇਸ ਟਾਈਮ 'ਚ ਰਹਿ ਰਹੇ ਹਾਂ ਤਾਂ ਇਹ ਕੁਛ ਵੀ ਨਹੀਂ ਗਾ। ਹਾਂਜੀ ਹਾਂ, ਇਹ ਮਤਲਬ ਫਸਟ ਉਹ ਹੈਗਾ ਮਾਈਲਸਟੋਨ ਹੈ। ਸੋ ਮਤਲਬ ਸਪੋਜ਼ ਤੁਸੀਂ ਉਹ ਕਰ ਲਿਆ ਅਤੇ ਤੁਸੀਂ ਕੀ ਫੀਲ ਕਰਦੇ ਹੋ? ਮਤਲਬ ਤੁਸੀਂ ਉਸ ਤੋਂ ਬਾਅਦ ਨਹੀਂ, ਮੈਂ ਕਹੂੰਗਾ ਵੀ ਉਹ ਕਰਕੇ ਤੁਸੀਂ ਕੀ ਚਾਹੁੰਦੇ ਹੋ ਵੀ ਮੈਂ ਕੀ ਕਰਦਾ ਉਹਦੇ ਨਾਲ, ਕਿ ਤੁਹਾਡੀ ਮੈਂ ਉਹਦੇ 'ਤੇ ਨਹੀਂ ਗੱਲ ਵੀ ਤੁਹਾਡੀ ਪਰਸਨਲ ਲਾਈਫ ਜਾਂ ਤੁਹਾਡੀ ਲਗਜ਼ਰੀਅਸ ਲਾਈਫ 'ਤੇ ਕੀ ਅਸਰ ਹੋਊਗਾ। ਕਿਉਂਕਿ ਨਾ ਬਹੁਤ ਸਾਰੇ ਲੋਕ ਜਦੋਂ ਬਿਜ਼ਨਸ ਜਾਂ ਪੈਸੇ ਦੀ ਗੱਲ ਕਰਦੇ ਆ, ਉਹ ਕਹਿੰਦੇ ਇੰਨਾ ਪੈਸਾ ਕਰਨਾ ਕੀ ਆ। ਬਿਲਕੁਲ ਠੀਕ ਹੈ, ਅਤੇ ਤੁਸੀਂ ਕੀ ਸੋਚਦੇ ਹੋ? ਇਸ 'ਤੇ ਨਾ ਆਪਾਂ 2 ਟੌਪਿਕਸ ਡਿਸਕਸ ਕਰਾਂਗੇ ਥੋੜ੍ਹੇ ਡਿਟੇਲ 'ਚ ਜੀ। ਇੱਕ ਅਮੀਰ ਲੋਕਾਂ ਦੀ ਵੈਲਥ ਕਿੱਦਾਂ ਹੁੰਦੀ ਹੈ, ਕਿ ਉਹ ਅਸੀਂ ਸੋਚਦੇ ਹਾਂ ਕਿ ਉਹਨਾਂ ਕੋਲ ਬਹੁਤ ਸਾਰਾ ਕੈਸ਼ ਹੋਊਗਾ, 100 ਕਰੋੜ ਨੂੰ ਆਪਾਂ ਸੋਚਦੇ ਹਾਂ ਕੈਸ਼, ਬਟ ਉਹਨਾਂ ਦਾ ਕੈਸ਼ ਨਹੀਂ ਹੁੰਦਾ, ਉਹ ਕੰਪਨੀਜ਼ ਦੇ ਵਿੱਚ ਹੁੰਦਾ, ਇਨਵੈਸਟਡ ਹੁੰਦਾ ਨਾ। 100 ਕਰੋੜ ਦੀ ਕੰਪਨੀ ਹੈ ਤਾਂ ਉੱਥੇ ਹੈ, ਸੋ ਲਾਈਕ ਦੈਟ। ਸੋ ਬਿਲਕੁਲ ਉਹ ਵੀ ਬਣਾਵਾਂਗੇ। ਐਂਡ ਜਲਦੀ ਅਮੀਰ ਕਿੱਦਾਂ ਹੁੰਦੇ ਆ ਤੁਹਾਨੂੰ ਮੈਂ ਉਹਦਾ ਵੀ ਤਰੀਕਾ ਦੱਸੂੰਗਾ, ਠੀਕ ਹੈ। ਇਨਵੈਸਟਮੈਂਟਸ ਤੁਹਾਨੂੰ ਮੈਂ ਦੱਸਦਾ ਹੈ ਨਾ, ਬਟ ਜਲਦੀ ਲੋਕੀ ਕਿੱਦਾਂ ਅਮੀਰ ਹੁੰਦੇ ਆ, ਐਂਡ ਪਲੱਸ ਮੇਰੀ ਕੀ ਸੋਚ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਦੱਸਦਾ ਕਿ ਜਲਦੀ ਲੋਕੀ ਅਮੀਰ ਕਿੱਦਾਂ ਹੁੰਦੇ ਆ, ਅਤੇ ਜਲਦੀ ਅਮੀਰ ਹੋਣ ਦਾ ਤਰੀਕਾ ਕੀ ਹੈ। ਲੋਕੀ ਸਭ ਤੋਂ ਪਹਿਲਾਂ ਨਾ ਆਪਣੀ ਕੰਪਨੀਜ਼ ਬਣਾਉਂਦੇ ਨੇ, ਡਾਟਾ ਲਿਮਿਟਿਡ, ਡਾਟਾ ਪ੍ਰਾਈਵੇਟ ਲਿਮਿਟਿਡ, ਔਰ ਇਹਦੇ ਨਾਲ ਬੇਸਿਕਲੀ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਵੈਂਚਰ ਕੈਪੀਟਲ ਦਾ ਬਹੁਤ ਚੱਲ ਰਿਹਾ ਹੈਗਾ। ਵੈਂਚਰ ਕੈਪੀਟਲ ਹੋ ਗਿਆ, ਜਾਂ ਲੋਕੀ ਕੀ ਕਰਦੇ ਆ, ਅਮੀਰ ਲੋਕ ਕਦ ਬਣਦੇ ਆ, ਬਿਜ਼ਨਸ ਚਲਾ ਕੇ ਅਮੀਰ ਨਹੀਂ ਹੁੰਦੇ, ਬਿਜ਼ਨਸ ਨੂੰ ਵੇਚ ਕੇ ਅਮੀਰ ਹੁੰਦੇ ਆ ਜੀ। ਅਸੀਂ ਇਹ ਚੀਜ਼ ਨਹੀਂ ਸਮਝਦੇ। ਲੋਕੀ ਸੋਚਦੇ ਆ ਕਿ ਅਸੀਂ ਬਿਜ਼ਨਸ ਕਰਦੇ ਰਹਾਂਗੇ ਤਾਂ ਅਮੀਰ ਹੋਵਾਂਗੇ, ਬਟ ਬਹੁਤ ਲੋਕਾਂ ਨੇ ਬਿਜ਼ਨਸਿਸ ਬ੍ਰਾਂਡ ਬਣਾਏ, ਬ੍ਰਾਂਡ ਬਣਾ ਕੇ ਇੱਕ ਨਾ ਇੰਡਸਟਰੀ ਮਲਟੀਪਲ ਹੁੰਦਾ। ਮੈਂ ਛੋਟਾ ਜਿਹਾ ਤੁਹਾਨੂੰ ਦਊਂਗਾ ਸਪਾਰਕ। ਇੰਡਸਟਰੀ ਮਲਟੀਪਲ ਕਿੱਦਾਂ, ਕਹਿ ਲਓ ਅਗਰ ਕੋਈ ਬਿਜ਼ਨਸ ਕਰ ਰਿਹਾ ਸੀਗਾ, ਹੁਣ ਇਸ 'ਚੋਂ ਆਪਾਂ ਐਗਜ਼ਾਮਪਲ ਲੈਂਦੇ ਹਾਂ। ਕਹਿ ਲਓ ਇੱਕ ਕੰਪਨੀ ਹੈ, ਉਹ ਇੱਕ ਰੈਵਨਿਊ ਕਰ ਰਹੀ ਹੈ, ਕਹਿ ਲਓ ਕਰੋੜ ਰੁਪਏ ਦਾ ਕਰ ਰਹੀ ਹੈ। ਹੁਣ ਕਰੋੜ ਰੁਪਏ ਦਾ ਰੈਵਨਿਊ ਦਾ ਉਹਦਾ ਪ੍ਰੋਫਿਟ ਕਿੰਨਾ ਹੋਏਗਾ? 3 ਕਰੋੜ ਰੁਪਏ। ਹੁਣ ਇੱਕ ਨਾ ਮਲਟੀਪਲ ਹੁੰਦਾ ਇੰਡਸਟਰੀ ਮਲਟੀਪਲ। ਇੰਡਸਟਰੀ ਦਾ ਕਹਿ ਲਓ ਹਰੇਕ ਦਾ ਡਿਫਰੈਂਟ ਮਲਟੀਪਲ ਹੈ ਕਿ ਉਹਨੂੰ ਕਿੰਨੇ ਗੁਣਾ ਪੈਸਾ ਮਿਲਣ ਨੂੰ ਤਿਆਰ ਆ। ਜਿੱਦਾਂ ਫਾਰਮਾਕਿਊਟੀਕਲ ਇੰਡਸਟਰੀਜ਼ ਹੈ, ਫਾਰਮਾ ਦੇ ਵਿੱਚ ਉਹਦਾ 10 ਤੋਂ 15 ਦੇ ਵਿੱਚ ਮਲਟੀਪਲ ਹੁੰਦਾ। ਸੋ 3 ਕਰੋੜ ਰੁਪਇਆ ਇੰਟੂ 15 ਕਰ ਦਿਓ, ਉਹਦਾ ਇੱਕ ਵੈਲਿਊਏਸ਼ਨ ਨਿਕਲ ਜਾਏਗੀ, ਔਰ 19 ਵੈਲਿਊਏਸ਼ਨ 'ਤੇ ਪੈਸਾ ਮਿਲ ਜਾਂਦਾ। ਤਾਂ ਜਿੰਨੇ ਲੋਕੀ ਕੰਪਨੀਜ਼ ਬਣਾਉਂਦੇ ਆ ਔਰ ਉਹਨਾਂ ਨੂੰ ਵੇਚ ਕੇ ਐਗਜ਼ਿਟ ਕਰਕੇ ਪੈਸਾ ਬਣਾਉਂਦੇ ਆ ਨਾ, ਉਹ ਸਭ ਤੋਂ ਜਲਦੀ ਪੈਸਾ ਬਣਦਾ, ਕਿਉਂਕਿ ਉਹ 3-4 ਸਾਲ 5 ਸਾਲ 'ਚ ਹੀ ਬਣ ਜਾਂਦਾ। ਬਟ ਚਲੋ ਦੈਟ ਇਜ਼ ਅ ਡਿਫਰੈਂਟ ਜਰਨੀ। ਬਾਕੀ ਮੇਰੀ ਸੋਚ ਇਹ ਹੈ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਨਾ ਇਹੀ ਨਹੀਂ ਪਤਾ ਕਿ ਉਹਨਾਂ ਦੀ ਦੌੜ ਹੈ ਕਿਤੇ ਤੱਕ ਜੀ। ਆਪਾਂ ਇਹਦੀ ਵੀ ਗੱਲ ਕਰਾਂਗੇ, ਵਿੱਚ ਐਡ ਕਰਾਂਗੇ ਕਿ ਫਾਈਨੈਂਸ਼ੀਅਲ ਫਰੀਡਮ ਵਾਸਤੇ ਉਹਨੂੰ ਕੈਲਕੂਲੇਟ ਕਿੱਦਾਂ ਕਰਨਾ, ਸਾਨੂੰ ਕਿੰਨਾ ਪੈਸਾ ਚਾਹੀਦਾ ਹੈਗਾ, ਜਿਹਦੇ ਵਾਸਤੇ ਇਟ ਇਜ਼ ਮੋਰ ਦੈਨ ਇਨਫ। ਠੀਕ ਹੈ, ਇਸ ਚੀਜ਼ ਦੀ ਕੈਲਕੂਲੇਸ਼ਨ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ। ਔਰ ਮੇਰਾ ਵਿਜ਼ਨ ਇਹ ਹੈ ਕਿ ਅਗਰ ਮੇਰੇ ਕੋਲ 100 ਕਰੋੜ ਹੈ, ਮੈਂ ਕਹਿੰਦਾ ਮੇਰੇ ਕੋਲ 100 ਕਰੋੜ ਵੀ ਨਹੀਂ ਹੈ, ਮੈਨੂੰ ਪਤਾ ਕਿ ਮੈਨੂੰ ਕਿੰਨਾ ਪੈਸਾ ਚਾਹੀਦਾ ਫॉर ਮਾਈ ਫਾਈਨੈਂਸ਼ੀਅਲ ਫਰੀडम। ਮੇਰੀ ਸੋਚ ਇਹ ਹੈ ਕਿ ਮੈਨੂੰ ਆਪਣੀ ਆਜ਼ਾਦੀ ਲੈਣੀ ਹੈ। ਲੋਕਾਂ ਨੂੰ ਹੁੰਦਾ ਹੈ ਕਿ ਮੈਂ ਆਹ ਗੱਡੀ ਲੈਣੀ ਹੈ, ਮੈਂ ਐਸੈਟਸ ਲੈਣੇ ਹੈ, ਮੈਂ ਆਹ ਕੁਛ ਕਰਨਾ ਹੈ। ਮੇਰੀ ਸੋਚ ਹੈ ਕਿ ਮੈਂ ਆਪਣੀ ਆਜ਼ਾਦੀ ਲੈਣੀ ਹੈ। ਠੀਕ ਹੈ, ਆਪਣਾ ਫਰੀडम ਲੈਣਾ ਟਾਈਮ ਦਾ, ਕਿ ਮੇਰੇ ਕੋਲ ਟਾਈਮ ਹੋਏ ਘੁੰਮਣ ਦਾ, ਫਿਰਨ ਦਾ, ਫੈਮਿਲੀ ਨਾਲ ਜੋ ਚੀਜ਼ਾਂ ਮੈਂ ਕਰਨਾ ਚਾਹੁੰਦਾ ਮੈਂ ਉਹ ਚੀਜ਼ ਕਰ ਸਕਾਂ। ਮੈਂ ਆਪਣਾ ਟਾਈਮ ਖਰੀਦਣਾ, ਦੈਟ ਇਜ਼ ਮਾਈ ਮੇਨ ਪ੍ਰਾਇੋਰਿਟੀ। ਕਿ ਮੈਨੂੰ ਪੈਸੇ ਦੀ ਇੰਪੋਰਟੈਂਸ ਨਹੀਂ ਹੈ। ਪੈਸਾ ਕਰੋੜ ਰੁਪਏ ਵੀ ਬਣ ਜਾਏਗਾ, 100 ਕਰੋੜ ਵੀ ਬਣ ਜਾਏਗਾ,
ਬਟ ਮੇਰੀ ਮੇਨ ਪ੍ਰਾਇੋਰਟੀ ਇਹ ਹੈ ਕਿ ਪੈਸੇ ਦੀ, ਕਿ ਮੈਂ ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ ਟਾਈਮ ਦੇ ਸਕਾਂ। ਠੀਕ ਹੈ, ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਦੌੜ ਕਿੱਥੇ ਤੱਕ ਹੈ। ਮੈਂ ਤੁਹਾਨੂੰ ਉਹ ਵੀ ਕੈਲਕੂਲੇਟ ਕਰਕੇ ਦਿਖਾਊਂਗਾ ਹੁਣੇ ਕਿੰਨਾ ਨਿਕਲਦਾ ਉਹ ਫਾਈਨੈਂਸ਼ੀਅਲ ਕੈਲਕੂਲੇਸ਼ਨ। ਸੋ ਮੇਰੀ ਸੋਚ ਹੈ ਆਪਣਾ ਟਾਈਮ ਖਰੀਦਣਾ। ਠੀਕ ਹੈ, ਉਹ ਹੁਣ ਮੈਂ 5 ਸਾਲ 'ਚ ਖਰੀਦਣਾ, ਉਹ ਮੈਂ 10 ਸਾਲ 'ਚ ਆਪਣਾ ਟਾਈਮ ਖਰੀਦਣਾ। ਹੁਣ ਉਹਦੀ ਦੌੜ ਚੱਲ ਰਹੀ ਹੈ ਮੇਰੀ। ਇਹ ਨੰਬਰਸ ਦੀ ਦੌੜ ਵੀ ਹੈ, 100 ਕਰੋੜ ਬਣਾਉਣਾ ਹੈ, 100% ਬਣਾਉਣਾ ਹੈ। ਠੀਕ ਹੈ, ਬਟ ਉਹ ਦੌੜ ਮੇਰੀ ਨੰਬਰਸ ਦੀ ਨਹੀਂ ਹੈ, ਕਿਉਂਕਿ ਇਹ ਨੰਬਰਸ ਇੱਦਾਂ ਹੈ ਕਿ 100 ਤੋਂ 1000 ਹੋਏਗਾ, 1000 ਤੋਂ 10000 ਹੋਏਗਾ। ਔਰ ਬੇਸਿਕਲੀ ਕੀ ਹੈ, ਹਰੇਕ ਨੂੰ ਇੱਕ ਵਧੀਆ ਜ਼ਿੰਦਗੀ ਜੀਣ ਵਾਸਤੇ ਇੱਕ ਲਿਮਿਟਿਡ ਹੀ ਪੈਸਾ ਚਾਹੀਦਾ ਹੈ। ਉਸ ਤੋਂ ਬਾਅਦ ਤਾਂ ਤੁਸੀਂ ਜੋ ਮਰਜ਼ੀ ਕਰ ਲਓ, ਇਟ ਇਜ਼ ਜਸਟ ਲੈਵਿਸ਼। ਠੀਕ ਹੈ, ਔਰ ਉਹਦਾ ਕੋਈ ਬੈਨੀਫਿਟ ਨਹੀਂ ਹੈ। ਠੀਕ ਹੈ, ਲਾਈਫ ਵਧੀਆ ਸਪੈਂਡ ਕਰਨੀ ਹੈ ਐਂਡ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਊ ਮਚ ਮਨੀ ਯੂ ਨੀਡ ਐਂਡ ਬਸ ਉਹਨਾਂ ਪੈਸਾ ਆ ਰਿਹਾ, ਡੈਟਸ ਇਟ। ਔਰ ਸਪੈਸ਼ਲੀ ਫੋਕਸ ਕਰੋ ਲੋਕੀ ਕੀ ਕਰਦੇ ਆ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਚਲੋ ਅਸੀਂ ਤਾਂ ਦੇਖੋ ਵੈਜੀਟੇਰੀਅਨ ਆ, ਬਟ ਮੈਂ ਤੁਹਾਨੂੰ ਐਗਜ਼ਾਮਪਲ ਥੋੜ੍ਹਾ ਨੋਨ ਵੈਜ ਵਾਲਾ ਦੇ ਰਿਹਾ। ਲੋਕੀ ਕੀ ਕਰਦੇ ਆ, ਅੰਡਾ ਖਾਂਦੇ ਆ ਸਿੱਧਾ। ਇਹ ਨਹੀਂ ਸੋਚਦੇ ਕਿ ਪਹਿਲਾਂ ਅਸੀਂ ਮੁਰਗੀ ਬਣਾਈਏ, ਉਸ ਤੋਂ ਬਾਅਦ ਅੰਡੇ ਖਾਈਏ। ਗੱਲ ਸਮਝ ਰਹੇ ਹੋ? ਪਹਿਲਾਂ ਐਸੈਟਸ ਬਣਾਓ, ਐਸੈਟਸ ਬਣਾ ਕੇ ਫਿਰ ਉਹਨਾਂ ਤੋਂ ਜੋ ਬੈਨੀਫਿਟ ਆ ਰਿਹਾ ਉਹ ਲਓ। ਅਸੀਂ ਕੀ ਕਰਦੇ ਹਾਂ ਕਿ ਪੈਸਾ ਆਇਆ, ਡਾਇਰੈਕਟਲੀ ਯੂਜ਼ ਕੀਤਾ, ਖਤਮ। ਮੇਰੀ ਸੋਚ ਕੀ ਹੈ ਕਿ ਆਪਾਂ ਸਭ ਤੋਂ ਪਹਿਲਾਂ ਐਸੈਟਸ ਬਣਾਈਏ, ਮੁਰਗੀ ਤਿਆਰ ਕਰੀਏ ਜੋ ਮੈਨੂੰ ਅੰਡੇ ਦੇ ਰਹੀ ਹੈ। ਹੁਣ ਮੇਰਾ ਪੈਸਾ, ਮੇਰਾ ਟਾਈਮ ਫਰੀ ਹੈ, ਮੈਂ ਉਹ ਚੀਜ਼ ਕਰ ਸਕਦਾ ਜੋ ਮੈਂ ਕਰਨਾ ਚਾਹੁੰਦਾ। ਸੋ ਮੇਰੀ ਇਹ ਸੋਚ ਹੈ। ਸੋ ਸਭ ਤੋਂ ਪਹਿਲਾਂ ਤਾਂ ਮਤਲਬ ਇਹੀ ਹੈ, ਐਸੈਟਸ ਬਣਾਓ। ਠੀਕ ਹੈ, ਆਪਣੇ ਆਪ ਨੂੰ ਟਾਈਮ ਨੂੰ ਫਰੀ ਕਰੋ, ਸੋ ਦੈਟ ਲੋਕਾਂ ਨੂੰ ਟਾਈਮ ਹੀ ਨਹੀਂ ਹੈ। ਹੁਣ ਕਿਸ਼ਤਾਂ ਲੈ ਲੈਂਦੇ ਆ। ਹੁਣ ਮੇਰਾ ਵੀ ਕੀ ਹੈ, ਆਈ ਐਮ ਬਾਉਂਡ ਟੂ ਦ EMIs, ਆਈ ਐਮ ਬਾਉਂਡ ਟੂ ਦ ਬਿਜ਼ਨਸ। ਠੀਕ ਹੈ, ਕਿਤੇ ਨਾ ਕਿਤੇ ਮੇਰੀ ਵੀ ਲਾਇਬਿਲਿਟੀਜ਼ ਨੇ। ਠੀਕ ਹੈ, ਮੈਂ ਫਸਿਆ ਹੋਇਆ। ਅਗਰ ਮੈਨੂੰ ਕਿਤੇ ਜਾਣਾ ਹੈ 10 ਦਿਨ ਵਾਸਤੇ ਜਾਣਾ, ਮੈਨੂੰ ਪਿੱਛੇ ਟੈਨਸ਼ਨ ਰਹਿੰਦੀ ਹੈ ਕਿ ਭਾਈ ਕਿਸ਼ਤਾਂ ਪਾ ਕੇ ਜਾਣੀਆਂ ਪੈਣੀਆਂ, ਅਦਰਵਾਈਜ਼ ਮੈਂ ਨਿਕਲ ਨਹੀਂ ਸਕਦਾ। ਸੋ ਸਟਿਲ ਆਈ ਐਮ ਬਾਉਂਡ। ਅਤੇ ਬਟ ਆਪਾਂ ਆਪਣੇ ਆਪ ਨੂੰ ਟਾਈਮ ਬਾਊਂਡੇਸ਼ਨ ਤੋਂ ਵੀ ਸਾਈਡ ਕਰਨਾ ਹੈ। ਠੀਕ ਹੈ, ਉਸ ਤੋਂ ਬਾਅਦ ਫਾਈਨੈਂਸ਼ਲੀ ਵੀ ਆਪਣੇ ਆਪ ਨੂੰ ਫਰੀ ਕਰਨਾ ਹੈ, ਸੋ ਦੈਟ ਅਗਰ ਮੈਂ ਕਿਤੇ ਵੀ ਬੈਠਾ, ਸਟਿਲ ਮਾਈ ਇਨਵੈਸਟਮੈਂਟਸ ਆਰ ਮੇਕਿੰਗ ਮਨੀ, ਆਈ ਹੈਵ ਕੈਸ਼। ਮੈਂ ਆਪਣੀ ਜ਼ਿੰਦਗੀ ਵਰਲਡ 'ਚ ਕਿਤੇ ਬੈਠ ਕੇ ਵੀ ਕੱਟ ਸਕਾਂ। ਠੀਕ ਹੈ, ਸੋ ਇੱਕ ਲੀਵਰੇਜ ਮੇਰਾ ਹੈ ਕਿ ਮੈਂ ਕਿਤੇ ਵੀ ਬੈਠ ਕੇ ਆਪਣੀ ਲੀਵਰੇਜ ਲੈ ਸਕਾਂ, ਆਪਣਾ ਕੰਮ ਕਰ ਸਕਾਂ। ਮੇਰੇ ਕੋਲ ਟਾਈਮ ਹੋਏ, ਮੇਰੇ ਕੋਲ ਫੈਮਿਲੀ ਹੋਏ, ਆਈ ਐਮ ਸਪੈਂਡਿੰਗ ਮਾਈ ਟਾਈਮ ਮੇਰੇ ਹਿਸਾਬ ਨਾਲ। ਮੈਨੂੰ ਵਲੌਗਿੰਗ ਦਾ ਸ਼ੌਂਕ ਹੈ, ਮੈਂ ਇੰਟਰਨੈਸ਼ਨਲ ਟੂਰ ਕਰਨਾ ਚਾਹੁੰਦਾ। ਠੀਕ ਹੈ, ਮੈਂ ਦੁਨੀਆ ਘੁੰਮਣਾ ਚਾਹੁੰਦਾ ਔਰ ਇੱਕ ਦਿਨ ਵਲੌਗਿੰਗ 'ਤੇ ਸਾਰੀ ਦੁਨੀਆ ਨੂੰ ਮੈਂ ਵਰਲਡ ਘੁੰਮਦਾ ਹੋਇਆ ਵੀ ਦਿਖੂੰਗਾ। ਠੀਕ ਹੈ, ਇਹ ਮੇਰੀ ਸੋਚ ਹੈ। ਠੀਕ ਹੈ, ਇੰਟਰਨੈਸ਼ਨਲ ਟੂਰਸ ਕਰਨੇ ਨੇ, ਬਟ ਉਹਦੇ ਵਾਸਤੇ ਜੋ ਪੈਸਾ ਲੱਗੇਗਾ, ਠੀਕ ਹੈ, ਉਹਦੇ ਵਾਸਤੇ ਪੋਰਟਫੋਲੀਓ ਤਿਆਰ ਕਰ ਰਹੇ ਨੇ, ਉਹਦੇ ਵਾਸਤੇ ਚੀਜ਼ਾਂ ਤਿਆਰ ਕਰ ਰਹੇ ਨੇ। ਜਿੱਥੋਂ ਮੈਨੂੰ ਪੈਸਾ ਆਏਗਾ, ਮੈਂ ਉਸ ਪੈਸੇ ਨੂੰ ਇਕੱਠਾ ਨਹੀਂ, ਪੈਸੇ ਨੂੰ ਯੂਜ਼ ਨਹੀਂ ਕਰੂੰਗਾ, ਉਹ ਤੋਂ ਜੋ ਵਿਆਜ ਆਏਗਾ ਨਾ, ਉਸ ਤੋਂ ਘੁੰਮਣ ਜਾਊਂਗਾ। ਸੋ ਮੇਰੀ ਸੋਚ ਇਹ ਹੈ। ਸੋ ਜਿਸ ਦਿਨ ਉਹਨਾਂ ਪੈਸਾ ਬਣ ਜਾਏਗਾ, ਉਸ ਦਿਨ ਘੁੰਮਾਂਗੇ ਵੀ, ਸਾਰੀ ਚੀਜ਼ਾਂ ਵੀ ਕਰਾਂਗੇ। ਔਰ ਮੇਰੀ ਸੋਚ ਇਹ ਹੈ, ਪੈਸੇ ਦਾ ਮੇਰਾ ਪਰਪਸ ਹੈ ਕਿ ਮੈਂ ਇੱਕ ਇੱਦਾਂ ਦੀ NGO ਬਣਾਉਣਾ ਚਾਹੁੰਦਾ ਜੋ ਮੇਰਾ ਐਂਡ ਪਰਪਸ ਹੈ ਕਿ ਜਿਸ ਦਿਨ ਮੇਰੀ ਵੈਲਥ, ਆਈ ਐਮ 50s, ਆਈ ਐਮ 60s, ਮੇਰੇ ਕੋਲ ਇੰਨੀ ਵੈਲਥ ਹੋ ਚੁੱਕੀ ਹੈ ਕਿ ਮੈਂ ਇੱਕ ਇੱਦਾਂ ਦੀ NGO ਬਣਾਉਣਾ ਚਾਹੁੰਦਾ ਜਿੱਥੇ ਮੈਂ ਆਪਣੀ ਕਮਿਊਨਿਟੀ ਨੂੰ ਇਕੱਠਾ ਕਰਨਾ ਚਾਹੁੰਦਾ, ਆਪਣੇ ਲੋਕਾਂ ਨੂੰ, ਪੰਜਾਬੀਆਂ ਨੂੰ ਇਕੱਠਾ ਕਰਨਾ ਚਾਹੁੰਦਾ ਔਰ ਉਹਨਾਂ ਨੂੰ ਬਿਜ਼ਨਸ ਵਾਸਤੇ ਇੰਸਪਾਇਰ ਕਰਨਾ ਚਾਹੁੰਦਾ। ਕਿਸੇ ਕੋਲ ਗੱਡੀ ਨਹੀਂ ਹੈ, ਉਹਨੂੰ ਗੱਡੀ ਦੇਵਾਂਗੇ। ਕੋਈ ਬਿਜ਼ਨਸ, ਕੋਈ ਕੰਮ ਕਰਨਾ ਚਾਹੁੰਦਾ ਹੈ, ਉਹਨੂੰ ਕੰਮ ਦੇਵਾਂਗੇ। ਠੀਕ ਹੈ, ਇਨਵੈਸਟਮੈਂਟ ਕਰਾਂਗੇ, ਜੋ ਮੈਂ ਪੈਸਾ ਕਮਾ ਰਿਹਾ ਵੀ ਵਿਲ ਡੂ। ਠੀਕ ਹੈ, ਬਟ ਉਹ ਮੇਰੀ ਸੋਚ ਵੱਡੀ ਹੈ ਕਿ ਆਪਣੇ ਪੰਜਾਬੀਆਂ ਨੂੰ ਆਪਾਂ ਕੰਮ 'ਤੇ ਲਗਾਈਏ ਕਿ ਜੋ ਤੁਸੀਂ ਇੱਕ ਮੈਸੇਜ ਦਿੱਤਾ ਸੀਗਾ ਕਿ ਪੰਜਾਬੀ ਬਹੁਤ ਅੱਗੇ ਜਾਣਗੇ, ਹੈ ਨਾ, ਕਿਉਂਕਿ ਅਸੀਂ ਸੱਚੇ ਸੁੱਚੇ ਆ, ਸਾਡੀ ਕਿਰਤ ਸੱਚੀ ਆ, ਅਸੀਂ ਮੰਗ ਕੇ ਨਹੀਂ ਕਮਾਉਂਦੇ। ਬਸ ਉਹ ਇੱਕ ਵਿਜ਼ਨ ਹੈ ਕਿ ਆਪਾਂ ਆਪਣੇ ਯੂਥ ਨੂੰ ਕਿੱਦਾਂ ਜੋੜ ਸਕਦੇ ਹਾਂ। ਜਿੱਦਾਂ ਮੈਂ 0 ਤੋਂ, ਦੇਖੋ ਤੁਸੀਂ ਸਟਰਗਲ ਦੇਖੀ ਮੇਰੀ, ਆਪਾਂ -2 ਕਰੋੜ ਤੋਂ ਅੱਜ ਇੱਥੇ ਹਾਂ ਔਰ ਇਹੀ 100 ਕਰੋੜ 'ਤੇ ਵੀ ਜਾਊਂਗੇ। ਮਾਈ ਵਿਜ਼ਨ ਇਜ਼ ਦਿਸ। ਠੀਕ ਹੈ, ਔਰ ਫਿਰ ਵੀ ਇੱਦਾਂ ਹੀ ਪੋਡਕਾਸਟ ਕਰਾਂਗੇ, ਤੁਹਾਡੇ ਨਾਲ ਕਰਾਂਗੇ ਔਰ ਬਹੁਤ ਵੱਡੇ ਲੈਵਲ ਤੱਕ ਕਰਾਂਗੇ। ਠੀਕ ਹੈ, ਦੈਟ ਇਜ਼ ਮਾਈ ਵਿਜ਼ਨ। ਔਰ ਬੇਸਿਕਲੀ ਕੀ ਹੈ, ਰੱਬ ਦਾ ਹੱਥ ਆ ਸਿਰ 'ਤੇ, ਹੈ ਨਾ। ਅਤੇ ਜਦ ਆਪਾਂ ਗੁਰਬਾਣੀ ਪੜ੍ਹਦੇ ਰਹਾਂਗੇ, ਗੁਰਬਾਣੀ ਦੇ ਸਹਾਰ ਨਾਲ ਚੱਲਦੇ ਰਹਾਂਗੇ, ਵੰਡਰਸ ਕਰਾਂਗੇ ਹੀ ਕਰਾਂਗੇ। ਬਾਕੀ ਸੋਚ ਹੈ ਕਿ ਯੂਥ ਨੂੰ ਲੈ ਕੇ ਜਾਣਾ ਅੱਗੇ, ਦੈਟ ਇਜ਼ ਮਾਈ ਮੇਨ। ਇਹ ਤੁਹਾਡਾ ਪ੍ਰੋਸਪੈਕਟਿਵ, ਤੁਹਾਡਾ ਵਿਜ਼ਨ, ਤੁਹਾਡਾ ਜਿਹੜਾ ਡਿਜ਼ਾਇਰਡ ਲਾਈਫ ਸਟਾਈਲ ਹੈਗਾ ਆ। ਦੈਨ ਤੁਹਾਡੀ ਯੂ ਹੈਵ ਓਨਲੀ ਡਾਟਰ, ਹੈ ਨਾ, ਉਹਦੇ ਲਈ ਕੀ ਕਰ ਰਹੇ ਹੋ? ਮਤਲਬ ਦੈਟ ਇਜ਼ ਆਲਸੋ ਇੰਪੋਰਟੈਂਟ ਬਿਕੋਜ਼ ਇਹ ਗ੍ਰੈਜੂਅਲੀ ਸਾਰਾ ਕੁਛ ਤੁਹਾਡੇ ਜਿਹੜਾ ਅਰਨ ਕਰੋਗੇ ਉਹਦੇ ਨਾਲ ਬੱਚੇ ਦੀ ਜਿਹੜੀ ਲਾਇਬਿਲਿਟੀ, ਜੀ ਆਫਕੋਰਸ ਬੱਚਾ ਸਾਡੀ ਜ਼ਿੰਮੇਵਾਰੀ ਆ, ਜਿਹਨੂੰ ਅਸੀਂ ਫਾਈਨੈਂਸ਼ੀਅਲ ਟਰਮ 'ਚ ਇੱਕ ਲਾਇਬਿਲਿਟੀ ਕਹਿ ਲੈਂਦੇ ਹਾਂ। ਉਹਦੀ ਐਜੂਕੇਸ਼ਨ, ਉਹਦੀ ਹੈਲਥ, ਹੈ ਨਾ, ਉਹਦਾ ਕੰਫਰਟ, ਉਹ ਕਿਸ ਤਰ੍ਹਾਂ ਤੁਸੀਂ ਮੈਨੇਜ ਕਰ ਰਹੇ ਹੋ? ਮਤਲਬ ਦੈਟ ਇਜ਼ ਆਲਸੋ ਇੰਪੋਰਟੈਂਟ। ਮੇਰੀ ਜਿਹੜੀ ਸੋਚ ਹੈ ਨਾ, ਦੇਖੋ ਮੇਰੀ ਸੋਚ ਹੈ ਕਿ ਮੈਂ ਲੈਗੇਸੀ ਬਣਾਉਣਾ ਚਾਹੁੰਦਾ। ਅਸੀਂ ਬੀਇੰਗ ਅ ਫੈਮਿਲੀ ਕੀ ਕਰਦੇ ਹਾਂ, ਅਸੀਂ ਕਿਤੇ ਨਾ ਕਿਤੇ ਨਾਲ ਲੜੀ ਜਾਂਦੇ ਹਾਂ ਆਪਸ 'ਚ, ਹੈ ਨਾ, ਮਤਲਬ ਫੈਮਲੀਜ਼ ਇੱਕ ਦੂਜੇ ਨਾਲ ਕਨਫਲਿਕਟ ਚੱਲ ਰਹੇ ਆ, ਕੁਛ ਨਾ ਕੁਛ ਹੈ। ਬਟ ਮੇਰੀ ਇਹ ਸੋਚ ਹੈ ਕਿ ਮੈਂ ਇੱਕ ਲੈਗੇਸੀ ਬਣਾਉਣੀ ਹੈ
ਜਿੱਥੇ ਮੈਂ ਆਪਣੇ ਬੱਚੇ ਨੂੰ, ਜਿੱਦਾਂ ਅਮੀਰ ਲੋਕ ਕੀ ਕਰਦੇ ਆ, ਮੈਂ ਤੁਹਾਨੂੰ ਉਹ ਵੀ ਤਰੀਕਾ ਦੱਸਦਾ। ਅਮੀਰ ਲੋਕ ਯੂਜ਼ ਕਰਦੇ ਆ ਬਾਏ ਬੋਰੋ ਡਾਈ ਸਟ੍ਰੈਟੇਜੀ। ਇਹਦਾ ਮਤਲਬ ਕੀ ਹੁੰਦਾ, ਉਹ ਸਭ ਤੋਂ ਪਹਿਲਾਂ ਨਾ ਉਹ ਐਸੈਟਸ ਖਰੀਦਦੇ ਨੇ ਜੋ ਐਪਰੀਸ਼ੀਏਟ ਕਰਦੇ ਆ। ਜਿੱਦਾਂ ਉਹਨਾਂ ਦੀ ਕੰਪਨੀਆਂ ਨੇ, ਅੱਜ 1 ਕਰੋੜ ਦੀ ਕੰਪਨੀ ਹੈ, ਫਿਰ 10 ਕਰੋੜ ਦੀ ਕੰਪਨੀ ਹੋ ਗਈ, ਫਿਰ 100 ਕਰੋੜ ਦੀ ਕੰਪਨੀ ਹੋ ਗਈ, ਫਿਰ ਉਹਦੇ ਅਗੇਂਸਟ ਉਹ ਪੈਸਾ ਲੈ ਲੈਂਦੇ ਆ। ਠੀਕ ਹੈ, ਜੇ 10 ਕਰੋੜ ਦੀ ਕੰਪਨੀ ਹੈ ਤਾਂ ਉਹਦੇ ਅਗੇਂਸਟ 3-4 ਕਰੋੜ ਰੁਪਏ ਲੈ ਲੈਣਗੇ ਔਰ ਉਸ ਪੈਸੇ ਤੋਂ ਇੱਕ ਹੋਰ ਕੰਪਨੀ ਖੜੀ ਕਰ ਲੈਣਗੇ, ਔਰ ਜਾਂ ਉਸ ਪੈਸੇ ਤੋਂ ਘਰ ਲੈ ਲੈਣਗੇ, ਜਾਂ ਜੋ ਆਪਣੀ ਬੇਸਿਕ ਲਾਈਫ ਮੇਨਟੇਨ ਕਰਨੀ ਹੈ ਉਹ ਪਹਿਲਾਂ ਕੀ ਕਰਨਗੇ, ਬਾਏ ਕੰਪਨੀ ਬਣਾਈ, ਐਸੈਟਸ ਬਣਾਏ, ਪ੍ਰਾਪਰਟੀ ਬਣਾਈ, 1 ਕਰੋੜ ਦੀ ਪ੍ਰਾਪਰਟੀ ਹੈ ਤਾਂ ਉਹਦੇ ਅਗੇਂਸਟ ਪੈਸਾ ਲੈ ਕੇ ਉਹਨੂੰ ਯੂਜ਼ ਕਰਨਗੇ, ਐਕਚੁਅਲ ਐਸੈਟ ਨੂੰ ਯੂਜ਼ ਨਹੀਂ ਕਰਨਗੇ। ਸਮਝ ਗਏ? ਸਭ ਤੋਂ ਪਹਿਲਾ ਰੂਲ ਆ। ਉਸ ਤੋਂ ਬਾਅਦ ਬੋਰੋ, ਉਸ ਤੋਂ ਬਾਅਦ ਫਿਰ ਕੀ ਕਰਦੇ ਆ, ਉਸ ਐਸੈਟ ਦੇ ਅਗੇਂਸਟ ਉਹ ਬੋਰੋ ਕਰਦੇ ਆ, ਕਿਉਂਕਿ ਉਹ ਗਰਾਊਂਡ ਲੈਵਲ ਤੇ ਕੰਪਾਊਂਡ ਕਰ ਰਿਹਾ। ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਕਿਸ ਤਰੀਕੇ ਨਾਲ 1 ਕਰੋੜ ਰੁਪਏ ਕਿੱਦਾਂ ਕੰਪਾਊਂਡ ਕਰ ਰਿਹਾ। ਅਗਰ ਤੁਹਾਡਾ ਬੇਸ ਸਟਰੋਂਗ ਹੈ, ਇਫ ਇਟ ਇਜ਼ ਕੰਪਾਊਂਡਿੰਗ, ਔਰ ਤੁਸੀਂ ਹੁਣ, ਮੈਂ ਵੀ ਤੁਹਾਨੂੰ ਆਪਣਾ ਦੱਸਦਾ, ਹੁਣ ਮੇਰੇ ਕੋਲ 20 ਲੱਖ ਰੁਪਏ ਦਾ ਪੋਰਟਫੋਲੀਓ ਹੈ ਮੇਰਾ। ਠੀਕ ਹੈ, ਮੈਂ ਉਹਦੇ ਅਗੇਂਸਟ ਪਿੱਛੇ ਜੇ ਮੈਨੂੰ 3-4 ਲੱਖ ਰੁਪਏ ਚਾਹੀਦਾ ਸੀਗਾ, ਮੈਂ ਉਹਦੇ ਅਗੇਂਸਟ ਲੋਨ ਅਗੇਂਸਟ ਮਿਊਚੁਅਲ ਫੰਡ ਲੈ ਲਿਆ। ਉਸ ਪੈਸੇ ਨੂੰ ਕਢਵਾਇਆ ਨਹੀਂ, ਲੋਨ ਅਗੇਂਸਟ ਮਿਊਚੁਅਲ ਫੰਡ ਲੈ ਲਿਆ, ਸਿਕਿਉਰਿਟੀਜ਼ ਦੇ ਅਗੇਂਸਟ ਲੋਨ ਲੈ ਲਿਆ, ਪਰ ਪੈਸੇ ਨੂੰ ਨਹੀਂ ਕਢਵਾਇਆ ਕਿਉਂਕਿ ਮੈਨੂੰ ਪਤਾ ਹੈ ਕਿ ਬੈਕ ਐਂਡ 'ਤੇ ਮੇਰੀ ਕੰਪਾਊਂਡਿੰਗ ਖਰਾਬ ਹੋਏਗੀ। ਔਰ ਜਦ ਮੇਰੇ ਕੋਲ 2-4 ਮਹੀਨੇ 'ਚ ਮੇਰਾ ਸਿਸਟਮ ਸੈੱਟ ਹੋਏਗਾ, ਮੇਰੇ ਕੋਲ ਕੈਸ਼ ਫਲੋ ਆਏਗਾ, ਮੈਂ ਉਹਨੂੰ ਪੇ ਕਰ ਦੇਣਾ, ਮੇਰਾ ਫਿਰ ਪੈਸਾ ਉੱਥੇ ਦਾ ਉੱਥੇ ਪਿਆ। ਅਮੀਰ ਲੋਕ ਵੀ ਇਹੀ ਕਰਦੇ ਆ, ਉਹ ਫਿਰ ਜੋ ਪੈਸਾ ਉਹ ਲੈਂਦੇ ਨੇ ਉਹਦੇ ਅਗੇਂਸਟ ਉਸ ਤੋਂ ਹੋਰ ਐਸੈਟਸ ਖੜੇ ਕਰਦੇ, ਫਿਰ ਉਹ ਹੋਰ ਐਸੈਟਸ ਹੋਰ ਪੈਸਾ ਬਣਾਉਂਦੇ ਨੇ। ਸੋ ਔਰ ਜਦ ਉਹ ਮਰਦੇ ਨੇ ਨਾ, ਉਹ 0 ਕੈਪੀਟਲ ਗੇਨ ਟੈਕਸ ਦੇ ਕੇ ਜਾਂਦੇ ਸਰਕਾਰ ਨੂੰ। ਅਸੀਂ ਲੋਕ ਕੀ ਕਰਦੇ ਆ, ਪੈਸਾ ਬਣ ਗਿਆ ਜੀ, ਇੰਨਾ ਪੈਸਾ ਜੋੜ ਲਿਆ, ਹੁਣ ਉਹਨੂੰ ਪੈਸਾ ਕਢਵਾਉਣਾ ਸ਼ੁਰੂ ਕਰ ਦਿਓ, ਉਹ ਤਾਂ ਸਰਕਾਰ ਨੂੰ ਕੈਪੀਟਲ ਗੇਨ ਟੈਕਸ ਦੇਗਾ। ਦੇ ਨੈਵਰ ਪੇ ਟੈਕਸਿਸ। ਯੈਸ, ਅਮੀਰ ਲੋਕ ਟੈਕਸ ਹੀ ਨਹੀਂ ਪੇ ਕਰਦਾ। ਉਹ ਕੀ ਕਰਦੇ ਆ, ਉਹ ਜਿਸ ਦਿਨ ਉਹ ਮਰਦੇ ਨੇ, ਉਹਨਾਂ ਦੀ ਕੰਪਨੀਜ਼ ਵਿਦਾਊਟ ਬੀਇੰਗ ਟੈਕਸਡ, ਵਿਦਾਊਟ ਬੀਇੰਗ ਐਸੈਟ, ਕੋਈ ਵੀ ਟੈਕਸ ਨਹੀਂ ਹੁੰਦਾ। ਜਦੋਂ ਲੀਗਲ ਹਾਇਰ ਨੂੰ ਗਿਫਟ ਹੁੰਦਾ, ਉਹ ਲੀਗਲ ਹਾਇਰ ਨੂੰ ਬੱਚੇ ਨੂੰ ਗਿਫਟ ਕਰਕੇ ਦਿੰਦੇ ਆ। ਔਰ ਤੁਸੀਂ ਦੇਖੋ, ਮੈਂ ਨਾ ਇੱਕ ਮੋਨਿਕਾ ਹਲਾਨ ਕਰਕੇ ਇੱਕ ਰਾਈਟਰ ਨੇ, ਉਹ ਫਾਈਨੈਂਸ 'ਤੇ ਬੁੱਕਸ ਲਿਖਦੇ ਨੇ, ਉਹਨਾਂ ਨੇ 3 ਬੁੱਕਸ ਨੇ। ਲੈਟਸ ਟਾਕ ਮਨੀ, ਅਗਰ ਕੋਈ ਪੈਸੇ ਬਾਰੇ ਸਿੱਖਣਾ ਚਾਹੁੰਦਾ, ਮੈਂ ਉਹਨਾਂ ਨੂੰ ਰਿਕਮੈਂਡ ਕਰੂੰਗਾ 3 ਬੁੱਕਸ। ਠੀਕ ਹੈ, ਲੈਟਸ ਟਾਕ ਮਨੀ, ਬੇਸਿਕਸ ਹੈ ਕਿ ਕਿੱਦਾਂ ਬਜਟਿੰਗ, ਕਿੱਦਾਂ ਪੈਸਾ ਜੋੜਨਾ। ਉਸ ਤੋਂ ਬਾਅਦ ਲੈਟਸ ਟਾਕ ਮਿਊਚੁਅਲ ਫੰਡ, ਮਿਊਚੁਅਲ ਫੰਡ 'ਤੇ ਬੁੱਕ ਹੈ ਮੋਨਿਕਾ ਹਲਾਨ ਦੀ, ਉਹ 'ਚ ਡਿਟੇਲਡ ਨੌਲੇਜ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਇਨਵੈਸਟਮੈਂਟਸ ਕਰ ਸਕਦੇ ਹੋ, ਕਿਹੜੀਆਂ ਗਲਤੀਆਂ ਤੁਸੀਂ ਨਹੀਂ ਕਰਨੀਆਂ, ਕਿਹੜੀਆਂ ਹੈ ਨਾ, ਕਿੱਦਾਂ ਚੂਜ਼ ਕਰਨਾ ਐਂਡ ਆਲ ਦੈਟ। ਐਂਡ 3rd ਬੁੱਕ ਹੈ ਉਹਨਾਂ ਦੀ ਲੈਟਸ ਟਾਕ ਅਬਾਊਟ ਲੈਗੇਸੀ। ਔਰ ਮੈਂ ਉਹਨਾਂ ਦੇ ਸੈਮੀਨਾਰ 'ਤੇ ਗਿਆ ਸੀਗਾ, ਔਰ ਉਸ ਲੈਗੇਸੀ ਦੇ ਬੁੱਕ ਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ ਕਿ ਕੱਲੀ ਚੀਜ਼ ਦੇ ਨਾ ਕਾਲਮਸ ਨੇ ਕਿ ਵਾਟ ਇਜ਼ ਯੋਰ ਐਸੈਟਸ, ਵਾਟ ਇਜ਼ ਯੋਰ ਲਾਇਬਿਲਿਟੀ, ਵਿਲ, ਕਿ ਬੱਚਿਆਂ ਦੀ ਵਿਲ ਬਣਾਓ। ਮੇਰੇ ਪਲੈਨਿੰਗਸ ਨੇ, ਅੱਜ ਅਗਰ ਮੈਂ 32 ਸਾਲਾਂ ਦਾ ਨਾ, ਮੈਂ ਕੁਝ ਐਸੈਟਸ ਬਣਾਵਾਂ ਔਰ ਮੈਂ ਅੱਜ ਹੀ ਆਪਣੇ ਬੱਚੇ ਦੀ ਵਿਲ ਬਣਾਉਂਗਾ, ਬਿਕੋਜ਼ ਆਈ ਡੋਂਟ ਨੋ ਕਿ ਮੈਂ ਕੀ ਪਤਾ ਸਾਲ ਬਾਅਦ ਹੋਵਾਂ, ਅਗਲੇ ਮਹੀਨੇ ਹੋਵਾਂ, ਕੁਛ ਨਹੀਂ ਪਤਾ। ਬਟ ਅਗਰ ਮੇਰੀ ਵਿਲ ਹੋਏਗੀ ਨਾ, ਤੇ ਮੈਂ ਆਪਣੀ ਵੈਲਥ ਨੂੰ ਅੱਗੇ ਡਿਲੀਵਰ ਕਰ ਪਾਊਂਗਾ। ਸਮਝ ਗਏ? ਲੋਕੀ ਕੀ ਕਰਦੇ ਆ, ਪੈਸਾ ਕਮਾਉਂਦੇ ਰਹਿੰਦੇ ਆ, ਸਾਰੀ ਉਮਰ ਕਮਾਉਂਦੇ ਆ, ਜਿਸ ਦਿਨ ਉਹ ਆਪ ਮਰ ਜਾਂਦੇ ਆ, ਬੱਚਿਆਂ 'ਚ ਕਨਫਲਿਕਟਸ ਹੁੰਦੇ ਆ, ਪ੍ਰੋਬਲਮਸ ਹੁੰਦੀਆਂ, ਔਰ ਇਹ ਵਿਲ ਵਾਲਾ ਜਾਂ ਫਿਰ ਇਹ ਵਾਲਾ ਟਰਾਂਸਪੇਰੈਂਸੀ ਹੈ ਹੀ ਨਹੀਂ। ਇਹ ਸਭ ਤੋਂ ਵੱਡੀ ਪ੍ਰੋਬਲਮਸ ਹੈ। ਕਰੋੜਾਂ ਰੁਪਇਆ ਬੈਂਕਾਂ ਦੇ ਵਿੱਚ ਅਨਕਲੇਮਡ ਪੈਸਾ ਪਿਆ, ਕਰੋੜਾਂ ਰੁਪਇਆ, ਮਤਲਬ ਇੰਨਾ ਹੈ, ਅਗਰ ਤੁਸੀਂ ਸਰਚ ਵੀ ਕਰੋਗੇ ਨਾ, ਮਤਲਬ 10 ਲੱਖ ਕਰੋੜ ਸਮਥਿੰਗ ਇੱਦਾਂ ਕਰਕੇ ਇੰਨਾ ਪੈਸਾ ਅਨਕਲੇਮਡ ਪੈਸਾ ਪਿਆ। ਔਰ ਜਿਹਨੇ ਲੋਕੀ ਮਰ ਗਏ, ਉਹਨਾਂ ਦੇ ਬੱਚਿਆਂ ਤੱਕ ਨਹੀਂ ਪਹੁੰਚੇ। ਔਰ ਜੇ ਕਲੇਮ ਵੀ ਕਰਦੇ ਨੇ ਤਾਂ ਉਹ ਨੋਮੀਨੀਜ਼ ਨਹੀਂ ਹੈਗੇ। ਹਾਂਜੀ, ਉਹ ਠੀਕ ਹੈ, ਉਹ ਨੋਮੀਨੀ ਉਹ ਲੈ ਨਹੀਂ ਸਕਦੇ ਉਹਨਾਂ ਦੇ, ਹਾਂ, ਉਹ ਕਲੇਮ ਨਹੀਂ ਕਰ ਸਕਦੇ। ਸੋ ਬਹੁਤ ਇਸ਼ੂਜ਼ ਨੇ ਇੱਦਾਂ ਦੇ। ਸੋ ਮੇਰਾ ਪਰਪਸ ਹੈ ਕਿ ਮੈਂ ਇੱਕ ਲੈਗੇਸੀ ਬਿਲਡ ਕਰਾਂ ਆਪਣੇ ਬੱਚੇ ਵਾਸਤੇ। ਠੀਕ ਹੈ, ਜਿੱਥੇ ਮੇਰੀ ਟਰਾਂਸਪੇਰੈਂਸੀ ਰਹੇ, ਡੇ 1 ਤੋਂ ਮੈਂ ਵਿਲ ਬਣਾ ਕੇ ਜਾਵਾਂ। ਠੀਕ ਹੈ, ਮੈਂ ਤੁਹਾਨੂੰ ਥੋੜ੍ਹਾ ਉੱਧਰ ਵੀ ਲੈ ਕੇ ਜਾਊਂਗਾ। ਤੁਸੀਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀਗੇ ਵੀ ਤੁਸੀਂ ਆਪਣੇ ਬੇਟੀ ਲਈ ਜਿਹੜਾ ਪ੍ਰੈਜ਼ੈਂਟ, ਬਿਕੋਜ਼ ਉਹਦੇ ਨਾਲ ਸਾਡਾ ਜਿਹੜਾ ਇਨਫਲੇਸ਼ਨ ਇੰਡੈਕਸ ਕਿੱਦਾਂ ਇੰਪੈਕਟ ਕਰ ਰਿਹਾ ਹੈ ਉਹ ਵੀ ਕਵਰ ਹੋਏਗਾ। ਕਿਉਂਕਿ ਅੱਜ ਜਿਹੜਾ ਅਸੀਂ ਉਹਦੇ 'ਤੇ ਸਪੈਂਡਿੰਗ ਆ, ਜਾਂ ਬੱਚਿਆਂ ਦੀ ਸਟੱਡੀ 'ਤੇ ਜਾਂ ਹੈਲਥ 'ਤੇ ਸਪੈਂਡਿੰਗ ਆ, ਉਹ 15 ਸਾਲ ਜਾਂ 20 ਸਾਲ ਬਾਅਦ ਜਦੋਂ ਬੱਚੇ ਵੱਡੇ ਹੋ ਜਾਣਗੇ, ਉਹ ਕਿੱਦਾਂ ਇੰਪੈਕਟ ਕਰੂਗੀ ਜੀ। ਉਹਦੇ ਲਈ ਤੁਸੀਂ ਕੀ ਇਨਵੈਸਟਮੈਂਟ 'ਚ ਪਲਾਨ ਕਰ ਰਹੇ ਹੋ ਜੀ? ਕੋ ਮੈਂ ਆਪਣਾ ਫਾਈਨੈਂਸ਼ੀਅਲ ਪਲਾਨ ਬਣਾਇਆ ਹੋਇਆ। ਠੀਕ ਹੈ, ਮੈਂ ਆਪਣਾ ਫਾਈਨੈਂਸ਼ੀਅਲ ਪਲਾਨ ਦੀ ਹੁਣ ਰੀਸੈਂਟਲੀ ਆਪਣੇ ਵੀਡੀਓਜ਼ ਵੀ ਸ਼ੇਅਰ ਕਰੂੰਗਾ ਆਪਣੇ ਚੈਨਲ 'ਤੇ। ਐਂਡ ਉਹਦੇ ਵਿੱਚ ਮੈਂ ਕੀ ਕੀਤਾ ਹੋਇਆ ਕਿ ਇਨਫਲੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਤੁਹਾਨੂੰ ਮੋਟਾ ਇਨਫਲੇਸ਼ਨ ਦਾ ਇੱਕ ਚੀਜ਼ ਦੱਸਦਾ। ਰੂਲ ਆਫ 72 ਤੁਸੀਂ ਸਮਝਿਆ ਸੀਗਾ ਜੀ? 72 ਡਿਵਾਈਡਡ ਬਾਏ 7% ਦੀ ਅਗਰ ਮਹਿੰਗਾਈ ਦਰ ਹੈ, ਦੈਟ ਮੀਨਸ ਕਿ ਹਰੇਕ 10 ਸਾਲਾਂ 'ਚ ਪੈਸਾ ਡਬਲ ਹੋ ਰਿਹਾ। ਇਹਦਾ ਮਤਲਬ ਮਹਿੰਗਾ ਹੋ ਰਿਹਾ। ਐਗਜ਼ਾਮਪਲ ਦੇਣਾ, ਅਗਰ ਅੱਜ ਮੈਨੂੰ ਘਰ ਚਲਾਉਣ ਵਾਸਤੇ 1 ਲੱਖ ਰੁਪਇਆ ਚਾਹੀਦਾ ਹੈ, ਠੀਕ ਹੈ, ਔਰ ਮੈਨੂੰ ਕਹਿ ਲਓ ਇਹੀ ਘਰ ਸੇਮ ਖਰਚੇ ਕਰਨ ਵਾਸਤੇ ਅੱਜ ਤੋਂ 10 ਸਾਲ ਬਾਅਦ 2 ਲੱਖ ਰੁਪਇਆ ਚਾਹੀਦਾ, ਕਿ ਇਨਫਲੇਸ਼ਨ ਇੰਕਰੀਜ਼ ਹੋ ਜਾਵੇ। ਔਰ ਉਸ ਤੋਂ ਬਾਅਦ
ਅਗਲੇ 10 ਸਾਲਾਂ ਬਾਅਦ ਮੈਨੂੰ 2 ਲੱਖ ਦਾ ਡਬਲ ਕਿੰਨਾ 4 ਲੱਖ ਰੁਪਏ, ਮੈਨੂੰ 4 ਲੱਖ ਰੁਪਏ ਸੇਮ ਲਾਈਫ ਸਟਾਈਲ ਨੂੰ ਮੇਨਟੇਨ ਕਰਨ ਲਈ ਚਾਹੀਦਾ ਹੈ। ਅਗਰ ਕਹਿ ਲਓ ਤੁਹਾਡੇ 10,000 ਦੇ ਖਰਚੇ ਨੇ ਮਹੀਨੇ ਦੇ, ਤੇ ਤੁਹਾਨੂੰ 10 ਸਾਲਾਂ ਬਾਅਦ 20,000 ਦੇ ਖਰਚੇ ਪਹੁੰਚ ਜਾਣਗੇ। ਉਸ ਹਿਸਾਬ ਨਾਲ ਫਿਰ ਇਨਕਮ ਵੀ ਵਧਣੀ ਚਾਹੀਦੀ ਹੈ। ਫਿਰ ਉਹੀ ਅਗਲੇ 10 ਸਾਲਾਂ ਬਾਅਦ ਉਹ 40,000 ਦੇ ਖਰਚਾ ਪਹੁੰਚ ਜਾਣਗੇ। ਦੈਨ ਇਟ ਇਜ਼ 80। ਕੈਲਕੂਲੇਸ਼ਨ ਹੈ, ਲੋਕੀ ਸਮਝਦੇ ਨਹੀਂ ਇਸ ਚੀਜ਼ ਨੂੰ। ਲੋਕੀ ਕਹਿੰਦੇ ਮਹਿੰਗਾਈ ਵੱਧ ਗਈ, ਯਾਰ ਕੈਲਕੂਲੇਸ਼ਨ ਤਾਂ ਸਮਝੋ। ਔਰ ਦੂਜੀ ਗੱਲ, ਮੈਂ ਆਪਣੀ ਬੇਟੀ ਦਾ ਇੱਕ ਪੋਰਟਫੋਲੀਓ ਤਿਆਰ ਕਰ ਰਿਹਾ ਰਾਈਟ ਨਾਓ। 5 ਲੱਖ ਰੁਪਏ ਉਹਦੇ ਪੋਰਟਫੋਲੀਓ 'ਚ ਹੋ ਚੁੱਕਿਆ ਹੈ। ਠੀਕ ਹੈ, ਅਸੀਂ ਇਨਵੈਸਟਮੈਂਟਸ ਕਰਦੇ ਹਾਂ ਔਨ ਦ ਅਸੀਂ ਨਾ ਗੋਲ ਓਰੀਐਂਟਡ ਇਨਵੈਸਟਮੈਂਟਸ ਕਰਦੇ ਹਾਂ। ਗੋਲ ਓਰੀਐਂਟਡ 'ਚ ਕਿੱਦਾਂ ਆ, ਮੈਂ ਉਹਦੇ ਨਾਲ ਗੋਲਸ ਡਿਵਾਈਡ ਕਰਤੇ। ਮੈਰਿਜ, ਐਜੂਕੇਸ਼ਨ, ਠੀਕ ਹੈ, ਐਜੂਕੇਸ਼ਨ ਦੇ ਵਿੱਚ ਹਾਇਰ ਐਜੂਕੇਸ਼ਨ ਵੀ ਹੈ ਅਤੇ ਛੋਟੀ ਐਜੂਕੇਸ਼ਨ ਵੀ ਹੈ, ਜਿੱਦਾਂ ਕਾਲਜ ਵਗੈਰਾ। ਕਾਲਜ ਦਾ ਮੈਂ ਟਾਰਗੇਟ ਲਗਾਇਆ 15 ਕੁ ਲੱਖ ਦਾ, ਅੱਜ ਦੀ ਡੇਟ 'ਚ ਹਾਇਰ ਐਜੂਕੇਸ਼ਨ ਦਾ 30 ਲੱਖ ਦਾ ਹੈ। ਹੁਣ ਤੁਹਾਨੂੰ ਐਗਜ਼ਾਮਪਲ ਦੇਣਾ, ਕਹਿ ਲਓ ਅਗਰ ਅੱਜ ਮੈਂ ਬਹੁਤ ਵਧੀਆ ਉਹਦਾ ਵਿਆਹ ਕਰਨਾ ਹੈ, ਠੀਕ ਹੈ, ਅੱਜ ਦੀ ਡੇਟ 'ਚ, ਅਤੇ ਮੈਂ ਵਧੀਆ ਪੈਸੇ ਖਰਚਣਾ ਚਾਹੁੰਦਾ, ਤਾਂ ਮੈਨੂੰ ਘੱਟੋ ਘੱਟ ਵੀ 20 ਤੋਂ 30 ਲੱਖ ਰੁਪਏ ਚਾਹੀਦਾ। ਅਗਰ ਨੋਰਮਲ ਖਰਚਾ ਕਰਨਾ ਤਾਂ 5 ਤੋਂ 10 ਲੱਖ ਰੁਪਏ ਚਾਹੀਦਾ। ਹੁਣ ਕਹਿ ਲਓ ਅਗਰ ਵਧੀਆ ਵਿਆਹ ਵਾਸਤੇ ਮੈਨੂੰ 30 ਲੱਖ ਰੁਪਏ ਚਾਹੀਦਾ ਹੈ। ਅਗਰ ਇਨਫਲੇਸ਼ਨ ਆਪਾਂ ਦੇਖੋ, ਲਾਈਫ ਸਟਾਈਲ ਇਨਫਲੇਸ਼ਨ ਬਹੁਤ ਮਹਿੰਗਾ ਆ, 10% 'ਤੇ ਵੀ ਹੋ ਰਿਹਾ, ਔਰ ਈਵਨ ਮੈਡੀਕਲ ਇਨਫਲੇਸ਼ਨ 10 ਤੋਂ 12% 'ਤੇ ਹੈ, ਬਹੁਤ ਜ਼ਿਆਦਾ ਹੈ। ਹੁਣ ਐਜੂਕੇਸ਼ਨ ਸੈਕਟਰ 8 ਤੋਂ 9% 'ਤੇ ਕੰਪਾਊਂਡ ਕਰ ਰਿਹਾ, 8 ਤੋਂ 9% 'ਤੇ ਮਹਿੰਗਾਈ ਦਰ ਵੱਧ ਰਿਹਾ ਐਜੂਕੇਸ਼ਨ ਸਿਸਟਮ। ਠੀਕ ਹੈ, ਦੈਟ ਮੀਨਸ ਕਿ ਅਗਰ ਅੱਜ ਮੈਨੂੰ 30 ਲੱਖ ਰੁਪਏ 'ਚ ਉਹਨੂੰ ਬਾਹਰ ਭੇਜਣਾ ਹੈ ਫੋਰਨ, ਠੀਕ ਹੈ, ਸੇਮ ਐਕਸਪੈਂਸ ਨੂੰ ਜਦੋਂ ਉਹ 20-22 ਸਾਲ ਦੀ ਹੋਏਗੀ, ਜਿਸ ਦਿਨ ਮੈਂ ਉਹਨੂੰ ਭੇਜਣਾ ਹੈ, ਉਸ ਦਿਨ 1 ਕਰੋੜ 60 ਲੱਖ ਰੁਪਏ ਦੇ ਖਰਚੇ ਆ। ਸੇਮ ਟਿਕਟ, ਸੇਮ ਐਵਰੀਥਿੰਗ। ਹੁਣ ਮੈਂ ਉਸ ਟਾਈਮ 'ਤੇ 1 ਕਰੋੜ 60 ਲੱਖ ਰੁਪਏ ਕਿੱਥੇ ਲੈ ਕੇ ਆਉਂਗਾ? ਜਾਂ ਲੋਨ ਲਊਂਗਾ, ਜਾਂ ਕੁਛ ਨਾ ਕੁਛ ਕਰੂੰਗਾ, ਕੋਈ ਐਸਿਡ ਵੇਚੂੰਗਾ, ਜਾਂ ਕੁਛ ਨਾ ਕੁਛ ਕਰੂੰਗਾ। ਠੀਕ ਹੈ, ਤਾਂ ਉਹ ਇਨਵੈਸਟਮੈਂਟਸ ਕਿੱਥੋਂ ਸ਼ੁਰੂ ਹੋਈਆਂ? ਅੱਜ ਮੈਂ 10,000 ਰੁਪਏ ਦੀ ਉਹਨੂੰ ਮੰਥਲੀ SIP ਕਰ ਰਿਹਾ, ਨਾ ਉਹਨੂੰ ਮੈਨੂੰ ਸਟੈਪ ਅਪ ਕਰਨ ਦੀ ਲੋੜ ਹੈ, ਨਾ ਕੁਛ ਕਰਨ ਦੀ ਲੋੜ ਹੈ। ਆਈ ਨੋ ਕਿ ਮੈਨੂੰ 10-12% 'ਤੇ ਮੇਰਾ ਸੇਫ ਰਿਟਰਨਸ 'ਤੇ ਇੰਨਾ ਮੈਂ ਕਰ ਲਾਂਗਾ। ਸੋ ਉਸ ਹਿਸਾਬ ਨਾਲ ਮੈਂ ਅੱਜ ਤੋਂ ਸ਼ੁਰੂ ਕੀਤਾ ਹੈ, ਔਰ ਮੈਂ ਪਿਛਲੇ 1 ਸਾਲ ਤੋਂ ਕਰ ਰਿਹਾ। ਔਰ 1 ਸਾਲ ਤੋਂ ਸਿਰਫ 10,000 ਰੁਪਇਆ ਕਰਕੇ ਡਿਫਰੈਂਟ ਉਹਦੇ ਵਿੱਚ, ਜਿੱਦਾਂ ਮੈਰਿਜ ਦਾ ਅਲੱਗ 10,000 ਰੁਪਇਆ ਹੋ ਗਿਆ, ਆਪਣਾ ਐਜੂਕੇਸ਼ਨ ਦਾ ਅਲੱਗ ਹੋ ਗਿਆ, ਇੱਦਾਂ ਕਰਦੇ ਕਰਦੇ 5 ਲੱਖ ਰੁਪਇਆ ਇਕੱਠਾ ਹੋ ਗਿਆ। ਸੋ 45,000 ਰੁਪੀਜ਼ ਦੀ ਪਰ ਮੰਥ ਐਸੇ ਵੀ ਜਾਂਦੀ ਹੈ, ਉਹ ਸਿਰਫ ਉਹਦੇ ਅਕਾਊਂਟ 'ਚ ਹੀ ਜਾਂਦੀ ਹੈ। ਠੀਕ ਹੈ, ਉਹ ਇਸ ਕਰਕੇ ਜਾਂਦੀ ਹੈ ਕਿ ਉਹਦੇ ਕੋਲ ਉਨਾ ਪੈਸਾ ਹੋਏ ਕਿ ਜਦੋਂ ਵੱਡੀ ਹੋ ਗਈ, ਬਿਕੋਜ਼ ਉਹਦੇ ਕੋਲ ਟਾਈਮ ਹੈ। ਬੱਚਿਆਂ ਨੂੰ ਹੁਣੇ ਕੋਈ ਖਰਚੇ ਨਹੀਂ ਹੈ। ਜਦੋਂ ਬੱਚੇ 20-22 ਸਾਲ ਤੱਕ ਨਹੀਂ ਹੁੰਦੇ, ਸਾਡੇ ਕਿੰਨੇ ਖਰਚੇ ਸੀ ਤੁਹਾਨੂੰ ਪਤਾ। ਅੱਜ ਜਦ ਅਸੀਂ ਮੈਰਿਡ ਹਾਂ, ਅੱਜ ਸਾਡੇ ਬੱਚੇ ਹੈਗੇ ਆ, ਸਾਨੂੰ ਪਤਾ ਕਿ ਬਾਈ ਕਿੰਨੇ ਖਰਚੇ ਆ, ਘਰ ਚਲਾਉਣਾ ਬਹੁਤ ਔਖਾ ਹੈ, ਬਟ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ। ਸੋ ਸਾਡਾ ਇਹ ਫਰਜ਼ ਬਣਦਾ ਹੈ ਕਿ ਬੱਚਿਆਂ ਦੀ ਇਨਵੈਸਟਮੈਂਟਸ ਅਸੀਂ ਕਰਕੇ ਛੱਡ ਦਈਏ, ਪੋਰਟਫੋਲੀਓ ਬਣਾ ਕੇ ਛੱਡੀਏ, ਔਰ ਜਿਸ ਦਿਨ ਉਹ ਪੈਸਾ ਕੰਪਾਊਂਡ ਕਰੇਗਾ ਨਾ, ਉਹਨਾਂ ਨੂੰ ਇਹ ਦੱਸੀਏ ਕਿ ਤੁਸੀਂ ਹੁਣ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਅੱਜ ਅਗਰ ਮੇਰੇ ਕੋਲ ਕੋਈ ਪ੍ਰੋਪਰਟੀ ਪਈ ਹੈ, 50 ਲੱਖ ਰੁਪਏ ਦੀ ਪ੍ਰੋਪਰਟੀ ਹੈ, ਠੀਕ ਹੈ, ਇਹਦੀ ਨਾ ਸੇਫ ਵਿਡਰੋਲ ਰੇਸ਼ੋ ਹੁੰਦੀ ਹੈ। ਹੁਣ 50 ਲੱਖ ਦੀ ਪ੍ਰੋਪਰਟੀ ਦੇ ਅਗੇਂਸਟ ਮੈਨੂੰ 3 ਤੋਂ 4% ਰੈਂਟਲ ਯੀਲਡ ਆਏਗਾ। ਠੀਕ ਹੈ, 9%, 8-9% 'ਤੇ ਮੇਰੀ ਪ੍ਰੋਪਰਟੀ ਵਧ ਰਹੀ ਹੈ, 3 ਤੋਂ 4% 'ਤੇ ਮੈਂ ਰੈਂਟ ਲੈ ਰਿਹਾ ਸਾਲ ਦਾ। ਠੀਕ ਹੈ, ਦੈਟ ਮੀਨਸ ਅਪਰੋਕਸੀਮੇਟਲੀ ਤੁਸੀਂ ਕੈਲਕੂਲੇਟ ਕਰ ਲਓ, ਤੁਹਾਨੂੰ ਨਿਕਲ ਆਏਗਾ ਕਿ 25,000 ਰੁਪਏ ਦਾ ਜਾਂ 15-16,000 ਰੁਪਏ ਦਾ ਮੰਥਲੀ ਰੈਂਟਲ ਆਏਗਾ, ਹੈ ਨਾ। ਤਾਂ ਉਸ ਹਿਸਾਬ ਨਾਲ ਮਤਲਬ ਮੋਟਾ 2 ਲੱਖ ਰੁਪਏ ਹੈ। ਔਰ ਇਸੇ ਤਰੀਕੇ ਨਾਲ ਮੇਰੀ ਅਗਰ ਕੋਈ ਇਨਵੈਸਟਮੈਂਟਸ ਮੈਂ ਕੀਤੀਆਂ ਹੋਈਆਂ, ਜਿੱਥੋਂ ਮੈਂ 3 ਤੋਂ 4% ਸਾਲ ਦਾ ਵੀ ਕਢਵਾ ਰਿਹਾ, ਠੀਕ ਹੈ, ਸਟਿਲ ਉਹ ਮੇਰਾ 5-6% 'ਤੇ ਪੈਸਾ ਗਰੋ ਕਰ ਰਿਹਾ, ਉਹ ਪੈਸਾ ਕਦੇ ਖਤਮ ਹੀ ਨਹੀਂ ਹੋਏਗਾ। ਅਗਰ ਮੇਰੀ ਮੈਂ ਤੁਹਾਨੂੰ ਐਗਜ਼ਾਮਪਲ ਕਿਉਂ ਦਿੱਤਾ ਕਿ ਪ੍ਰੋਪਰਟੀ ਹੈ, ਅਗਰ 3-4% ਮੇਰੇ ਨੂੰ ਰੈਂਟਲ ਇਨਕਮ ਆ ਵੀ ਰਹੀ ਹੈ, ਸਟਿਲ ਉਹ ਪ੍ਰੋਪਰਟੀ ਐਪਰੀਸ਼ੀਏਟ ਕਰ ਰਹੀ ਹੈ, ਇਟਸੈਲਫ ਵੀ ਕਰ ਰਹੀ ਹੈ। ਹਾਂ, ਔਰ ਉੱਤੋਂ ਮੇਰੇ ਖਰਚੇ ਵੀ ਨਿਕਲ ਰਹੇ ਨੇ। ਇਸੇ ਤਰੀਕੇ ਨਾਲ ਜਦੋਂ ਪੋਰਟਫੋਲੀਓ ਬਹੁਤ ਵੱਡਾ ਹੋ ਜਾਏਗਾ, ਤੁਸੀਂ ਦੇਖੋ ਕਿ ਅੱਜ ਦਾ 1 ਲੱਖ ਰੁਪਏ ਇਨਵੈਸਟ ਕੀਤਾ ਹੋਇਆ 26% 'ਤੇ ਕੰਪਾਊਂਡ ਕਰਦਾ ਹੈ, ਅਤੇ ਅਗਲੇ 20 ਸਾਲਾਂ 'ਚ 1 ਤੋਂ 10 ਲੱਖ, 10 ਤੋਂ 1 ਕਰੋੜ, 1 ਕਰੋੜ ਰੁਪਏ ਤੋਂ ਅਗਰ 1 ਲੱਖ ਰੁਪਏ ਮਹੀਨਾ ਵੀ ਕਢਵਾਓਗੇ ਨਾ, ਪੂਰੀ ਲਾਈਫ ਖਤਮ ਨਹੀਂ ਹੋਏਗਾ। 1 ਲੱਖ ਰੁਪੀਜ਼ ਪਰ ਮੰਥ ਤੁਸੀਂ ਅਗਰ ਕਢਵਾਉਂਦੇ ਹੋ, ਸਟਿਲ ਉਹ ਪੈਸਾ ਖਤਮ ਨਹੀਂ ਹੋਏਗਾ। ਹੁਣ ਤੁਸੀਂ ਆਪ ਦੇਖੋ, ਇਨਵੈਸਟਮੈਂਟ ਦੀ ਪਾਵਰ ਦੇਖੋ। ਸੋ ਬੇਸਿਕਲੀ ਇਟ ਇਜ਼ ਅਬਾਊਟ ਸਟਾਰਟਿੰਗ ਅਰਲੀ। ਹੁਣ ਬੱਚੇ, ਹੁਣ ਅਸੀਂ ਇਨਵੈਸਟਮੈਂਟ ਸ਼ੁਰੂ ਕੀਤੀ ਹੈ 30 ਸਾਲ ਦੀ ਉਮਰ 'ਚ, ਕਈ 20 'ਚ ਕਰਦੇ ਆ, ਕਈ 50 ਦੀ ਉਮਰ 'ਚ ਕਰਦੇ ਆ। ਅਸੀਂ ਬੱਚਿਆਂ ਦੀ 3 ਸਾਲ ਦੀ ਉਮਰ ਤੋਂ ਸ਼ੁਰੂ ਕਰਦੇ, ਔਰ ਉਹਨਾਂ ਨੂੰ, ਔਰ ਤੁਸੀਂ ਦੇਖੋ ਮੈਂ ਆਪਣੀ ਬੇਟੀ ਨੂੰ ਇੱਕ ਆਦਤ ਬਣਾਈ ਹੈ, ਉਹਨੂੰ ਸਮਝ ਹੈ ਨਹੀਂ ਹੈ, ਸਾਨੂੰ ਕਿਤੇ ਨਾ ਕਿਤੇ ਨਹੀਂ ਰਹੀਆਂ ਉਹ ਚੀਜ਼ਾਂ, ਸਾਡੇ ਪੇਰੈਂਟਸ 'ਚ ਕੌਨਸ਼ੀਅਸਨੈਸ ਨਹੀਂ ਰਹੀ ਸੇਵਿੰਗ ਦੀ ਜਾਂ ਇਹਨਾਂ ਚੀਜ਼ਾਂ ਦੀ, ਕਿਉਂਕਿ ਉਸ ਟਾਈਮ ਗੋਲਡ ਜਾਂ ਪ੍ਰੋਪਰਟੀ ਦਾ ਜ਼ਿਆਦਾ ਹੁੰਦਾ ਸੀਗਾ। ਮੈਂ ਜਦ ਵੀ ਆਉਣਾ ਨਾ, ਮੇਰੇ ਕੋਲ ਜਿੰਨੇ ਟੁੱਟੇ ਪੈਸੇ ਵੀ ਹੈ, 10 ਰੁਪਏ, 20 ਰੁਪਏ, 100 ਰੁਪਇਆ, ਮੈਂ ਉਹਨੂੰ ਦੇਣਾ। ਉਹਦੀ ਗੋਲਕ ਬਣਾਈ ਹੋਈ ਹੈ, ਗੋਲਕ 'ਚ ਪੈਸੇ ਪਾਣੇ। ਜਿੱਦਾਂ ਹੀ ਮੈਂ ਉਹਨੂੰ ਪੈਸੇ ਉਠਾਣੇ ਨਾ, ਉਹਨੂੰ ਸਿੱਧਾ ਹੁੰਦਾ ਕਿ ਪਾਪਾ ਮੈਂ ਗੋਲਕ 'ਚ ਪਾਣੇ। ਉਹਦੀ ਰੋਜ਼ ਦੀ ਆਦਤ ਬਣ ਰਹੀ ਹੈ ਸੇਵਿੰਗ ਦੀ। ਤੁਸੀਂ ਆਪ ਦੇਖੋ, ਈਵਨ ਮੈਂ ਇੱਕ ਚੀਜ਼ ਹੋਰ ਦੱਸਦਾ, ਅੱਜ ਤੱਕ ਜਿੰਨੇ ਸਾਨੂੰ ਸ਼ਗਨ ਮਿਲਿਆ ਉਹਦੇ, ਸਾਡਾ 20-25,000 ਰੁਪਏ ਸਿਰਫ ਸ਼ਗਨਾਂ ਦਾ ਇਕੱਠਾ ਹੋਇਆ ਉਹਦੇ ਪੋਰਟਫੋਲੀਓ 'ਚ। ਜਿਹੜਾ 5 ਲੱਖ ਰੁਪਏ ਦਾ ਪੋਰਟਫੋਲੀਓ ਹੈ ਨਾ, ਉਸ 'ਚ 25,000 ਰੁਪਏ ਸਿਰਫ ਅਸੀਂ
ਇੱਕ ਐਦਾਂ ਦਾ ਮਿਊਚੁਅਲ ਫੰਡ ਲਿਆ ਹੋਇਆ, ਉਹਦੇ ਵਿੱਚ ਸਿਰਫ 25,000 ਰੁਪਏ ਉਹਦਾ ਪਿਆ ਹੈ, ਕਿਹੜਾ ਸ਼ਗਨਾਂ ਦਾ। ਹੁਣ ਬੱਚਾ ਵੱਡਾ ਹੋਊਗਾ, ਬੱਚਾ ਕਹੂਗਾ ਮੇਰੇ ਬਚਪਨ ਦੇ ਪੈਸੇ ਕਿੱਥੇ ਨੇ, ਉਹਨੂੰ ਕਹਾਂਗੇ ਆ ਦੇਖ ਆ ਜਿਹੜੇ ਸ਼ਗਨ ਸੀ ਨਾ 500 ਰੁਪਇਆ 100 ਰੁਪਇਆ ਉੱਥੇ ਵੇ। ਸੋ ਉਹ ਜਦ ਕਿੰਨਾ ਵੱਡਾ ਹੋ ਜਾਏਗਾ, ਡੈਫੀਨਿਟਲੀ ਬਹੁਤ ਵੱਡਾ ਪੈਸਾ। ਇਹ ਚੀਜ਼ ਆ ਕਿ ਬੱਚੇ ਨੂੰ ਹੁਣੇ ਲੋੜ ਨਹੀਂ ਆ, ਬੱਚੇ ਨੂੰ ਉਹਦਾ ਸ਼ਗਨ ਦੇ ਪੈਸੇ ਵੀ ਇਕੱਠੇ ਕਰੀ ਜੋ, ਜ਼ਿਆਦਾ ਨਹੀਂ ਤਾਂ ਕੁਝ ਰਿਸ਼ਤੇਦਾਰਾਂ ਤੋਂ ਜਿਹੜੇ ਮਿਲਦੇ ਆ ਲੈਟ ਇਟ ਕੰਪਾਊਂਡ। ਮੈਂ ਇਹ ਸਾਰੀ ਇਨਫੋਰਮੇਸ਼ਨ ਨੂੰ ਨਾ ਵਾਈਲ ਐਡੀਟਿੰਗ ਸੋਕ ਇਨ ਕਰੂੰਗਾ, ਹਾਂ। ਫਿਰ ਆਪਾਂ ਨੈਕਸਟ ਪੋਡਕਾਸਟ ਪਲਾਨ ਕਰਾਂਗੇ। ਥੈਂਕ ਯੂ ਸੋ ਮਚ ਜੀ ਸਰ ਜੀ ਫॉर योर ਟਾਈਮ, ਤੁਸੀਂ ਚੱਲ ਕੇ ਆਏ। ਸੋ ਮੇਰੇ ਲਈ ਵੀ ਬਹੁਤ ਐਕਸਾਈਟਿੰਗ ਪੋਡਕਾਸਟ ਸੀਗੀ ਇਹ, ਬਿਕੋਜ਼ ਮੇਰਾ ਕਾਮਰਸ ਵਾਲਾ ਜਿਹੜਾ ਸੀਗਾ ਨਾ ਕਾਲਜ ਟਾਈਮ ਹੈ ਨਾ ਵਾਲਾ, ਉਹ ਸਾਰੀ ਸਟੱਡੀ ਮੈਨੂੰ ਰੀਕਾਲ ਹੋ ਗਈ। ਅਤੇ ਉਹਨਾਂ ਕਨੈਕਟਡ ਨਹੀਂ ਹੈਗੇ ਕਿਉਂਕਿ ਜ਼ਿਆਦਾ ਕ੍ਰੀਏਟਿਵ 'ਚ ਰਹਿੰਦੇ ਹਾਂ, ਬਟ ਸਟਿਲ ਉਹ ਸਾਰੀਆਂ ਚੀਜ਼ਾਂ ਰੀਕਾਲ ਹੋਣ ਨਾਲ ਮੈਂ ਵੀ ਬਹੁਤ ਸਾਰੀਆਂ ਚੀਜ਼ਾਂ ਇਹ 'ਚ ਅੱਜ ਜਿਹੜੀ ਲਰਨਿੰਗ 'ਚੋਂ ਇੰਪਲੀਮੈਂਟ ਕਰਾਂਗਾ ਆਪਣੀ ਲਾਈਫ 'ਚ। ਥੈਂਕ ਯੂ ਸੋ ਮਚ ਫॉर योर टाइम, hoping very big podcast again soon. Last your message or anything you want to say? ਮੈਸੇਜ ਤਾਂ ਇਹੀ ਹੈ, ਦੇਖੋ ਆਪਣਿਆਂ ਦਾ ਖਿਆਲ ਰੱਖੋ, ਆਪਣੇ ਵਾਸਤੇ ਟਾਈਮ ਕੱਢੋ, ਆਪਣੀ ਹੈਲਥ 'ਤੇ ਟਾਈਮ ਦਿਓ, ਠੀਕ ਹੈ, ਮਤਲਬ ਬਹੁਤ ਜ਼ਰੂਰੀ ਆ। ਔਰ ਆਪਣੀ ਸਕਿੱਲਸ 'ਤੇ ਕੰਮ ਕਰੋ। ਮੇਨ ਯੂਥ ਨੂੰ ਇਹੀ ਮੈਸੇਜ ਹੈ ਕਿ ਆਪਣੀ ਸਕਿੱਲਸ 'ਤੇ ਕੰਮ ਕਰੀਏ, ਬਿਕੋਜ਼ ਸਕਿੱਲਸ ਇੱਦਾਂ ਦੀ ਚੀਜ਼ ਹੈ ਕਿ ਜੋ ਜਦ ਕੰਪਾਊਂਡ ਕਰੇਗੀ ਨਾ ਤੁਹਾਨੂੰ ਨਹੀਂ ਪਤਾ ਲੱਗੇਗਾ ਕਿ ਉਹਦੇ ਰਿਟਰਨਸ ਕਿੰਨੇ ਹੈ, ਠੀਕ ਹੈ। ਔਰ ਉਹ ਜੋ ਤੁਹਾਨੂੰ ਪੈਸਾ ਕਮਾ ਕੇ ਦੇਗੀ ਨਾ ਜਾਂ ਜੋ ਤੁਹਾਨੂੰ ਚੀਜ਼ਾਂ ਮਿਲਣਗੀਆਂ ਉਹ ਉੱਥੋਂ ਹੈ। ਸੋ ਸਭ ਤੋਂ ਪਹਿਲਾਂ ਸਕਿੱਲਸ ਐਂਡ ਦੈਨ ਬਜਟਿੰਗ ਐਂਡ ਇਨਵੈਸਟਿੰਗ। ਬਾਕੀ ਫੈਮਿਲੀ ਨੂੰ ਟਾਈਮ ਦਿਓ, ਫਾਲਤੂ ਦੀ ਟ੍ਰੇਡਿੰਗ ਦੇ ਵਿੱਚ ਨਾ ਪਾਓ। ਕਾਫੀ ਲੋਕੀ ਆਪਣਾ ਪੈਸਾ ਲੂਜ਼ ਕਰ ਦਿੰਦੇ ਆ ਗਲਤ ਆਦਤਾਂ ਕਰਕੇ। ਸੋ ਲੋਕਾਂ ਦੀ ਆਦਤਾਂ ਤੋਂ ਸਿੱਖੋ, ਬਟ ਹਰੇਕ ਗਲਤੀ ਜ਼ਰੂਰੀ ਨਹੀਂ ਹੈ ਤੁਸੀਂ ਕਰਨੀ। ਮੈਂ ਹੋਰ ਇਨਕਲੂਡ ਕਰ ਦਿੰਦਾ, ਜਿਹੜੀ ਆਪਾਂ ਵੀ ਆਫ ਕੈਮਰਾ ਵੀ ਗੱਲ ਕਰ ਰਹੇ ਸੀ, ਆਪਣੀ ਸੰਗਤ ਨੂੰ ਚੂਜ਼ ਕਰੋ ਸਿਆਣਪ ਦੇ ਨਾਲ, ਵਾਈਜ਼ਲੀ ਚੂਜ਼ ਯਰ ਫਰੈਂਡਸ। ਸੋ ਤਾਂ ਕਿ ਜਿਸ ਤਰ੍ਹਾਂ ਦਾ ਤੁਸੀਂ ਬਣਨਾ ਚਾਹੁੰਦੇ ਹੋ ਨਾ, ਉਸ ਤਰ੍ਹਾਂ ਦੇ ਦੋਸਤਾਂ ਨਾਲ ਵਿਚਰੋ, ਅਤੇ ਡੈਫੀਨੇਟਲੀ ਉਹ ਤੁਹਾਡੀ ਲਾਈਫ 'ਤੇ ਇੰਪੈਕਟ ਕਰੇਗਾ। ਉਹਦੇ ਰਿਜ਼ਲਟ ਜਲਦੀ ਜ਼ਿਆਦਾ ਵੱਡੇ ਨਜ਼ਰ ਆਉਣਗੇ। ਜੀ ਸਰ, ਥੈਂਕ ਯੂ ਸੋ ਮਚ ਵੰਸ ਅਗੇਨ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।